ਮੁਖਤਾਰ ਗਿੱਲ ਦੀ ਕਹਾਣੀਆਂ ਦੀ ਪੁਸਤਕ ਹੈ ਆਥਣ ਵੇਲਾ। ਪਹਿਲੀ ਕਹਾਣੀ ਹੈ ਮੋਰ ਘੁੱਗੀਆਂ ਦਾ ਮਾਤਮ। ਮੌਸਮਾਂ ਦੇ ਬੇਰਹਿਮ ਲਫੇੜਿਆਂ ਦਾ ਝੰਬਿਆ ਅੱਧੋ ਰਾਣੀ ਜੇ ਪਹਿਰਾਵੇ ਵਿੱਚ ਮੋਢਿਆਂ ਉੱਤੋਂ ਦੀ ਸਕੂਲੀ ਬੱਚਿਆਂ ਵਾਂਗ ਕਿੱਟ ਲਟਕਾਈ, ਅੱਖਾਂ ਵਿੱਚ ਆਪਣੇ ਸੁਪਨੇ ਦਫਨ ਕਰ ਚੁੱਕਾ ਬੇਬਸ ਲਾਚਾਰ ਤੇ ਰੁਲਿਆ ਖੁਲਿਆ ਬੰਦਾ ਨਦੀ ਦੇ ਪੱਤਣ ਤੇ ਹਾਲ ਹੀ ਬਣੇ ਪੈਂਟੂਨ ਪੁਲ ਨੂੰ ਪਾਰ ਕਰ ਆਪਣੇ ਪਿੰਡ ਨੂੰ ਤੁਰ ਪਿਆ। ਸਖਤ ਮੁਸ਼ੱਕਤ ਦਾ ਭੰਨਿਆ ਜਵਾਨੀ 'ਚ ਬੁੱਢਾ ਲੱਗਦਾ ਹੈ ਢੁੰਡਾਊ ਮਜ਼ਦੂਰਾਂ ਦੀ ਉਸ ਟੋਲੀ ਨਾਲ ਪਰਤਿਆ ਸੀ ਜਿਨ੍ਹਾਂ ਨੂੰ ਦੁਬਈ ਦੀ ਕਿਸੇ ਕੰਪਨੀ ਨੇ ਬੰਧਕ ਬਣਾ ਰੱਖਿਆ ਸੀ। ਇਹਨਾਂ ਮਜ਼ਦੂਰਾਂ ਦੀ ਵੱਧ ਤੋਂ ਬਦਤਰ ਹੋ ਚੁੱਕੀ ਤ੍ਰਾਸਦਿਕ ਜ਼ਿੰਦਗੀ ਬਾਰੇ ਦੁਬਈ ਦੀ ਇੱਕ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਦੇ ਸੰਸਥਾਪਕ ਨੇ ਇਹਨਾਂ ਬੰਧਕ ਮਜ਼ਦੂਰਾਂ ਬਾਰੇ ਹਿੰਦੁਸਤਾਨੀ ਸਫਾਰਤਖਾਨੇ ਨੂੰ ਜਾਣਕਾਰੀ ਦਿੱਤੀ ਤੇ ਇਹਦੇ ਨਾਲ ਹੀ ਮੀਡੀਆ ਰਾਹੀਂ ਕੰਪਨੀ ਵੱਲੋਂ ਬੰਧਕ ਬਣਾਏ ਮਜ਼ਦੂਰਾਂ ਉੱਤੇ ਢਾਏ ਜਾਂਦੇ ਜ਼ੁਲਮ ਜਬਰ ਨੂੰ ਇੱਕ ਘੋਰ ਅਪਰਾਧ ਵਜੋਂ ਦੁਨੀਆ ਦੇ ਸਾਹਮਣੇ ਲਿਆਂਦਾ। ਕੰਪਨੀ ਇਹਨਾਂ ਕਾਮਿਆਂ ਤੋਂ ਲੇਬਰ ਦਾ ਸਖਤ ਕੰਮ ਲੈਂਦੀ ਸੀ ਤੇ ਹੱਡ ਭੰਨਵੇਂ ਕੰਮ ਬਦਲੇ ਜਿਉਂਦੇ ਰੱਖਣ ਲਈ ਘਟੀਆ ਕਿਸਮ ਦਾ ਖਾਣਾ ਦਿੰਦੀ ਸੀ। ਕੰਪਨੀ ਉਹਨਾਂ ਦੇ ਜ਼ਬਤ ਕੀਤੇ ਪਾਸਪੋਰਟ, ਦਸਤਾਵੇਜ਼, ਬਕਾਇਆ ਤਨਖਾਹਾਂ ਸਮੇਤ ਦੇਸ਼ ਪਰਤਣ ਲਈ ਟਿਕਟ ਆਦਿ ਖਰਚਾ ਦੇਣ ਤੋਂ ਇਨਕਾਰੀ ਸੀ। ਕੰਪਨੀ ਦੀ ਦੁਬਈ ਤੇ ਇੰਡੀਆ ਦੀਆਂ ਅਖਬਾਰਾਂ ਤੇ ਸੋਸ਼ਲ ਮੀਡੀਆ ਵਿੱਚ ਬੜੀ ਥੂ-ਥੂ ਹੋਈ ਤਾਂ ਕਿਤੇ ਜਾ ਕੇ ਭਾਰਤੀ ਵਿਦੇਸ਼ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਕੰਪਨੀ ਨਾਲ ਹੋਏ ਸਮਝੌਤੇ ਤਹਿਤ ਬੰਧਕ ਮਜ਼ਦੂਰਾਂ ਦੀ ਰਿਹਾਈ ਸੰਭਵ ਹੋ ਸਕੀ। ਫਿਰ ਉਸ ਸਰਬੱਤ ਦਾ ਭਲਾ ਸੰਸਥਾ ਵੱਲੋਂ ਸਾਰੀ ਲੇਬਰ ਨੂੰ ਵਾਪਸੀ ਟਿਕਟ ਤੇ ਕੁਝ ਖਰਚਾ ਦੇ ਕੇ ਦੇਸ਼ ਪਹੁੰਚਾਇਆ। ਪੁਲ ਪਾਰ ਕਰ ਬਦਾਵਾਸੀ 'ਚ ਭਟਕਦੇ ਨੂੰ ਪਿੰਡ ਨਹੀਂ ਸੀ ਲੱਭ ਰਿਹਾ। ਕੰਪਨੀ ਦੇ ਤਸੀਹਿਆਂ ਕਰਕੇ ਉਹਦੀ ਨਜ਼ਰ ਤੇ ਯਾਦ ਸ਼ਕਤੀ ਨੂੰ ਧੱਕਾ ਲੱਗਾ ਸੀ। ਉਹਦੇ ਸਾਹਮਣੇ ਆਉਂਦਾ ਇੱਕ ਅਧਖੜ ਜਿਹਾ ਬੰਦਾ ਦਿਸਿਆ ਜਿਹਨੂੰ ਪਛਾਣਨ ਦੀ ਉਹਦੀ ਕੋਸ਼ਿਸ਼ ਨਾਕਾਮ ਰਹੀ। ਪਰ ਸ਼ਰੀਕੇ 'ਚੋਂ ਲੱਗਦੇ ਚਾਚੇ ਨੇ ਉਹਨੂੰ ਪਛਾਣਿਆ। ਹੈਰਾਨੀ ਨਾਲ ਕਿਹਾ, ਓਏ ਕਸ਼ਮੀਰਿਆ, ਤੇਰੀ ਤਾਂ ਕਿਧਰੇ ਉੱਗ ਸੁੱਗ ਹੀ ਨਹੀਂ ਸੀ ਮਿਲ ਰਹੀ। ਤੇਰੇ ਘਰ ਵਾਲੇ ਤੇ ਸਾਰਾ ਪਿੰਡ ਤਾਂ ਤੈਨੂੰ ਉੱਧਰ ਕਿਧਰੇ ਮਰ ਖੱਪ ਗਿਆ ਸਮਝ ਰਿਹਾ ਸੀ। ਤੂੰ ਕਿੱਥੋਂ ਆ ਗਿਆ? ਉਹ ਚਾਚੇ ਦੇ ਗਲ ਲੱਗ ਗਿਆ। ਕਿਹਨੂੰ ਲੱਭ ਰਿਹਾ ਪੁੱਤਰਾ? ਆਪਣਾ ਪਿੰਡ ਘਰ ਪਰਿਵਾਰ ਕੁਝ ਨਹੀਂ ਰਿਹਾ। ਪਿਛਲੇਰੇ ਸਾਲ ਆਏ ਹੜ੍ਹ ਨੇ ਆਪਣਾ ਤੇ ਨੀਵਾਂ ਪਿੰਡ ਦੋਵੇਂ ਮਲੀਆ ਮੇਟ ਕਰ ਦਿੱਤੇ ਸਨ। ਅਚਾਨਕ ਆਈ ਹੜ੍ਹ ਦੇ ਗੇਰੂਆ ਪਾਣੀ ਦੇ ਤੇਜ਼ ਵਹਾਅ 'ਚ ਸਭ ਕੁਝ ਰੁੜ ਗਿਆ। ਗੁਰੂ ਘਰ ਤੇ ਧਰਮਸ਼ਾਲਾ ਦੀਆਂ ਛੱਤਾਂ ਤੇ ਆਸਰੇ ਨੇ ਜੀਅ ਜੰਤ ਨੂੰ ਬਚਾਇਆ, ਕੁਝ ਰੁੱਖਾਂ ਨੇ ਬਚਾ ਲਏ। ਚਾਚੇ ਤੋਂ ਕੁਦਰਤੀ ਕਰੋਪੀ ਦੇ ਭਿਆਨਕ ਰੂਪ ਬਾਰੇ ਸੁੰਨ ਹੋ ਗਿਆ। ਆਪਣੇ ਪਰਿਵਾਰ ਬਾਰੇ ਪੁੱਛਣ ਦੀ ਸੋਚ ਹੀ ਰਿਹਾ ਸੀ ਕਿ ਚਾਚਾ ਬੋਲਿਆ, ਸਾਲ ਭਰ ਅਸੀਂ ਬਚੇ ਖੁਚੇ ਹੜ੍ਹ ਪੀੜਤ ਸਰਕਾਰੀ ਰਾਹਤ ਕੈਂਪ 'ਚ ਰਹੇ। ਵੱਡੇ ਵਜ਼ੀਰ ਨੇ ਜਹਾਜ਼ ਤੋਂ ਹੜ੍ਹ ਮਾਰਿਆਂ ਨੂੰ ਵੇਖਿਆ ਸੀ, ਜਿਸ ਕਰਕੇ ਸਾਨੂੰ ਮੁਆਵਜ਼ਾ ਮਿਲਿਆ। ਭਾਵੇਂ ਉਸ 'ਚੋਂ ਅੱਧਾ ਪਚੱਧਾ ਅਫਸਰ ਖਾ ਗਏ। ਫਿਰ ਸਰਕਾਰੀ ਹੁਕਮ ਮਿਲਿਆ ਕਿ ਗਰਕ ਹੋ ਚੁੱਕੇ ਦੋਵੇਂ ਪਿੰਡਾਂ ਤੋਂ ਹਟਵੇਂ ਜੰਗਲਾਤ ਦੀ ਜ਼ਮੀਨ ਵਿਚਲੇ ਥੇ ਉੱਤੇ ਇੱਕੋ ਪੱਕਾ ਪਿੰਡ ਵਸਾਇਆ ਜਾਏ। ਪਿੰਡ ਬਣਨ ਤੋਂ ਪਹਿਲਾਂ ਅਸੀਂ ਤੰਬੂਆਂ ਤੇ ਫਿਰ ਝੁੱਗੀਆਂ ਝੌਂਪੜੀਆਂ 'ਚ ਗੁਜ਼ਾਰਾ ਕਰਦੇ ਰਹੇ। ਉੱਧਰ ਨੂੰ ਚਲਾ ਜਾ, ਤੇਰੇ ਮਾਂ-ਬਾਪ ਤੇ ਹੋਰ ਪਰਿਵਾਰ ਉੱਥੇ ਮਿਲ ਪੈਣਗੇ। ਚਾਚੇ ਤੋਂ ਇੱਕ ਹੋਰ ਉਜਾੜੇ ਬਾਰੇ ਸੁਣਨ ਨੂੰ ਜ਼ਬਰਦਸਤ ਧੱਕਾ ਲੱਗਾ, ਜਿਹੜਾ ਕੰਪਨੀ ਦੇ ਤਸ਼ੱਦਦ ਤੋਂ ਵੱਧ ਜਾਨਲੇਵਾ ਸੀ। ਉਹ ਵੱਡੇ ਵਡੇਰਿਆਂ ਤੋਂ ਸੁਣਦੇ ਆਏ ਸਨ ਕਿ ਉਹਨਾਂ ਦਾ ਜੱਦੀ ਪਿੰਡ 47 ਦੇ ਬਟਵਾਰੇ ਦੇ ਸਮੇਂ ਨਵੇਂ ਮੁਸਲਮਾਨਾਂ ਦੇ ਦੇਸ਼ ਦੇ ਹਿੱਸੇ ਆ ਗਿਆ ਸੀ। ਗੈਰ ਕੁਦਰਤੀ ਵੰਡ ਦਾ ਦੁਖਾਂਤ ਵੇਖੋ। ਪਿੰਡ ਦੀ ਜ਼ਮੀਨ ਇੱਧਰ ਤੇ ਆਬਾਦੀ ਉੱਧਰ ਰਹਿ ਗਈ ਸੀ, ਸੋ ਬਹੁਤੇ ਪਿੰਡ ਵਾਸੀ ਉੱਥੋਂ ਉੱਜੜ ਕੇ ਜ਼ਮੀਨ ਤੇ ਆ ਬੈਠੇ। ਜ਼ਮੀਨ ਛੱਡ ਕੇ ਉਹ ਜਾਂਦੇ ਵੀ ਕਿੱਥੇ, ਸੋ ਉਹਨਾਂ ਨੇ ਰਾਵੀ ਨਦੀ ਪਾਰਲੀ ਜ਼ਮੀਨ ਤੇ ਝੁੱਗੀਆਂ ਝੌਂਪੜੀਆਂ ਬਣਾ ਵਸਣਾ ਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ। ਬਾਅਦ 'ਚ ਜਦੋਂ ਆਮ ਜਨ ਜੀਵਨ ਲੀਹੇ ਪੈ ਗਿਆ ਤਾਂ ਉਹਨਾਂ ਦੇ ਬਜ਼ੁਰਗ ਭਾਗੂ ਨੇ ਸਰਹੱਦ ਅਤੇ ਰਾਵੀ ਨਦੀ ਦੇ ਵਿਚਕਾਰ ਇੱਕ ਪੱਧਰਾ ਜਿਹਾ ਜ਼ਮੀਨ ਦਾ ਟੋਟਾ ਵੇਖ ਮੋੜੀ ਗੱਡ ਦਿੱਤੀ, ਜਿਹਨੂੰ ਹੌਲੀ-ਹੌਲੀ ਪਿੰਡ ਭਾਗੂਵਾਲਾ ਦਾ ਨਾਮ ਮਿਲ ਗਿਆ। ਸਮੇਂ ਦੇ ਬੀਤਣ ਨਾਲ ਪਿੰਡ ਦੀ ਆਬਾਦੀ ਵਧਣ ਤੇ ਵੰਡੀਆਂ ਪੈ ਜਾਣ ਕਰਕੇ ਖੇਤੀਯੋਗ ਰਕਬਾ ਘਟਦਾ ਜਾ ਰਿਹਾ ਸੀ। ਇੱਕੋ ਭਾਈਚਾਰਾ ਤੇ ਸ਼ਰੀਕਾ ਬਰਾਦਰੀ ਹੋਣ ਦੇ ਬਾਵਜੂਦ ਮਰੱਬੇਬੰਦੀ ਵੇਲੇ ਕੁਝ ਪਰਿਵਾਰ ਹੇਠਾਂ ਲਹਿੰਦੇ ਵੱਲ ਹਿੱਸੇ ਆਈ ਜ਼ਮੀਨ ਤੇ ਜਾ ਬੈਠੇ। ਹੌਲੀ-ਹੌਲੀ ਇਹ ਆਬਾਦੀ ਨਵਾਂ ਪਿੰਡ ਅਖਵਾਉਣ ਲੱਗ ਪਈ।
ਕਿਸਾਨ ਤੇ ਖੇਤੀ ਕਾਮੇ ਸਰਕਾਰੀ ਜੰਗਲ ਬੇਲਾ ਕੱਟ ਵੱਢ ਪੁੱਟ ਖੇਤੀ ਲਈ ਜ਼ਮੀਨ ਆਬਾਦ ਕਰਨ ਲੱਗੇ। ਪੋਹ ਮਾਘ ਦੀ ਹੱਡ ਚੀਰਵੀਂ ਠੰਡ ਤੇ ਜੇਠ ਹਾੜ ਦੀ ਪਿੰਡੇ ਸਾੜ ਦੀ ਧੁੱਪ ਤਪਸ਼ ਗਰਮ ਲੂ 'ਚ ਭੁੱਜਦੇ ਦਲ ਖਡੱਲਾਂ ਭਰ ਪੂਰ ਤੇ ਟਿੱਬਿਆਂ ਨੂੰ ਪੱਧਰਾ ਕਰ ਥੋੜ੍ਹੀ ਥੋੜ੍ਹੀ ਵਾਹੀ ਯੋਗ ਭੂੰ ਆਬਾਦ ਕਰ ਲਈ। ਹਰ ਸਾਲ ਹੜ੍ਹ ਆਉਣ ਕਰਕੇ ਤਕਰੀਬਨ ਸਾਉਣੀ ਦੀ ਫਸਲ ਅਕਸਰ ਮਾਰੀ ਜਾਂਦੀ, ਪਰ ਹੜ੍ਹ ਕਰਕੇ ਚੜ੍ਹ ਆਉਂਦੀ ਮੱਛੀ ਫੜ ਕੇ ਪਿਛਲੇ ਪਿੰਡਾਂ 'ਚ ਵੇਚ ਗੁਜ਼ਾਰਾ ਕਰ ਲੈਂਦੇ ਸਨ। ਹਾੜੀ ਜ਼ਰੂਰ ਸਾਉਣੀ ਦੀ ਭਰਪਾਈ ਕਰ ਦਿੰਦੀ ਸੀ। ਅਜੇ ਤੱਕ ਭਾਗੂ ਵਾਲੇ ਤੇ ਨੀਵੇਂ ਪਿੰਡ ਦੇ ਸਾਰੇ ਘਰ ਝੌਂਪੜੀਆਂ ਨਵਾਂ ਕੱਚੇ ਸੀ। ਫਿਰ ਹੌਲੀ ਹੌਲੀ ਪਿਛਲੇ ਉੱਚੇ ਪਿੰਡ ਦੇ ਲੋਹਾਰੇ ਤਰਖਾਣੇ ਦੀ ਮਿਹਰਬਾਨੀ ਸਦਕਾ ਅਣਘੜੇ ਬੂਹੇ ਬਾਰੀਆਂ, ਬਾਂਸਾਂ, ਕਾਈ, ਸਰਕੜੇ ਤੇ ਗਾਰੇ ਦੀਆਂ ਛੱਤਾਂ ਵਾਲੇ ਕੱਚੇ ਘਰ ਬਣ ਗਏ ਸਨ। ਕਿਸੇ ਘਰ ਦੀ ਕੱਢੀ ਕੱਚੀ ਚਾਰ ਦੀਵਾਰੀ ਤੇ ਲੱਕੜ ਦੇ ਖਿੜਕ ਲੱਗ ਗਏ ਸੀ। ਸੁਆਣੀਆਂ ਨੇ ਆਪਣੀ ਸੁਚੱਜ ਦੀ ਬਦੌਲਤ ਕੰਧਾਂ, ਕੌਲੇ, ਸਬਾਤਾਂ ਤੇ ਡੰਗਰਾਂ ਦੀਆਂ ਕੁੜਾਂ ਆਦਿ ਲਿਪ ਪੋਚ ਸੋਹਣੀਆਂ ਬਣਾ ਲਈਆਂ ਸਨ। ਸਰਹੱਦ ਉੱਤੇ ਵਸਦੇ ਭਾਗੂਵਾਲ ਦੇ ਨੀਵੇਂ ਪਿੰਡ ਸਮੇਤ ਹੋਰ ਪਿੰਡਾਂ ਨੂੰ ਅਜੇ ਤੱਕ ਆਜ਼ਾਦੀ ਦੀਆਂ ਨਿਆਮਤਾਂ ਨਹੀਂ ਸਨ ਨਸੀਬ ਹੋਈਆਂ। ਇਹ ਪਿੰਡ ਬੁਨਿਆਦੀ ਲੋੜਾਂ ਤੋਂ ਸਹੂਲਤਾਂ ਜਿਵੇਂ ਸਿਹਤ, ਸਿੱਖਿਆ, ਸੜਕ, ਬਿਜਲੀ, ਨਦੀ ਤੇ ਪੱਕਾ ਪੁਲ ਆਦਿ ਤੋਂ ਬਹੁਤ ਦੂਰ ਸਨ। ਦੋਵਾਂ ਪਿੰਡਾਂ ਦੇ 35-40 ਘਰਾਂ ਦਾ ਲਾਂਘਾ ਸਿਆਲੇ 'ਚ ਜਦੋਂ ਨਦੀ ਦਾ ਪਾਣੀ ਲੱਥ ਜਾਂਦਾ ਤਾਂ ਦੋਵੇਂ ਪਾਸੇ ਕਾਨੇ ਕੱਢ ਕੇ ਕੀਤੀ ਨਿਸ਼ਾਨਦੇਹੀ ਦੇ ਵਿੱਚ ਘਰ ਦੀ ਬਣ ਜਾਂਦਾ ਸੀ। ਫਿਰ ਪਿੰਡ ਦੇ ਇੱਕ ਕਿਰਤੀ ਕਾਮੇ ਨੇ ਰੇੜਾ ਘੋੜਾ ਬਣਾ ਲਿਆ। ਨਿੱਕੀ ਜਿਹੀ ਹੱਟੀ ਪੈ ਗਈ ਜੋ ਘਰੇਲੂ ਲੋੜਾਂ ਖੰਡ, ਚਾਹ, ਲੂਣ, ਤੇਲ ਤੇ ਹਲਦੀ ਆਦਿ ਪੂਰੀਆਂ ਕਰਨ ਲੱਗੀ। ਫਿਰ ਇੱਕ ਹੋਰ ਕਿਰਤ ਜਾਏ ਨੇ 8-10 ਕਿਲੋਮੀਟਰ ਦੂਰੋਂ ਭੱਠੇ ਤੋਂ ਰੇੜੇ ਘੋੜੇ ਤੇ ਇੱਟਾਂ ਢੋ ਜਮ੍ਹਾਂ ਕੀਤੀਆਂ। ਪਿਛਲੇ ਉੱਚੇ ਪਿੰਡ ਦੇ ਰਾਜ ਮਿਸਤਰੀ ਨਾਲ ਕੰਮ ਕਰਦੇ ਆਪਣੇ ਪਿੰਡ ਦੇ ਨੌਜਵਾਨ ਤੇ ਹੋਰ ਕਾਮੇ ਲਾ। ਸਰਪੰਚ ਨੇ ਪਿੰਡ ਦੇ ਸਹਿਯੋਗ ਨਾਲ ਪਹਿਲਾਂ ਇੱਕ ਕਮਰਾ, ਫਿਰ ਹੌਲੀ ਹੌਲੀ ਵਰਾਂਡਾ, 5 ਕੁ ਫੁੱਟ ਉੱਚੀ ਚਾਰ ਦੀਵਾਰੀ ਕਰਵਾ, ਗੇਟ ਲਵਾ ਦੋਵਾਂ ਪਿੰਡਾਂ ਦੀ ਪਹਿਲੀ ਪੱਕੀ ਇਮਾਰਤ ਬਣਾ ਦਿੱਤੀ। ਫਿਰ ਪੰਚਾਇਤ ਨੇ ਸ੍ਰੀ ਅੰਮ੍ਰਿਤਸਰ ਤੋਂ ਬੜੀ ਸ਼ਰਧਾ ਨਾਲ ਪਾਵਨ ਬੀੜ ਲਿਆ, ਪ੍ਰਕਾਸ਼ ਕਰਵਾ ਇਮਾਰਤ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦੇ ਦਿੱਤਾ। ਭਾਗੂ ਵਾਲੇ ਦੀ ਉਦੋਂ ਸੁਣੀ ਗਈ ਜਦੋਂ ਸਰਕਾਰ ਨੇ ਪ੍ਰਾਇਮਰੀ ਸਕੂਲ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ। ਕੁਝ ਦਿਨ ਬਾਅਦ ਸੈਂਟਰ ਸਕੂਲ ਸ਼ਾਹਪੁਰ ਬੇਟ ਤੋਂ ਸੈਂਟਰ ਹੈੱਡ ਟੀਚਰ, ਇੱਕ ਅਧਿਆਪਕ ਤੇ 2 ਰਜਿਸਟਰ ਲੈ ਪਿੰਡ ਆ ਪਹੁੰਚੇ। ਸਰਪੰਚ ਘਰੋਂ ਚਾਹ ਪਾਣੀ ਪੀ ਮਾਸਟਰ ਨੇ ਪੰਚਾਂ ਤੇ ਮੋਹਤਬਾਰਾਂ ਦੀ ਸਲਾਹ ਨਾਲ ਗੁਰਦੁਆਰੇ ਦੇ ਵਰਾਂਡੇ 'ਚ ਸਕੂਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅਗਲੇ ਦਿਨ ਸਰਪੰਚ ਕਿਆਂ ਦੇ 3 ਬੱਚੇ ਪੜ੍ਹਨ ਆ ਗਏ। ਸਰਪੰਚ ਨੇ ਮਾਸਟਰ ਜੀ ਦੇ ਬੈਠਣ ਲਈ BSF ਦੀ ਪਿਕਟ ਤੋਂ ਕੁਰਸੀ ਮੰਗ ਲਿਆਂਦੀ। ਫਿਰ ਮਾਸਟਰ ਨੇ ਸਰਪੰਚ ਨੂੰ ਨਾਲ ਲੈ ਕੇ ਘਰ ਘਰ ਜਾ ਮਾਪਿਆਂ ਨੂੰ ਆਪਣੇ ਬੱਚੇ ਸਕੂਲ ਭੇਜਣ ਲਈ ਪ੍ਰੇਰਿਆ। ਯੂਨੈਸਕੋ ਵੱਲੋਂ ਗਰੀਬ ਦੇਸ਼ਾਂ ਦੇ ਬੱਚਿਆਂ ਲਈ ਦੁੱਧ ਪਾਊਡਰ ਆਉਣ ਤੇ ਗੁਰਦੁਆਰੇ ਦੇ ਪਤੀਲੇ 'ਚ ਪਾਣੀ ਗਰਮ ਕਰ ਪਾਊਡਰ ਤੋਂ ਦੁੱਧ ਬਣਾ ਬੱਚਿਆਂ ਨੂੰ ਵਰਤਾਉਣ ਕਰਕੇ ਗਿਣਤੀ ਵੱਧ ਗਈ। ਹੁਣ ਬੱਚਿਆਂ ਦੀ ਮੁਹਾਰਨੀ, ਊੜਾ ਐੜਾ 1 2 3 4 10 1 11 90 9 99 ਹੋਇਆ ਪੂਰਾ 100 ਤੇ ਪਹਾੜੀ 1 ਦੂਣੀ 2 ਦੂਣੀ 4 ਦਾ ਸ਼ੋਰ ਸਕੂਲ ਦੀ ਹੋਂਦ ਜਤਾਉਣ ਲੱਗਾ। ਨੀਵੇਂ ਪਿੰਡ ਦੇ ਵੀ 3-4 ਬੱਚੇ ਦਾਖਲ ਹੋ ਗਏ। ਸਾਲ ਕੁ ਬਾਅਦ ਜਦੋਂ ਭਲਾਈ ਵਿਭਾਗ ਵੱਲੋਂ ਪਿੰਡ 'ਚ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਗਿਆ ਤਾਂ ਉਹਦੇ ਪੱਕੇ, ਖੁੱਲ੍ਹੇ ਤੇ ਹਵਾਦਾਰ ਕਮਰੇ ਵਰਾਂਡੇ 'ਚ ਸਕੂਲ ਚਲਾ ਗਿਆ। ਮਾਸਟਰ ਬੱਚਿਆਂ ਨੂੰ ਬੜੀ ਮਿਹਨਤ, ਲਗਨ ਤੇ ਸਿੱਖਿਆ ਨੂੰ ਸਮਰਪਿਤ ਭਾਵਨਾ ਨਾਲ ਪੜ੍ਹਾਉਣ। ਆਪਣੇ ਮਿੱਠ ਬੋਲੜੇ ਸੁਭਾਅ ਤੇ ਚੰਗੇ ਆਚਰਣ ਸਦਕਾ ਸਾਰੇ ਪਿੰਡ ਦਾ ਚਹੇਤਾ ਬਣ ਗਿਆ। ਸਰਪੰਚ ਦੇ ਪਰਿਵਾਰ ਨਾਲ ਤਾਂ ਉਹਦੀ ਸਾਂਝ ਬੜੀ ਗੂੜ੍ਹੀ ਹੋ ਗਈ ਸੀ। ਹੁਣ ਸਰਪੰਚ ਦੀ ਧੀ 5ਵੀਂ ਵਿੱਚ ਤੇ ਕਸ਼ਮੀਰਾ ਤੀਸਰੀ 'ਚ ਪੜ੍ਹਦੇ ਸਨ। ਇਸ ਸਾਲ ਭਾਗੋਵਾਲੇ ਦੇ 3 ਬੱਚਿਆਂ ਨੇ 5ਵੀਂ ਦੀ ਪ੍ਰੀਖਿਆ ਦੇਣੀ ਸੀ। ਪ੍ਰੀਖਿਆ ਭਾਵੇਂ ਸੈਂਟਰ ਸਕੂਲ 'ਚ ਹੋਣੀ ਸੀ, ਪਰ ਨਿਗਰਾਨ ਅਮਲਾ ਹਾਈ ਸਕੂਲ ਤੋਂ ਲਾਇਆ ਗਿਆ। 5 ਕਿਲੋਮੀਟਰ ਪਿੱਛੇ ਬਣੇ ਪ੍ਰੀਖਿਆ ਕੇਂਦਰ ਤੱਕ ਬੱਚਿਆਂ ਨੂੰ ਪਹੁੰਚਾਉਣ ਤੇ ਲਿਆਉਣ ਦੀ ਜ਼ਿੰਮੇਵਾਰੀ ਸਰਪੰਚ ਨੇ ਲੈ ਲਈ। ਸੈਂਟਰ ਪ੍ਰਧਾਨ ਨੇ ਆਪਣੇ ਅਧੀਨ ਆਉਂਦੇ 8 ਸਕੂਲਾਂ ਦੇ ਅਧਿਆਪਕਾਂ ਦੀ ਮੀਟਿੰਗ ਸੱਦੀ, ਜਿਸ ਵਿੱਚ ਨਿਗਰਾਨ ਅਮਲੇ ਦੀ ਸੇਵਾ ਆਦਿ ਲਈ ਫੰਡ ਲਾ ਦਿੱਤਾ। ਮਾਸਟਰ ਨੂੰ ਭਾਵੇਂ ਕਰਵਾਈ ਪੜ੍ਹਾਈ ਤੇ ਭਰੋਸਾ ਸੀ ਕਿ ਬੱਚੇ ਪੇਪਰ ਕਰ ਲੈਣਗੇ, ਪਰ ਫਿਰ ਵੀ ਭਾਈਚਾਰੇ ਦਾ ਸਾਥ ਦੇਣ ਲਈ ਆਪਣਾ ਬਣਦਾ ਹਿੱਸਾ ਪਾ ਦਿੱਤਾ। ਚੰਗੇ ਪੇਪਰ ਹੋਣ ਕਰਕੇ 3 ਬੱਚੇ ਪਾਸ ਹੋ ਗਏ। ਮਾਸਟਰ ਦਾ ਇਸ ਪਿੰਡ ਕੁਝ ਘਰ ਪਰਿਵਾਰਾਂ ਤੇ ਬੱਚਿਆਂ ਨਾਲ ਅਜਿਹਾ ਮੋਹ ਪਿਆ ਕਿ ਉਹ ਕਿਸੇ ਪਿਛਲੇ ਸਕੂਲ ਬਦਲੀ ਨਾ ਕਰਵਾਈ। ਭਾਵੇਂ ਬਰਸਾਤਾਂ 'ਚ ਨਦੀ ਉੱਪਰਲਾ ਪੈਂਟੂਨ ਪੁਲ ਚੁੱਕੇ ਜਾਣ ਕਾਰਨ ਸਕੂਲ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਸੀ,
ਬਰਸਾਤ ਦਾ ਮਹੀਨਾ, 1.5 ਮਹੀਨਾ ਮਾਸਟਰ ਦੀ ਡਿਊਟੀ ਪਿੱਛੇ ਸੈਂਟਰ ਸਕੂਲ ਸ਼ਾਹਪੁਰ ਬੇਟ ਲੱਗ ਜਾਂਦੀ ਸੀ। ਪਿੰਡ ਦੀ ਪਹਿਲੀ 5ਵੀਂ ਪਾਸ ਕਰ ਗਈ ਬਿੰਦੋ ਨੂੰ ਸਰਪੰਚ ਅੱਗੇ ਪੜ੍ਹਾਉਣ ਤੋਂ ਇਨਕਾਰੀ ਸੀ। ਇਸ ਦੌਰਾਨ ਪਿੱਛੇ ਡੈਮ ਬਣ ਜਾਣ ਕਰਕੇ ਹਰ ਸਾਲ ਬਰਸਾਤਾਂ 'ਚ ਆਉਣ ਵਾਲੇ ਹੜ੍ਹ ਦਾ ਖਤਰਾ ਕਿਸੇ ਹੱਦ ਤੱਕ ਘਟ ਗਿਆ ਸੀ। ਰਾਵੀ ਨਦੀ ਦੇ ਤੁਸੀਂ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਸੀ। ਸਰਕਾਰ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੀ ਬੇਆਬਾਦ ਜ਼ਮੀਨ ਸਾਬਕਾ ਫੌਜੀਆਂ ਨੂੰ ਅਲਾਟ ਕਰ ਦਿੱਤੀ, ਜਿਹਦੀ ਪੁੱਟ ਪਟਾਈ ਲਈ ਪਿੰਡ ਦੇ ਖੇਤੀ ਕਾਮਿਆਂ ਨੂੰ ਰੁਜ਼ਗਾਰ ਮਿਲ ਗਿਆ। ਹੜ੍ਹ ਦੇ ਪਲਸੇਟਿਆਂ ਦੀ ਲਿਆਂਦੀ ਜ਼ਰਖੇਜ਼ ਮਿੱਟੀ 'ਚ ਫਸਲਾਂ ਦੀ ਲਹਿਰ ਬਹਿਰ ਹੋ ਗਈ। ਫਿਰ ਪਿਛਲੇ ਪਿੰਡਾਂ ਦੇ ਕੁਝ ਸਰਦੇ ਪੁੱਜਦੇ ਕਿਸਾਨਾਂ ਸਸਤੀ ਜ਼ਮੀਨ ਖਰੀਦ ਫਾਰਮ ਹਾਊਸ ਬਣਾ ਲਏ। ਫੌਜੀਆਂ ਤੇ ਨਵੇਂ ਆਏ ਕਿਸਾਨਾਂ ਦੇ ਡੇਰਿਆਂ 'ਚ ਪਿੰਡ ਦੇ ਕਾਮਿਆਂ ਨੂੰ ਖੇਤੀ, ਮਾਲ ਡੰਗਰ ਸਾਂਭਣ, ਰਾਖੀ ਤੇ ਉਹਨਾਂ ਦੀਆਂ ਔਰਤਾਂ ਨੂੰ ਘਰਾਂ ਦੇ ਗੋਹੇ ਕੂੜੇ ਆਦਿ ਦਾ ਕੰਮ ਮਿਲਣ ਲੱਗਾ। ਇਸ ਵਾਰ ਤੀਸਰੇ ਬੈਚ 'ਚ ਮਾਸਟਰ ਦੇ 2 ਵਿਦਿਆਰਥੀਆਂ ਕਸ਼ਮੀਰੇ ਤੇ ਨੀਵੇਂ ਪਿੰਡ ਦੀ ਸ਼ਿੰਦਰ ਨੇ 5ਵੀਂ ਦੀ ਪ੍ਰੀਖਿਆ ਦਿੱਤੀ। ਮਾਸਟਰ ਨੇ ਉਹਨਾਂ ਦੋਵਾਂ ਨੂੰ ਬਲਾਕ ਦੇ ਦਫ਼ਤਰ ਹੋਏ ਵਜ਼ੀਫੇ ਦਾ ਇਮਤਿਹਾਨ ਵੀ ਦਿਵਾਇਆ। ਕਸ਼ਮੀਰ ਨੂੰ ਮਾਸਟਰ ਨੇ ਨੇੜਲੇ ਮਿਡਲ ਸਕੂਲ 'ਚ ਦਾਖਲ ਕਰਵਾ ਦਿੱਤਾ, ਪਰ ਉਹਦੀ ਪ੍ਰੇਰਨਾ ਦੇ ਬਾਵਜੂਦ ਸ਼ਿੰਦਰ ਦੇ ਮਾਪੇ ਉਹਨੂੰ ਅੱਗੇ ਪੜ੍ਹਾਉਣ ਲਈ ਰਾਜ਼ੀ ਨਾ ਹੋਏ। ਭਾਵੇਂ ਉਹ ਮਾਸਟਰ ਦੀ ਚਹੇਤੀ ਵਿਦਿਆਰਥਣ ਸੀ, ਸ਼ਿੰਦਰ ਕਦੀ-ਕਦੀ ਸਕੂਲ ਆ ਮਾਸਟਰ ਜੀ ਤੋਂ ਬਾਲ ਸਾਹਿਤ ਦੀਆਂ ਪੁਸਤਕਾਂ ਤੇ ਬਾਲ ਸੰਦੇਸ਼ ਰਸਾਲੇ ਲੈ ਜਾਂਦੀ ਸੀ। ਸ਼ਿੰਦਰ ਦੇ ਨਿਮਰ ਬੋਲ ਚਾਲ ਤੇ ਸਲੀਕੇ ਕਰਕੇ ਸਾਰੇ ਨੀਵੇਂ ਪਿੰਡ ਦੀ ਪੜ੍ਹੀ ਲਿਖੀ ਤੇ ਚੰਗੀ ਕੁੜੀ ਸਮਝਦੇ ਸਨ। ਹੁਣ ਦੋਵਾਂ ਪਿੰਡਾਂ ਦੇ ਲੋਕਾਂ ਦੀ ਆਰਥਿਕ ਹਾਲਤ ਕੁਝ ਚੰਗੀ ਹੋ ਗਈ ਸੀ। ਨਹੀਂ ਤਾਂ ਪਹਿਲਾਂ ਕੁਦਰਤੀ ਕਰੋਪੀ, ਹੜ੍ਹ, ਫਸਲ ਮਾਰ, ਜੰਗਾਂ ਦੇ ਖਤਰੇ ਅਤੇ ਸਰਹੱਦ ਦੀਆਂ ਦੁਸ਼ਵਾਰੀਆਂ ਕਰਕੇ ਪਿਛਲੇ ਪਿੰਡਾਂ ਵਾਲੇ ਇਹਨਾਂ ਦੀਆਂ ਧੀਆਂ ਦਾ ਨਾ ਤਾਂ ਸਾਕ ਲੈਂਦੇ ਤੇ ਨਾ ਹੀ ਦਿੰਦੇ ਸਨ। ਕਸ਼ਮੀਰ ਭਾਗੋਵਾਲ ਦਾ ਪਹਿਲਾ 8ਵੀਂ ਪਾਸ ਮੁੰਡਾ ਸੀ। ਮਾਸਟਰ ਨੇ ਕਸ਼ਮੀਰ ਨੂੰ ਹਾਇਰ ਸੈਕੰਡਰੀ ਸਕੂਲ 'ਚ 9ਵੀਂ ਕਲਾਸ 'ਚ ਦਾਖਲ ਕਰਵਾ ਦਿੱਤਾ। ਕਸ਼ਮੀਰ ਦੀ ਉਸ ਸਕੂਲ ਜਾਣ ਆਉਣ ਦੀ ਸਮੱਸਿਆ ਦਾ ਹੱਲ ਮਾਸਟਰ ਨੇ ਇਸ ਤਰ੍ਹਾਂ ਕੀਤਾ। ਉਹ ਘਰੋਂ ਆਉਂਦਾ ਆਪਣਾ ਸਾਈਕਲ ਸੈਂਟਰ ਸਕੂਲ ਸ਼ਾਹਪੁਰ ਬੇਟ ਲਾ ਆਉਂਦਾ ਤੇ ਉੱਥੋਂ ਪੈਦਲ ਭਾਗੋਵਾਲ ਆ ਜਾਂਦਾ ਤੇ ਸਕੂਲੋਂ ਕਸ਼ਮੀਰ ਸਾਈਕਲ ਲੈ ਭਿੰਡੀ ਸਕੂਲੇ ਚਲਾ ਜਾਂਦਾ। ਇਸ ਦੌਰਾਨ ਸ਼ਾਹਪੁਰ ਬੇਟ ਜੱਸੇ ਆੜ੍ਹਤੀ ਦੀ ਨਵੀਂ ਆਈ ਨੂੰਹ ਵੱਲੋਂ ਕੁੜੀਆਂ ਨੂੰ ਸਿਲਾਈ ਕਢਾਈ ਸਿਖਾਉਣ ਲਈ ਖੋਲ੍ਹੀ ਬੁਟੀਕ ਵਿੱਚ ਸ਼ਿੰਦਰ ਨੇ ਜਾਣਾ ਸ਼ੁਰੂ ਕਰ ਦਿੱਤਾ। ਕਸ਼ਮੀਰ ਤੇ ਸ਼ਿੰਦਰ ਇੱਕ ਦੂਸਰੇ ਨੂੰ ਚੰਗੇ ਲੱਗਦੇ ਸਨ। ਕਦੀ ਬੋਲ ਵੀ ਸਾਂਝੇ ਕਰ ਲੈਂਦੇ, ਪਰ ਕੋਈ ਵੇਖ ਨਾ ਲਵੇ ਦਾ ਡਰ ਸਦਕਾ ਛੇਤੀ ਕੋਮਲ ਜਿਹੀ ਨਜ਼ਰ ਨਾਲ ਤੱਕਦੇ, ਮਧੁਰ ਜਿਹੀ ਮੁਸਕਰਾਹਟ ਨੂੰ ਮਨ ਦੀ ਪੂੰਜੀ ਬਣਾ ਆਪੋ ਆਪਣੇ ਰਾਹ ਪੈ ਜਾਂਦੇ। ਸਮਾਂ ਲੰਘਦਾ ਗਿਆ। ਫਿਰ ਕੁਝ ਸਿਆਸੀ ਬਾਹੂਬਲੀਆਂ ਨੇ ਕੰਡਿਆਲੀ ਤਾਰ ਅੰਦਰ ਜ਼ਮੀਨ ਚਲੀ ਜਾਣ ਦਾ ਭੈ ਵਿਖਾ ਤਿੰਨਾਂ ਫੌਜੀਆਂ ਤੋਂ ਫਾਰਮ ਹਾਊਸਾਂ ਸਮੇਤ ਪਹਿਲੀ ਖਰੀਦ ਲਈ। ਇਹਨਾਂ ਹੁਕਮਰਾਨ ਪਾਰਟੀਆਂ ਦੇ ਆਗੂਆਂ ਨੇ ਡੇਰੇ, ਫਾਰਮ ਹਾਊਸ ਬਣਾ ਲਏ। ਇਹਨਾਂ ਕੋਲ ਚੋਣਾਂ ਵੇਲੇ ਦੋਵੇਂ ਵੱਡੀਆਂ ਪਾਰਟੀਆਂ ਦੇ ਆਗੂ ਆਉਂਦੇ, ਨਦੀ ਤੇ ਪੱਕਾ ਪੁਲ ਬਣਾਉਣ, ਸੜਕ, ਬਿਜਲੀ ਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਾਅਦੇ ਕਰਦੇ, ਚੋਣ ਜਿੱਤਦੇ ਤੇ ਫਿਰ 5 ਸਾਲਾਂ ਲਈ ਗਾਇਬ ਹੋ ਜਾਂਦੇ। ਹਾਂ, ਦੂਸਰੀ ਵਾਰ ਵਿਧਾਇਕ ਤੇ ਫਿਰ ਰਾਜ ਮੰਤਰੀ ਬਣੇ ਜਥੇਦਾਰ ਨੇ ਪੈਂਟੂਨ ਪੁਲ ਜ਼ਰੂਰ ਬਣਵਾ ਦਿੱਤਾ। ਦੂਸਰਾ ਜਥੇਦਾਰ ਸਾਹਿਬ ਸਰਹੱਦ ਪਾਰੋਂ ਆਉਂਦੇ ਨਸ਼ੀਲੇ ਪਦਾਰਥਾਂ ਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਧੰਦੇਬਾਜ਼ਾਂ ਦੇ ਸਿਰ ਤੇ ਆਪਣਾ ਹੱਥ ਜ਼ਰੂਰ ਰੱਖਦੇ ਸੀ। ਸੁਰੱਖਿਅਤ ਫਾਰਮ ਹਾਊਸ ਇਹਨਾਂ ਧੰਦੇਬਾਜ਼ਾਂ ਦਾ ਮੁੱਖ ਅੱਡਾ ਸੀ। ਧੰਦਾ ਵੱਧ ਫੁੱਲ ਰਿਹਾ ਸੀ। ਮਰਦਮਸ਼ੁਮਾਰੀ ਤੋਂ ਬਾਅਦ ਮਾਸਟਰ ਦੀ ਡਿਊਟੀ ਦੋਵਾਂ ਪਿੰਡਾਂ ਦੀਆਂ ਵੋਟਾਂ ਦੀ ਸੋਧ ਸੁਧਾਈ ਤੇ ਨਵੀਆਂ ਬਣਾਉਣ ਦੀ ਲੱਗ ਗਈ ਸੀ। ਭਾਗੋਵਾਲੇ ਦਾ ਕੰਮ ਤਾਂ ਉਹ ਆਪੇ ਕਰ ਲਿਆ, ਪਰ ਨੀਵੇਂ ਪਿੰਡ ਛੁੱਟੀ ਬਾਅਦ ਉਹਨੂੰ ਕਸ਼ਮੀਰ ਨੂੰ ਲੈ ਜਾਣਾ ਪੈਂਦਾ। ਇਸ ਮਕਸਦ ਲਈ ਜਦੋਂ ਉਹ ਸ਼ਿੰਦਰ ਦੇ ਘਰ ਪਹੁੰਚੇ, ਉਹਦੇ ਘਰ ਵਾਲਿਆਂ ਨੂੰ ਚਾਅ ਚੜ੍ਹ ਗਿਆ। ਸ਼ਿੰਦਰ ਦੇ ਤਾਂ ਪੈਰ ਨਹੀਂ ਸੀ ਭੁੰਜੇ ਲੱਗ ਰਹੇ। ਸ਼ਿੰਦਰ ਆਪਣਾ ਸਿਲਾਈ ਕਢਾਈ ਵਾਲਾ ਕੰਮ ਬੜੇ ਮੋਹ ਨਾਲ ਮਾਸਟਰ ਜੀ ਨੂੰ ਤੇ ਕਸ਼ਮੀਰ ਨੂੰ ਵਿਖਾ ਰਹੀ ਸੀ, ਪਰ ਮਾਸਟਰ ਨੇ ਉਹਨਾਂ ਦੇ ਕੱਚੇ ਘਰ ਦੀ ਸਾਫ਼ ਸਫਾਈ ਤੇ ਲਿਪੀਆਂ ਪੋਚੀਆਂ ਕੰਧਾਂ ਤੇ ਬਣਾਈਆਂ ਕਲਾ ਕਿਰਤੀਆਂ, ਮੋਰ, ਘੁੱਗੀਆਂ ਆਦਿ ਪੰਛੀਆਂ ਦੇ ਚਿੱਤਰ ਪਸੰਦ ਆਏ ਸਨ। ਮਾਸਟਰ ਨੂੰ ਤੀਸਰੀ 'ਚ ਪੜ੍ਹਦੇ ਸ਼ਿੰਦਰ ਦੇ ਭਰਾ ਦੇ ਬਸਤੇ ਦੇ ਦੋਵੇਂ ਪਾਸੇ ਪੱਕੇ ਰੰਗ ਦੇ ਧਾਗਿਆਂ ਦੀ ਬੁਣਤੀ ਨਾਲ ਬਣਾਏ ਤੋਤੇ, ਮੋਰ ਤੇ ਅਜਿਹੇ ਪੰਛੀਆਂ ਦੇ ਚਿੱਤਰ ਯਾਦ ਆਏ। ਉਸ ਸ਼ਿੰਦਰ ਨੂੰ ਸ਼ਾਬਾਸ਼ ਦਿੱਤੀ। ਸ਼ਿੰਦਰ ਨੇ ਮਾਸਟਰ ਜੀ ਨੂੰ ਕਢਾਈ ਵਾਲਾ ਝੋਲਾ ਤੋਹਫੇ ਵਜੋਂ ਭੇਟ ਕੀਤਾ ਤੇ ਓਲਾ ਜਿਹੇ ਮੌਕਾ ਵੇਖ ਕਸ਼ਮੀਰ ਨੂੰ ਬੜਾ ਪਿਆਰਾ ਰੁਮਾਲ ਫੜਾਇਆ ਸੀ। ਪਿੰਡ ਪਰਤ ਰਹੇ ਮਾਸਟਰ ਜੀ ਦੇ ਪਿੱਛੇ ਆਉਂਦਾ ਕਸ਼ਮੀਰ ਬਾਰ-ਬਾਰ ਰੁਮਾਲ ਵੇਖ ਰਿਹਾ ਸੀ। ਇੱਧਰ ਕਸ਼ਮੀਰ ਨੇ ਹਾਇਰ ਸੈਕੰਡਰੀ ਕੀਤੀ, ਉੱਧਰ ਮਾਸਟਰ ਜੀ ਬਤੌਰ ਹੈੱਡ ਟੀਚਰ 10 ਕੁ ਕਿਲੋਮੀਟਰ ਪਿੱਛੇ ਕਾਲਿਆਂਵਾਲੀ ਦੇ ਸਕੂਲ 'ਚ ਨਿਯੁਕਤ ਹੋ ਗਏ। ਦੋਵੇਂ ਪਿੰਡ ਉਦਾਸ ਸਨ, ਕਿਉਂਕਿ ਮਾਸਟਰ ਨੇ ਉਹਨਾਂ ਦੇ ਬੱਚਿਆਂ ਨੂੰ ਬੜੀ ਰੂਹ ਨਾਲ ਪੜ੍ਹਾਇਆ ਸੀ।
ਅਜਿਹੀ ਸਿੱਖਿਆ ਨੂੰ ਸਮਰਪਿਤ ਅਧਿਆਪਕਾਂ ਨੂੰ ਸਮਾਜ ਨੇ ਗੁਰੂ ਦਾ ਰੁਤਬਾ ਦਿੱਤਾ ਹੋਏਗਾ। ਸਾਰੇ ਪਿੰਡਾਂ ਨੇ ਉਦਾਸੀ ਦੇ ਆਲਮ 'ਚ ਮਾਸਟਰ ਜੀ ਨੂੰ ਵਿਦਾ ਕੀਤਾ। ਨਵਾਂ ਸਕੂਲ ਚੰਗਾ ਸੀ, ਪਰ ਮਾਸਟਰ ਨੂੰ ਆਪਣਾ ਪਹਿਲਾ ਸਕੂਲ ਤੇ ਉਹਨਾਂ ਪਿੰਡਾਂ ਦੇ ਭੋਲੇ ਭਾਲੇ ਲੋਕ ਬਹੁਤ ਯਾਦ ਆਉਂਦੇ ਸਨ। ਮਾਸਟਰ ਕਸ਼ਮੀਰ ਨੂੰ ਲੈ ਕੇ ਇਸ ਕਰਕੇ ਵੀ ਚਿੰਤਤ ਸੀ ਕਿਉਂਕਿ JBT ਕਰਨ ਦੇ ਬਾਵਜੂਦ ਉਹ ਆਪ ਕਈ ਸਾਲ ਬੇਰੁਜ਼ਗਾਰੀ ਦੀ ਬੇਰਹਿਮ ਚੱਕੀ 'ਚ ਪਿਸਦਾ ਰਿਹਾ ਸੀ। ਫਿਰ ਕਸ਼ਮੀਰ ਦੇ ਮਾਪਿਆਂ ਦੇ ਆਰਥਿਕ ਸਾਧਨ ਵੀ ਇੰਨੇ ਪੁਖਤਾ ਨਹੀਂ ਸਨ ਕਿ ਉਹਨੂੰ ਕੋਈ ਕੋਰਸ ਜਾਂ ਡਿਪਲੋਮਾ ਕਰਵਾ ਸਕਦੇ। ਮਾਸਟਰ ਇਹ ਵੀ ਜਾਣਦਾ ਸੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਉਹਨੂੰ ਚਾਹੁੰਦਿਆਂ ਵੀ ਕਸ਼ਮੀਰ ਦੀ ਮਦਦ ਨਹੀਂ ਕਰਨ ਦੇਣਗੀਆਂ। ਇਸ ਦੌਰਾਨ ਪਿਛਲੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਤਸਕਰਾਂ ਦੇ ਜਾਲ 'ਚ ਫਸਦੇ ਜਾ ਰਹੇ ਸਨ ਤੇ ਕੁਝ ਮੁੰਡੇ ਬਾਹਰੋਂ ਆਏ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਇੱਧਰ ਉੱਧਰ ਕਰਨ ਜਾਂ ਉਹਨਾਂ ਦੇ ਅੱਡਿਆਂ ਤੱਕ ਪਹੁੰਚਾਉਣ ਦੇ ਕੰਮ 'ਚ ਲੱਗ ਚੁੱਕੇ ਸਨ। ਸਰਪੰਚ ਦਾ ਖਦਸ਼ਾ ਜਾਇਜ਼ ਸੀ ਕਿ ਉਹਨਾਂ ਦੇ ਪਿੰਡਾਂ ਦੇ ਕਸ਼ਮੀਰ ਤੇ ਉਹਦੇ ਵਰਗੇ ਹੋਰ ਨੌਜਵਾਨ ਸਮਗਲਰਾਂ ਦੇ ਢਹਿ ਨਾ ਚੜ੍ਹ ਜਾਣ। ਤਸਕਰਾਂ ਵੱਲੋਂ ਇਹਨਾਂ ਨੂੰ ਮਿਲਦਾ ਮਿਹਨਤਾਨਾ ਸਰਕਾਰ ਵੱਲੋਂ ਠੇਕੇ ਤੇ ਰੱਖੇ ਪੜ੍ਹੇ ਲਿਖੇ ਡਿਗਰੀ ਡਿਪਲੋਮਾ ਧਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੋਂ ਕਿਤੇ ਵੱਧ ਸੀ। ਪਿਛਲੇ ਪਿੰਡਾਂ ਦੀਆਂ ਉਜਾੜ ਥਾਵਾਂ, ਸ਼ਮਸ਼ਾਨ ਘਾਟਾਂ ਤੇ ਖੰਡਰਾਂ ਤੇ ਖੋਲਿਆਂ ਵਿੱਚ ਸਰਿੰਜਾਂ, ਰੱਤੇ, ਟੀਕੇ ਤੇ ਪੱਤਿਆਂ ਦੇ ਪਹਾੜ ਆਦਿ ਪੰਜਾਬ ਦੀ ਜਵਾਨੀ ਦੇ ਨਸ਼ਿਆਂ 'ਚ ਗਲਤਾਨ ਹੋਣ ਦੀਆਂ ਬਾਤਾਂ ਪਾਉਂਦੇ ਸਨ। ਕੁਝ ਦਿਨ ਪਹਿਲਾਂ ਪੁਲਿਸ ਨੇ ਪਿਛਲੇ ਅੱਡੇ ਦੀ ਬਾਹਰਲੀ ਸ਼ਮਸ਼ਾਨ ਘਾਟ ਵਿੱਚ ਕਿਸੇ ਨਸ਼ੇੜੀ ਦੀ ਲਾਸ਼ ਲਿਆਂਦੀ ਸੀ ਜਿਹਦੀ ਦੇਹ 'ਚ ਸਰਿੰਜ ਲੱਗੀ ਹੋਈ ਸੀ ਤਾਂ ਕਿ ਟੀਕਾ ਲਾਉਣ ਸਮੇਂ ਹਰ ਵਾਰ ਨਾੜ ਨਾ ਲੱਭਣੀ ਪਵੇ। ਇਹ ਡਰਾਉਣਾ ਦ੍ਰਿਸ਼ ਵੇਖ ਹੋਰ ਮਾਪਿਆਂ ਵਾਂਗ ਕਸ਼ਮੀਰ ਦਾ ਪਿਓ ਵੀ ਡਰ ਗਿਆ ਸੀ। ਇਸ ਦੌਰਾਨ ਇੱਕ ਹੋਰ ਖਤਰਨਾਕ ਵਰਤਾਰਾ ਵੇਖਣ ਨੂੰ ਮਿਲ ਰਿਹਾ ਸੀ ਕਿ 2-3 ਕਥਿਤ ਏਜੰਟ ਕਸ਼ਮੀਰ ਵਰਗੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਦੁਬਈ ਆਦਿ ਦੇਸ਼ਾਂ ਨੂੰ ਭੇਜਣ ਤੇ ਉੱਥੇ ਜਾ ਕੇ ਵਾਧੂ ਪੈਸਾ ਕਮਾਉਣ ਦੇ ਸਬਜ਼ ਬਾਗ ਵਿਖਾ ਭਰਮਾਉਣ 'ਚ ਲੱਗੇ ਹੋਏ ਸਨ। ਕਸ਼ਮੀਰ ਵੀ ਵਿਦੇਸ਼ ਜਾਣ ਦੀ ਜ਼ਿੱਦ ਕਰਨ ਲੱਗਾ ਸੀ। ਸੋ ਸਰਪੰਚ ਨੇ ਮਾਸਟਰ ਦੀ ਸਲਾਹ ਨਾਲ ਇੱਕ ਜ਼ਮੀਨ ਦਾ ਟੋਟਾ ਬੈਅ ਕੀਤਾ, ਕੁਝ ਪੈਸਾ ਇੱਧਰੋਂ ਉੱਧਰੋਂ ਫੜਿਆ ਤੇ 2 ਲੱਖ ਜਾ ਏਜੰਟ ਦੇ ਹੱਥ ਧਰਿਆ। ਸਾਰਾ ਪਿੰਡ ਖੁਸ਼ ਸੀ ਕਿ ਉਹਨਾਂ ਦੇ ਪਿੰਡ ਦਾ ਕੋਈ ਪਹਿਲਾ ਹਾਇਰ ਸੈਕੰਡਰੀ ਪਾਸ ਮੁੰਡਾ ਵਿਦੇਸ਼ ਚੱਲਿਆ। ਸਰਪੰਚ ਕਿਹਾ ਆਪਣੇ ਭਾਈਚਾਰੇ ਨਾਲ ਪੀਰ ਦੀ ਜਗ੍ਹਾ ਤੇ ਚਾਦਰ ਚੜਾ ਕੇ ਮਿੱਠੇ ਚੌਲਾਂ ਦੀ ਦੇਗ ਦਿੱਤੀ। ਜਸ਼ਨ 'ਚ ਦੋਵੇਂ ਪਿੰਡਾਂ ਦੀ ਸ਼ਰੀਕਾ ਬਰਾਦਰੀ, ਰਿਸ਼ਤੇਦਾਰੀ, ਮਾਸਟਰ ਤੇ ਸ਼ਿੰਦਰ ਦਾ ਪਰਿਵਾਰ ਸ਼ਾਮਲ ਸਨ। ਪਾਰਟੀ ਦੌਰਾਨ ਮਾਸਟਰ ਨੇ ਮਹਿਸੂਸ ਕੀਤਾ ਕਿ ਕਸ਼ਮੀਰ ਤੇ ਸ਼ਿੰਦਰ ਦੇ ਦੋਵੇਂ ਪਰਿਵਾਰ ਕਸ਼ਮੀਰ ਸ਼ਿੰਦਰ ਦੀ ਜੋੜੀ ਬਣਾਉਣ ਦਾ ਸੁਪਨਾ ਬੁਣ ਰਹੇ ਸਨ, ਜੋ ਉਹਨੂੰ ਚੰਗਾ ਲੱਗਾ। ਫਿਰ ਇੱਕ ਦਿਨ ਕਸ਼ਮੀਰ ਨੇ ਮੌਕਾ ਮਿਲਣ ਤੇ ਸ਼ਿੰਦਰ ਨੂੰ ਉਹਨਾਂ ਦੇ ਘਰ ਕਿਹਾ ਸੀ, 2 ਸਾਲਾਂ ਦੀ ਤਾਂ ਗੱਲ ਹੈ, ਝੱਟ ਲੰਘ ਜਾਣਗੇ, ਮੈਂ ਕੁਝ ਬਣ ਕੇ ਆਵਾਂਗਾ, ਤੂੰ ਇਹਨਾਂ ਮੋਰ ਘੁੱਗੀਆਂ ਦਾ ਖਿਆਲ ਰੱਖੀ। ਕੁਝ ਦਿਨਾਂ ਬਾਅਦ ਏਜੰਟ ਕਸ਼ਮੀਰ ਸਮੇਤ ਵੀਜ਼ਾ ਲੱਗਣ ਵਾਲੀ ਟੋਲੀ ਨੂੰ ਦੁਬਈ ਵਾਲੇ ਜਹਾਜ਼ੇ ਚੜ੍ਹਾ ਆਇਆ। ਦੁਬਈ ਏਅਰਪੋਰਟ ਤੋਂ ਕੰਪਨੀ ਦੇ ਮੁਲਾਜ਼ਮ ਉਹਨਾਂ ਨੂੰ ਕੈਂਪ 'ਚ ਲੈ ਗਏ। ਕੰਪਨੀ ਨੇ ਪਾਸਪੋਰਟ ਆਦਿ ਦਸਤਾਵੇਜ਼ ਲੈ, ਚਾਹੇ ਕੋਈ ਡਿਪਲੋਮਾ ਹੋਲਡਰ, ਮਕੈਨਿਕ ਤੇ ਪਲੰਬਰ ਆਦਿ ਸੀ, ਸਾਰਿਆਂ ਨੂੰ ਲੇਬਰ ਦੇ ਕੰਮ ਤੇ ਲਗਾ ਦਿੱਤਾ। 1.5 ਕੁ ਸਾਲ ਕਸ਼ਮੀਰ ਦਾ ਮਾਸਟਰ ਰਾਹੀਂ ਆਪਣੇ ਪਰਿਵਾਰ ਨਾਲ ਸੰਪਰਕ ਬਣਿਆ ਰਿਹਾ। ਉਹਨੇ 3 ਕੁ ਵਾਰ ਪੈਸੇ ਵੀ ਭਿਜਵਾਏ ਸਨ। ਫਿਰ ਉਸ ਨਾਲੋਂ ਰਾਬਤਾ ਟੁੱਟ ਗਿਆ, ਉਹਦਾ ਨੰਬਰ ਬੰਦ ਹੋ ਗਿਆ। ਮਾਪੇ ਉਹਦੀ ਸੁੱਖ ਸਾਂਦ ਜਾਣਨ ਲਈ ਵਿਆਕੁਲ ਹੋ ਰਹੇ ਸਨ, ਜਿਗਰ ਦੇ ਟੁਕੜੇ ਨੂੰ ਮਿਲਣ ਲਈ ਤੜਫ ਰਹੇ ਸਨ, ਪਰ ਪਤਾ ਨਹੀਂ ਸੀ ਲੱਗ ਰਿਹਾ, ਏਜੰਟ ਵੀ ਨਹੀਂ ਸੀ ਲੱਭ ਰਿਹਾ। ਉਧਰ ਮਰ ਖਪ ਗਿਆ ਸਮਝ ਸ਼ਿੰਦਰ ਦੇ ਮਾਪਿਆਂ ਨੇ 5-7 ਕਿਲੋਮੀਟਰ ਦੂਰ ਚੜ੍ਹਦੇ ਵੱਲ ਤੁਸੀਂ ਬੰਨ ਨੇੜੇ ਪੈਂਦੇ ਪਿੰਡ ਜਾਫਰਪੁਰ ਦੇ ਆਪਣੇ ਭਾਈਚਾਰੇ ਦਾ ਕਾਮਾ ਮੁੰਡਾ ਵੇਖ ਆਪਣੀ ਲਾਡਲੀ ਧੀ ਦੇ ਹੱਥ ਪੀਲੇ ਕਰ ਦਿੱਤੇ ਸਨ। ਸ਼ਿੰਦਰ ਦਾ ਸਹੁਰਾ ਪਿੰਡ ਵੀ ਇਹਨਾਂ ਦੇ ਵਰਗਾ ਪਿਛੜਿਆ ਹੀ ਸੀ। ਸ਼ਿੰਦਰ ਅਕਸਰ ਕਸ਼ਮੀਰ ਦੇ ਗੁੰਮ ਹੋ ਜਾਣ ਬਾਰੇ ਮਨ ਹੀ ਮਨ ਚਿੰਤਾ ਕਰਦੀ ਉਹਦੀ ਖੈਰ ਸੁੱਖ ਲਈ ਸ਼ਿੰਦਰ ਨੇ ਪੀਰ ਦੀ ਜਗ੍ਹਾ ਮੰਨਤ ਮੰਗੀ ਸੀ। ਦਿਨ ਲੰਘਦੇ ਗਏ। ਉਸ ਮਨਹੂਸ ਰਾਤ ਪਿਛਲੇ ਉੱਚੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਲਾਊਡ ਸਪੀਕਰ ਤੇ ਸੂਚਨਾ ਦਿੱਤੀ ਸੀ ਕਿ ਨੀਵੇਂ ਪਿੰਡ ਵਾਲਿਓ, ਤਹਿਸੀਲ ਵੱਲੋਂ ਸੂਚਨਾ ਆਈ ਹੈ ਕਿ ਹੜ੍ਹ ਦਾ ਪਾਣੀ ਚੜ੍ਹ ਰਿਹਾ, ਆਪੋ ਆਪਣਾ ਬਚਾਅ ਕਰ ਲਓ। ਫਿਰ ਬੇਬਹਾ ਸ਼ੂਕ ਦਾ ਗੇਰੂਆ ਹੜ੍ਹ ਦਾ ਪਾਣੀ ਚੜ੍ਹ ਆਇਆ। ਭਾਗੂਵਾਲ ਦੀ ਵਸੋਂ ਥੇ ਉੱਤੇ ਹੋਣ ਕਰਕੇ ਕੁਝ ਗੁਰਦੁਆਰੇ ਤੇ ਧਰਮਸ਼ਾਲਾ ਦੀਆਂ ਛੱਤਾਂ ਤੇ ਆਸਰੇ ਕਰਕੇ ਕੁਝ ਬਚਾਅ ਹੋ ਗਿਆ ਸੀ, ਪਰ ਨੀਵੇਂ ਪਿੰਡ ਦਾ ਤਾਂ ਨਾਮ ਨਿਸ਼ਾਨ ਮਿਟ ਗਿਆ ਸੀ। ਪਹਾੜਾਂ ਤੇ ਭਾਰੀ ਬਾਰਿਸ਼ ਕਰਕੇ ਜਦੋਂ ਝੀਲ ਦਾ ਪਾਣੀ ਖਤਰੇ ਦਾ ਨਿਸ਼ਾਨ ਟੱਪ ਗਿਆ ਤਾਂ ਹੰਗਾਮੀ ਗੇਟ ਖੋਲ੍ਹਣੇ ਪਏ ਸਨ, ਜੋ ਭਿਆਨਕ ਹੜ੍ਹ ਦਾ ਕਾਰਨ ਬਣਿਆ। ਹੜ੍ਹ 'ਚ ਘਰ, ਫਸਲਵਾੜੀ ਤੇ ਮਾਲ ਡੰਗਰ ਸਭ ਰੁੜ ਗਿਆ। ਨੀਵੇਂ ਪਿੰਡ ਦੇ ਰੁੱਖਾਂ ਤੇ ਚੜ੍ਹ ਕੇ ਬੱਚੇ ਬੰਦਿਆਂ ਦੱਸਿਆ ਸੀ ਕਿ ਜਦੋਂ ਔਰਤਾਂ ਤੇ ਬੱਚੇ ਪੌੜੀ ਰਾਹੀਂ ਲੱਖ ਦਾਤੇ ਦੀ ਦਰਗਾਹ ਤੇ ਲੰਮੇ ਵਰਾਂਡੇ ਦੀ
ਛੱਤ ਉੱਪਰ ਚੜ੍ਹ ਰਹੇ ਸਨ ਤਾਂ ਹੜ੍ਹ ਦੇ ਤੇਜ਼ ਵਹਾਅ ਕਰਕੇ ਪੌੜੀ ਸਮੇਤ ਬੱਚਾ ਚੁੱਕੀ ਛਿੰਦਰ ਦਾ ਘਰਵਾਲਾ ਤੇ ਆਖਰੀ ਡੰਡੇ ਤੇ ਪਹੁੰਚੀ ਛਿੰਦਰ ਰੁੜ ਗਏ। ਰੁੜਦੀ ਜਾ ਰਹੀ ਛਿੰਦਰ ਦਾ ਹੱਥ ਰੁੱਖ ਦੇ ਟਹਿਣੀ ਨੂੰ ਪੈ ਗਿਆ ਤੇ ਉਹਨੇ ਉਸ ਨਾਲ ਚੰਬੜ ਕੇ ਆਪਣੀ ਜਾਨ ਬਚਾ ਲਈ। ਛਿੰਦਰ ਲਈ ਇਹ ਸਦਮਾ ਸਹਿ ਨਹੀਂ, ਬੜਾ ਜਾਨਲੇਵਾ ਵੀ ਸੀ। ਕੁਦਰਤ ਦੀ ਇਸ ਬੇਰਹਿਮ ਕਰੋਪੀ ਨੇ ਨਾ ਸਿਰਫ ਉਹਦੇ ਆਪਣੇ ਹੀ ਖੋਹ ਲਏ ਸਨ, ਸਗੋਂ ਉਹਨੂੰ ਨੀਮ ਪਾਗਲ ਬਣਾ ਦਿੱਤਾ ਸੀ। ਉਹ ਬੇਸੁਰਤੀ ਜਿਹੀ 'ਚ ਭਟਕਦੀ ਰਹਿੰਦੀ ਸੀ। ਉਹ ਕਦੀ ਕਸ਼ਮੀਰ ਦੇ ਗਰਕ ਹੋ ਚੁੱਕੇ ਪਿੰਡ ਦੇ ਖੋਲਿਆਂ ਨੂੰ ਵੇਖਣ ਤੁਰ ਜਾਂਦੀ ਤੇ ਕਦੀ ਆਪਣੇ ਨੀਵੇਂ ਆਪ ਪਿੰਡ ਦੇ ਮਿਟ ਗਏ ਨਾਮੋ ਨਿਸ਼ਾਨ ਲੱਭਣ ਲੱਗਦੀ ਸੀ। ਦਰਗਾਹ ਦਾ ਮਲਬਾ ਨਵੇਂ ਪਿੰਡ ਦੀ ਉਸਾਰੀ 'ਚ ਲੱਗ ਗਿਆ ਸੀ। ਆਖਰ ਉਹਨੇ ਉਸ ਜੀਵਨ ਦਾਨ ਦੇਣ ਵਾਲੇ ਰੁੱਖ ਨੂੰ ਪਛਾਣ ਲਿਆ। ਫਿਰ ਕਾਈ ਸਰਕੰਡਾ ਪਾਰ ਕਰ ਆਪਣੇ ਘਰ ਦੇ ਖੰਡਰ ਲੱਭ ਲਏ। ਮਿੱਟੀ 'ਚ ਦੱਬਿਆ ਉਹਦੇ ਛੋਟੇ ਭਰਾ ਦਾ ਖਸਤਾ ਹਾਲ ਬਸਤਾ ਮਿਲ ਗਿਆ। ਬਸਤੇ ਤੇ ਉਹਦੇ ਧਾਗੇ ਨਾਲ ਕੱਢੇ ਧੁੰਦਲੇ ਜਿਹੇ ਤੋਤੇ ਤੇ ਮੋਰ ਘੁੱਗੀਆਂ ਮਹਿਫੂਜ਼ ਸਨ। ਉਹ ਬਿਨਾਂ ਨਾਗਾ ਇੱਧਰ ਆਉਂਦੀ, ਇੱਥੇ ਬੈਠ ਉਹਨੂੰ ਬੜਾ ਸਕੂਨ ਮਿਲਦਾ ਸੀ। ਇਹਨਾਂ ਬੇਰਹਿਮ ਸਦਮਿਆਂ ਨੇ ਕਸ਼ਮੀਰ ਨੂੰ ਤੋੜ ਕੇ ਰੱਖ ਦਿੱਤਾ ਸੀ। ਉਹ ਛਿੰਦਰ ਹੋਰਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਰਿਹਾ ਸੀ, ਪਰ ਦੁਬਈ ਬੰਧਕ ਬਣਿਆ ਮਜਬੂਰ ਸੀ। ਉਹਦੇ ਬਣਾਏ ਮੋਰ ਘੁੱਗੀਆਂ ਦੇ ਜੋੜੇ ਤਾਂ ਉਹਦੇ ਮਨ ਵਿੱਚ ਵਸੇ ਹੋਏ ਸੀ। ਭਟਕਦਾ ਕਸ਼ਮੀਰ ਵੀ ਨਵੇਂ ਪਿੰਡ ਦੇ ਖੰਡਰਾਂ 'ਚ ਜਾ ਪਹੁੰਚਿਆ। ਅਚਾਨਕ ਇੱਕ ਗੱਡੇ ਕਿੱਲੇ ਨਾਲ ਠੇਡਾ ਖਾ ਡਿਗੂ ਡਿਗੂ ਕਰਦੇ ਕੰਧ ਕੋਲੇ 'ਚ ਜਾ ਵੱਜਾ। ਸਾਹਮਣੇ ਰੁਲੀ ਖੁਲੀ ਜਿਹੀ ਹੱਡੀਆਂ ਦੀ ਮੁੱਠ ਬਣੀ ਬੈਠੀ ਛਿੰਦਰ ਉਹਨੂੰ ਘੂਰਦੀ ਪਛਾਣਨ ਦਾ ਯਤਨ ਕਰ ਰਹੀ ਸੀ ਤੇ ਕਸ਼ਮੀਰ ਉਹਦੀਆਂ ਸਿਆਹ ਅੱਖਾਂ ਵਿੱਚੋਂ ਪੀੜ ਦਾ ਲੰਮਾ ਸਿਲਸਿਲਾ ਤੱਕ ਰਿਹਾ ਸੀ। ਫਿਰ ਹੌਲੀ ਜਿਹੀ ਛਿੰਦਰ ਵੱਲ ਵਧਿਆ। ਉਹਨੂੰ ਕੰਧ ਕੋਲੇ ਤੋਂ ਵੈਣ ਪਾਉਂਦਾ ਮੋਰ ਘੁੱਗੀਆਂ ਦਾ ਮਾਤਮ ਮਹਿਸੂਸ ਹੋਇਆ। ਕਸ਼ਮੀਰ ਛਿੰਦਰ ਨੂੰ ਸਹਾਰਾ ਦੇ ਆਪਣੇ ਉੱਚੇ ਪਿੰਡ ਵੱਲ ਲੈ ਜਾ ਰਿਹਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਤਰਕਾਲਾਂ ਦੇ ਸਿਆਹ ਰੰਗ। ਪਿਛਲੇ ਹਫ਼ਤੇ ਭਰ ਤੋਂ ਉੱਡੂ ਉੱਡੂ ਦਾ ਅਭਿਆਸ ਕਰ ਰਹੇ ਗੁਟਾਰਾਂ ਦੇ ਦੋਵੇਂ ਬੱਚੇ ਪਤਾ ਨਹੀਂ ਕਦੋਂ ਆਲ੍ਹਣੇ ਨੂੰ ਅਲਵਿਦਾ ਕਹਿ, ਕਦੇ ਨਾ ਪਰਤਣ ਲਈ ਨਾ ਜਾਣੇ ਕਿਹੜੀਆਂ ਅਣਜਾਣ ਪਨਾਹਗਾਰਾਂ ਵੱਲ ਉਡਾਰੀ ਮਾਰ ਗਏ ਸਨ। ਪਿੱਛੇ ਛੱਡ ਗਏ ਡੂੰਘੀ ਸ਼ਾਮ ਦੇ ਕੁਸਮੁਸੇ ਵਰਗਾ ਮਾਤਮ ਮਨਾ ਰਿਹਾ ਬੇਜਾਨ ਤੇ ਉਦਾਸ ਪੰਛੀਆਂ ਦਾ ਜੋੜਾ। ਸੁੱਕਾ ਘਾਹ, ਪੱਤੇ, ਨਿੱਕੀਆਂ ਨਿੱਕੀਆਂ ਸੁੱਕੀਆਂ ਟਾਹਣੀਆਂ, ਖੰਭ, ਤੂੜੀ ਦੇ ਤੀਲੇ ਆਦਿ ਹੋਰ ਕੱਖ ਕਾਨ ਕਿਸੇ ਕਬਰ ਦਾ ਅਹਿਸਾਸ ਕਰਵਾ ਰਹੇ ਸਨ। ਅੰਦਰ ਬਾਹਰ ਵੀਰਾਨੀ ਤੇ ਉਜਾੜਾ, ਬੁਰੀ ਤਰ੍ਹਾਂ ਟੁੱਟ ਚੁੱਕਾ ਇਹ ਜੋੜਾ ਸਾਡੇ ਘਰ ਦੀ ਛੱਤ, ਜਾਮਨੂ ਦੇ ਰੁੱਖ ਦੀਆਂ ਟਾਹਣੀਆਂ, ਕੇਬਲ ਦੀਆਂ ਤਾਰਾਂ, ਡਿਸ਼ ਦੇ ਤਵੇ ਉੱਤੇ ਪਾਣੀ ਦੀ ਟੈਂਕੀ ਆਦਿ ਤੇ ਬੈਠੇ ਕਲੋਲਾਂ ਕਰਦੇ, ਉੱਡਦੇ ਇੱਕ ਦੂਸਰੇ ਨੂੰ ਚੁੰਝਾਂ ਮਾਰਦੇ, ਖੰਭ ਫੋਲਦੇ ਤੇ ਰਾਤ ਨੂੰ ਇੱਧਰ ਉੱਪਰ ਕਿਧਰੇ ਰਹਿਣ ਬਸੇਰਾ ਕਰ ਲੈਂਦੇ ਸੀ। ਫਿਰ ਇਹਨਾਂ ਨੇ ਸਾਡੇ ਚੁਬਾਰੇ ਦੇ ਦਰਵਾਜ਼ੇ ਉੱਪਰ ਬਾਰਿਸ਼ ਦੀ ਝੰਬ ਤੇ ਸਿੱਧੀ ਪੈਂਦੀ ਧੁੱਪ ਤੋਂ ਬਚਾਅ ਲਈ ਬਣਾਏ ਛੋਟੇ ਜਿਹੇ ਵਰਾਂਡੇ ਹੇਠਲੇ ਸ਼ੈਲਫਨੁਮਾ ਵਾਧੇ ਉੱਤੇ ਆਪਣਾ ਆਸ਼ਿਆਨਾ ਬਣਾ ਲਿਆ। ਇਹ ਛੋਟਾ ਜਿਹਾ ਵਾਧਾ ਉੱਪਰਲੀ ਛੱਤ ਹੇਠਾਂ ਤੇ ਦਰਵਾਜ਼ੇ ਦੇ ਉੱਪਰ ਬਣਿਆ ਹੋਣ ਕਰਕੇ ਕੁੱਤੇ, ਬਿੱਲੀ ਤੇ ਕਾਂ ਆਦਿ ਤੋਂ ਸੁਰੱਖਿਅਤ ਸੀ। ਮੈਂ ਇਸ ਜੋੜੇ ਲਈ ਨੇਮ ਨਾਲ ਚੋਗਾ ਤੇ ਪਾਣੀ ਆਦਿ ਰੱਖਣ ਲੱਗ ਪਿਆ। ਫਿਰ ਮੈਂ ਇਸ ਜੋੜੇ ਨੂੰ ਇੱਕ ਦੂਸਰੇ ਦੁਆਲੇ ਗੇੜੇ ਕੱਢਦਿਆਂ, ਚੁੰਝਾਂ ਪੜਾਉਂਦਿਆਂ, ਇੱਕ ਦੂਸਰੇ ਦੀਆਂ ਚੁੰਝਾਂ 'ਚ ਚੁੰਝਾਂ ਪਾਉਂਦਿਆਂ ਕੁਦਰਤੀ ਖੇਡ ਖੇਡਦਿਆਂ ਨੂੰ ਵੇਖਦਾ ਰਿਹਾ। ਚਿੜੀਆਂ ਲੋਪ ਹੋ ਗਈਆਂ ਜਾਂ ਅਸਾਂ ਉਹਨਾਂ ਨੂੰ ਜਲਾਵਤਨੀ ਲਈ ਮਜਬੂਰ ਕਰ ਉਡਾ ਦਿੱਤਾ। ਪਹਿਲਾਂ ਕਥਿਤ ਆਧੁਨਿਕਤਾ ਤੇ ਸ਼ਹਿਰੀਕਰਨ ਤੋਂ ਪਿੰਡ ਬਚੇ ਸਨ। ਇਹ ਚਿੜੀਆਂ ਘਰਾਂ ਦਾ ਸ਼ਿੰਗਾਰ ਤੇ ਵਿਹੜਿਆਂ ਦੀ ਬਹਾਰ ਹੁੰਦੀਆਂ ਸਨ। ਚਿੜੀਆਂ ਦੀ ਚਹਿਚਹਾਟ ਤੇ ਚੀਂ ਚੀਂ ਦਾ ਸ਼ੋਰ ਘਰ ਦੇ ਸਾਰੇ ਜੀਆਂ ਨੂੰ ਅੰਮ੍ਰਿਤ ਵੇਲੇ ਉਠਾਉਂਦਾ ਸੀ। ਲੜਦੀਆਂ ਤੇ ਚੀਕ ਚਿਹਾੜਾ ਪਾਉਂਦੀਆਂ ਚਿੜੀਆਂ ਸਭ ਨੂੰ ਚੰਗੀਆਂ ਲੱਗਦੀਆਂ ਸਨ। ਪੀਣ ਲਈ ਰੱਖੇ ਪਾਣੀ ਦੇ ਬੱਠਲ 'ਚੋਂ ਪਾਣੀ ਪੀਂਦੀਆਂ, ਚੁੰਝਾਂ ਭਰ ਭਰ ਪਾਣੀ ਉਡਾਉਂਦੀਆਂ, ਨਹਾਉਂਦੀਆਂ, ਬਰਸਾਤ 'ਚ ਭਿੱਜਦੀਆਂ, ਫਿਰ ਖੰਭਾਂ ਨੂੰ ਫੋਲਦੀਆਂ, ਨਿੱਕੀਆਂ ਨਿੱਕੀਆਂ ਉਡਾਣਾਂ ਭਰਦੀਆਂ, ਇੱਕ ਦੂਸਰੀ ਦੇ ਪਿੱਛੇ ਦੌੜ ਦੌੜ ਚੁੰਝਾਂ ਮਾਰ ਮਾਰ ਖੇਡਦੀਆਂ, ਸਭ ਬੱਚਿਆਂ ਦਾ ਮਨ ਮੋਹ ਲੈਂਦੀਆਂ ਸਨ। ਰੁੱਖਾਂ ਦੀਆਂ ਟਾਹਣੀਆਂ ਉੱਪਰ ਬੈਠ ਮਿੱਠੜੇ ਗੀਤ ਗਾਉਂਦੀਆਂ ਸਾਡੇ ਪੇਂਡੂ ਘਰਾਂ ਦੀ ਰੌਣਕ ਹੁੰਦੀਆਂ ਸਨ। ਘਰਾਂ ਵਿੱਚੋਂ ਤੇ ਆਸ-ਪਾਸ ਦੇ ਖੇਤਾਂ ਵਿੱਚੋਂ ਚਿੜੀਆਂ ਤੇ ਹੋਰ ਪੰਖ ਪਖੇਰੀਆਂ ਨੂੰ ਬੜੀ ਆਸਾਨੀ ਨਾਲ ਚੋਗਾ ਪਾਣੀ ਮਿਲ ਜਾਂਦਾ ਸੀ। ਇਹਨਾਂ ਚਿੜੀਆਂ ਨੂੰ ਆਪਣੇ ਆਲ੍ਹਣੇ ਬਣਾਉਣ ਲਈ ਕੱਚੇ ਘਰਾਂ ਦੀਆਂ ਸ਼ਤੀਰਾਂ ਤੇ ਬਾਲਿਆਂ ਵਾਲੀਆਂ ਛੱਤਾਂ ਦੀਆਂ ਵਿੱਥਾਂ ਵਿੱਚ ਸੁਰੱਖਿਅਤ ਜਗ੍ਹਾ ਮਿਲ ਜਾਂਦੀ ਸੀ। ਪਰ ਫਿਰ ਜਦੋਂ ਪਿੰਡਾਂ ਦੀਆਂ ਛੱਤਾਂ ਗਾਡਰਾਂ, ਸਰੀਏ, ਸੀਮੈਂਟ ਦੇ ਭਾਵ ਕੰਕਰੀਟ ਤੇ ਲੈਂਟਰਾਂ ਵਾਲੀਆਂ ਪੈਣ ਲੱਗੀਆਂ
ਤਾਂ ਪੰਛੀਆਂ ਦੇ ਰਹਿਣ ਬਸੇਰਿਆਂ ਲਈ ਥਾਂ ਹੀ ਨਹੀਂ ਰਹੀ। ਘਰਾਂ ਦੇ ਵਿਹੜਿਆਂ ਵਿੱਚੋਂ ਤੇ ਆਲੇ ਦੁਆਲੇ ਰੁੱਖਾਂ ਦੇ ਵੱਢੇ ਜਾਣ ਨਾਲ ਆਬੋ ਹਵਾ ਦੂਸ਼ਿਤ ਹੋ ਗਈ। ਪੰਖ ਪਖੇਰੂਆਂ ਦੀ ਹਿਜਰਤ ਕਾਰਨ ਘਰਾਂ ਦੇ ਵਿਹੜੇ ਵੀ ਸੁੰਨੇ ਹੋਣੇ ਸ਼ੁਰੂ ਹੋ ਗਏ। ਹੁਣ ਵਿਚਾਰੀਆਂ ਚਿੜੀਆਂ ਆਪਣੇ ਆਲ੍ਹਣੇ ਕਿੱਥੇ ਬਣਾਉਂਦੀਆਂ, ਕਿੱਥੇ ਅੰਡੇ ਦਿੰਦੀਆਂ, ਕਿੱਥੇ ਆਪਣੇ ਬੋਟਾਂ ਨੂੰ ਚੋਗ ਚੁਗਾਉਂਦੀਆਂ। ਮੋਬਾਈਲ ਟਾਵਰਾਂ ਦੀਆਂ ਤਰੰਗਾਂ ਤੇ ਕੀਟਨਾਸ਼ਕ ਸਪਰੇਆਂ ਨੇ ਚਿੜੀਆਂ ਨੂੰ ਹੋਰ ਪੰਛੀਆਂ ਸਮੇਤ ਘਰਾਂ 'ਚੋਂ ਲੋਪ ਕਰ ਦਿੱਤਾ। ਉਹ ਉਜਾੜੇ ਦੀ ਬਦੌਲਤ ਸ਼ਰਨਾਰਥਣਾਂ ਬਣ ਗਾਇਬ ਹੋ ਗਈਆਂ। ਸਾਡੇ ਪੁਰਖੇ, ਸਾਡੇ ਵੱਡੇ ਵਡੇਰੇ ਚਿੜੀਆਂ ਤੇ ਹੋਰ ਪੰਛੀਆਂ ਨੂੰ ਮੁਹੱਬਤ ਤੇ ਮੋਹ ਮਮਤਾ ਨਾਲ ਪਾਲਦੇ ਸਨ। ਉਹਨਾਂ ਦੀ ਸੋਚ ਸੀ ਕਿ ਇਹਨਾਂ ਪੰਛੀਆਂ ਤੋਂ ਬਿਨਾਂ ਮਾਨਵ ਦੀ ਜ਼ਿੰਦਗੀ ਬੜੀ ਨੀਰਸ ਹੋ ਜਾਏਗੀ। ਸਰਗੀ ਵੇਲੇ ਨੂੰ ਇਹ ਪੰਖ ਪਖੇਰੂ ਆਪਣੀ ਮਧੁਰ ਤੇ ਸੁਰੀਲੀ ਚਹਿਚਹਾਟ ਨਾਲ ਸਰਸ਼ਾਰ ਕਰਦੇ ਸਨ। ਆਪਣੇ ਮਧੁਰ ਸੰਗੀਤ ਦੀ ਮਿਠਾਸ ਨਾਲ ਸਾਡੇ ਕੰਨਾਂ 'ਚ ਮਹਿਕ ਰਸ ਘੋਲਦੇ ਸੀ। ਪੌ ਫੁਟਾਲੇ ਜਦੋਂ ਚਿੜੀ ਚੂਕਦੀ ਸੀ ਤਾਂ ਹਾਲੀ ਹਲ ਜੋੜ ਖੇਤ ਵਾਹੁਣ ਲਈ ਤੁਰਦੇ ਸਨ। ਬੁਲਬੁਲਾਂ, ਘੁੱਗੀਆਂ, ਲਾਲੜੀਆਂ ਆਦਿ ਨਿੱਕੇ ਪੰਛੀ ਬਲਦਾਂ ਦੀਆਂ ਜੋਗਾਂ ਉੱਪਰ ਉੱਡਦੇ ਚੀਂ ਚੀਂ ਦਾ ਸ਼ੋਰ ਕਰਦੇ ਤੇ ਉਹਨਾਂ ਦੇ ਸਿਰਾਂ ਤੇ ਬੈਠਦੇ। ਬਲਦਾਂ ਦੇ ਗਲਾਂ 'ਚ ਪਈਆਂ ਹਮੇਲਾਂ ਦਾ ਸੰਗੀਤ ਸੁਣਦੇ। ਪੰਛੀਆਂ ਦਾ ਚਹਿਕਣਾ ਸੁਣ ਪਾਂਧੀ ਆਪਣੇ ਲਮੇਰੇ ਪੰਧਾਂ ਨੂੰ ਨਿਬੇੜਨ ਲਈ ਤੁਰਦੇ ਸਨ। ਇਹਨਾਂ ਪਰਿੰਦਿਆਂ ਦੀ ਸੰਗੀਤਕ ਬੋਲਬਾਣੀ ਸੁਣ ਸੁਆਣੀਆਂ ਦਹੀਂ ਦੀਆਂ ਚਾਟੀਆਂ 'ਚ ਮਧਾਣੀਆਂ ਪਾ ਲੋਏ ਲੋਏ ਦੁੱਧ ਰਿੜਕਾਂ ਗੁਣਗੁਣਾਉਂਦੀਆਂ ਲੱਸੀ ਮੱਖਣ ਦੀ ਲਹਿਰ ਬਹਿਰ ਕਰ ਦਿੰਦੀਆਂ ਸਨ। ਕਿੰਨੇ ਭਲੇ ਦਿਨ ਸਨ। ਬਕੌਲ ਗੁਰਦਾਸ ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ। ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ ਸੀ। ਘਰਾਂ 'ਚ ਨਿਰਸੰਦੇਹ ਰੱਬ ਵਸਦਾ ਸੀ। ਅਜੋਕੇ ਬੇਦਰਦ ਸਮਿਆਂ 'ਚ ਅਸਾਂ ਆਪ ਹੀ ਕਾਦਰ ਦੀ ਕੁਦਰਤ ਦੇ ਵਰਦਾਨ ਹਰੇ ਭਰੇ ਜੰਗਲ ਉਜਾੜ ਦਿੱਤੇ। ਜੰਗਲ ਤਾਂ ਕੀ, ਅਸੀਂ ਤਾਂ ਜੇਠ ਹਾੜ ਦੀਆਂ ਤਿੱਖੀਆਂ ਧੁੱਪਾਂ ਤੇ ਲੂਆਂ ਦੇ ਲਫੇੜਿਆਂ ਤੋਂ ਰਾਹਤ ਦੇਣ ਵਾਲੇ ਤੇ ਮਾਂ ਵਰਗੀ ਮਿੱਠੀ ਛਾਂ ਦੇਣ ਵਾਲੇ ਰੁੱਖਾਂ ਨੂੰ ਵੀ ਨਹੀਂ ਬਖਸ਼ਿਆ। ਹਰੇ ਭਰੇ ਰੁੱਖ ਜਿਹੜੇ ਸਾਡੇ ਘਰਾਂ ਦੇ ਵਿਹੜਿਆਂ ਦੀ ਸ਼ਾਨ ਹੁੰਦੇ ਸਨ, ਅਸਲ 'ਚ ਸਾਡੇ ਪੰਛੀਆਂ ਪ੍ਰਤੀ ਮਾੜੇ ਵਤੀਰੇ ਕਰਕੇ ਰੁੱਖ ਵੀ ਫਾਲਤੂ, ਬੇਲੋੜੇ ਤੇ ਬੇਕਦਰੇ ਜਿਹੇ ਮਹਿਸੂਸ ਕਰਨ ਲੱਗ ਪਏ ਸਨ। ਰੁੱਖਾਂ ਦੇ ਕੱਟੇ ਜਾਣ ਕਰਕੇ ਸਾਡੇ ਹਮਸਾਏ ਪੰਛੀਆਂ ਦੇ ਰਹਿਣ ਬਸੇਰੇ ਵੀ ਉੱਜੜ ਗਏ। ਜੇ ਆਲ੍ਹਣੇ ਹੀ ਨਾ ਰਹੇ ਤੇ ਅੱਗੇ ਵੰਸ਼ ਕਿਸ ਤਰ੍ਹਾਂ ਵਧਣੀ ਸੀ। ਉਹ ਹਿਜਰਤ ਕਰ ਗਏ, ਪਨਾਹਗੀਰ ਹੋ ਗਏ। ਮੈਂ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਆਦਿ ਕਥਨ ਉੱਪਰ ਇੱਕ ਪੰਛੀ ਝਾਤ ਮਾਰਦਾ ਹਾਂ। ਘਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਇੱਕ ਨਿੱਜੀ ਸਕੂਲ 'ਚ ਬਤੌਰ ਅਧਿਆਪਕ ਨੌਕਰੀ ਮਿਲੀ ਸੀ। ਨਵੀਂ ਸ਼ਾਦੀ ਤੇ ਨਵੀਂ ਨੌਕਰੀ, ਸੋ ਨੌਕਰੀ ਵਾਲੇ ਕਸਬੇ 'ਚ ਰਿਹਾਇਸ਼ ਰੱਖਣ ਦੀ ਮਜਬੂਰੀ ਸੀ। ਇੱਕ ਸਹਿਕਰਮੀ ਅਧਿਆਪਕ ਨੇ ਅੱਡੇ 'ਚ ਸ਼ਹਿਰ ਹਿਜਰਤ ਕਰ ਗਏ ਇੱਕ ਹਿੰਦੂ ਪਰਿਵਾਰ ਦਾ ਖਾਲੀ ਤੇ ਡੱਬੀਨੁਮਾ ਮਕਾਨ ਬੜੇ ਵਾਜਬ ਕਿਰਾਏ ਤੇ ਸਾਨੂੰ ਲੈ ਦਿੱਤਾ। ਰਸੋਈ ਗੈਸ ਦਾ ਆਪਣਾ ਕੁਨੈਕਸ਼ਨ ਸਰਕਾਰੀ ਨੌਕਰੀ ਲਈ ਜਾ ਰਹੇ ਮੇਰੇ ਇੱਕ ਸਹਿਕਰਮੀ ਨੇ ਮੈਨੂੰ ਦੇ ਦਿੱਤਾ। ਅਗਲੇ ਸਾਲ ਪਤਨੀ ਨੇ ਘਰੇਲੂ ਸਮਾਨ ਕਿਸ਼ਤਾਂ ਤੇ ਦੇਣ ਵਾਲੀ ਇੱਕ ਕੰਪਨੀ ਤੋਂ ਫਰਿੱਜ ਲੈ ਲਿਆ। ਪਤਨੀ ਮੈਟ੍ਰਿਕ ਪਾਸ, ਸੁਘੜ ਸਿਆਣੀ ਸੀ। ਉਸ ਵਿੱਚ ਸੋਝ, ਸੁੱਚਮ, ਸੰਜਮ ਤੇ ਸਲੀਕਾ ਸੀ। ਸਬਰ ਸੰਤੋਖ ਸੀ। ਚਾਹੇ ਉਹ ਘਰੇਲੂ ਇਸਤਰੀ ਸੀ, ਪਰ ਕੁੜੀਆਂ ਚਿੜੀਆਂ ਦੀ ਉਮਰੇ ਉਸਨੇ ਆਪਣੇ ਪਿੰਡ ਖੁੱਲ੍ਹੇ ਸਿਲਾਈ ਕਢਾਈ ਸੈਂਟਰ ਤੋਂ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ। ਮੈਂ ਆਪਣੇ ਸਹਿਕਰਮੀ ਅਧਿਆਪਕਾਂ ਦੇ ਸੁਝਾਅ ਦੇਣ ਕਰਕੇ ਆਪਣੀ ਪਤਨੀ ਨੂੰ ਉਹਦੀ ਅੱਡੇ ਵਿਚਲੀ ਬੁਟੀਕ ਭੇਜਣਾ ਸ਼ੁਰੂ ਕਰ ਦਿੱਤਾ। 6 ਕੁ ਮਹੀਨਿਆਂ 'ਚ ਉਹ ਸਿਲਾਈ 'ਚ ਨਿਪੁੰਨ ਹੋ ਗਈ ਤੇ ਘਰ ਕੁਝ ਵਾਧੂ ਆਮਦਨੀ ਪਾਉਣ ਲੱਗੀ। ਸਾਲ ਕੁ ਬਾਅਦ ਅਸੀਂ ਤਨਖਾਹ ਦੇ ਜੋੜੇ ਪੈਸੇ ਤੇ ਪਤਨੀ ਵੱਲੋਂ ਪਾਈ ਕਮੇਟੀ ਚੁੱਕ ਲੈਣ ਦੀ ਰਕਮ ਨਾਲ ਅੱਡੇ ਤੋਂ ਬਾਹਰ ਨਵੀਂ ਵਸ ਰਹੀ ਕਲੋਨੀ 'ਚ 8 ਕੁ ਮਰਲੇ ਦਾ ਪਲਾਟ ਲੈ ਲਿਆ। 6 ਕੁ ਮਹੀਨੇ ਬਾਅਦ ਕੁਝ ਬੱਚਤ ਕਰ ਤੇ ਕੁਝ ਦੋਸਤਾਂ ਤੋਂ ਉਧਾਰ ਫੜ ਪਹਿਲੇ ਗੇੜ 'ਚ ਪਲਾਟ ਦੀਆਂ ਨੀਹਾਂ ਭਰ ਗੇਟ ਲਗਵਾ ਦਿੱਤਾ। ਨੌਕਰੀ ਦੇ 5 ਸਾਲ ਲੰਘ ਗਏ। ਤਨਖਾਹ 'ਚ ਮਾਮੂਲੀ ਵਾਧਾ ਹੋਇਆ। ਇਨਕਰੀਮੈਂਟ ਤੇ ਡੀਏ ਦੀ ਕਿਸ਼ਤ ਵੀ ਮਸਾਦੀ ਪਚੱਦੀ ਸਕੂਲ ਪ੍ਰਬੰਧਕਾਂ ਵੱਲੋਂ ਜਾਰੀ ਕੀਤੀ ਜਾਂਦੀ ਸੀ। ਬਾਬਿਆਂ ਦਾ ਸਕੂਲ ਹੈ, ਕਿਸ ਕੋਲ ਫਰਿਆਦ ਕਰਦੇ। ਇਸ ਦੌਰਾਨ ਪਤਨੀ ਨੂੰ ਅੱਡੇ ਵਾਲੀ ਲੱਗੀ ਲਗਾਈ ਦੁਕਾਨ ਮਿਲ ਗਈ, ਕਿਉਂਕਿ ਉਹਦੀ ਪਾਰਟਨਰ ਸ਼ਾਦੀ ਕਰਵਾ ਸਹੁਰੇ ਘਰ ਦਿੱਲੀ ਚਲੀ ਗਈ ਸੀ। ਪਤਨੀ ਤੇ ਉਹਦੀਆਂ ਸਹਾਇਕ 2 ਕੁੜੀਆਂ ਨੇ ਨਵੇਂ ਫੈਸ਼ਨ ਤੇ ਨਵੇਂ ਡਿਜ਼ਾਈਨਾਂ ਦੇ ਲੇਡੀ ਸੂਟਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਸਰਹੱਦੀ ਕਸਬੇ ਦੇ ਬਾਵਜੂਦ ਟੀਵੀ ਚੈਨਲਾਂ ਦੀਆਂ ਮਸ਼ਹੂਰੀਆਂ ਨੇ ਫੈਸ਼ਨ ਘਰ ਘਰ ਪਹੁੰਚਾ ਦਿੱਤਾ ਸੀ। ਕੁੜੀਆਂ ਹੁਣ ਟੌਪ, ਜੀਨ ਤੇ ਉੱਚੀ ਹੀਲ ਦੇ ਸੈਂਡਲ ਪਾ ਨਿਕਲਦੀਆਂ ਸਨ। ਪਤਨੀ ਤੋਂ ਸਿੱਖਣ ਲਈ ਹੋਰ ਕੁੜੀਆਂ ਵੀ ਆਉਣ ਲੱਗ ਪਈਆਂ। ਹੌਲੀ ਹੌਲੀ ਮਕਾਨ ਬਣਦਾ ਜਾ ਰਿਹਾ ਸੀ। ਮੈਂ ਗੇਟ ਦੇ ਦੋਵੇਂ ਪਾਸੇ ਆਪਣੇ ਬਾਗਬਾਨੀ ਦੇ ਸ਼ੌਕ ਨੂੰ ਪਾਲਦਿਆਂ ਫਲ ਤੇ ਛਾਂਦਾਰ ਬੂਟੇ ਲਾ ਦਿੱਤੇ। ਬਾਕੀ ਖਾਲੀ ਥਾਂ ਕਿਆਰੀ 'ਚ ਸਾਗ ਸਬਜ਼ੀਆਂ ਦੀ ਲਹਿਰ ਬਹਿਰ ਕਰ ਲਈ।
ਮੌਸਮੀ ਫੁੱਲ ਖਿੜ ਉੱਠੇ। ਨਿੰਬੂ, ਅਮਰੂਦ ਤੇ ਪਪੀਤੇ ਦੇ ਬੂਟੇ ਫਲ ਦੇਣ ਲੱਗ ਪਏ। ਛੋਟੇ ਬੇਟੇ ਸਹਿਜ ਵੇਲੇ ਤਾਂ ਡਿਲੀਵਰੀ ਨਾਰਮਲ ਹੋ ਗਈ ਸੀ, ਪਰ ਸੂਖਮ ਵੇਲੇ ਵੱਡਾ ਆਪਰੇਸ਼ਨ ਹੋਇਆ, ਜਿਸ ਕਰਕੇ ਘਰੇਲੂ ਬਜਟ ਲੜਖੜਾ ਗਿਆ। ਬੁਟੀਕ ਦੀ ਆਮਦਨ ਨਾਲ ਸਹਿਜ ਤੇ ਸੂਖਮ ਦੇ ਖਰਚੇ ਪੂਰੇ ਹੋਣ ਲੱਗ ਪਏ ਸਨ। ਮੇਰੀ ਤਨਖਾਹ ਨੇ ਸਕੂਲ ਬੱਸ, ਦਾਖਲੇ, ਵਰਦੀਆਂ, ਕਾਪੀਆਂ, ਕਿਤਾਬਾਂ ਤੇ ਟਿਊਸ਼ਨਾਂ ਆਦਿ ਦੇ ਖਰਚੇ ਕਿੱਥੋਂ ਪੂਰੇ ਕਰਨੇ ਸਨ। ਪਰ ਖਰਚੇ ਵੱਧ ਜਾਣ ਕਰਕੇ ਸਾਡੀ ਦੋਵਾਂ ਦੀ ਕਮਾਈ ਦਾ ਵੱਡਾ ਹਿੱਸਾ ਸਹਿਜ ਤੇ ਸੂਖਮ ਦੇ ਪਾਲਣ ਪੋਸ਼ਣ ਤੇ ਉਹਨਾਂ ਦੀ ਮਹਿੰਗੀ ਪੜ੍ਹਾਈ ਦੇ ਲੇਖੇ ਲੱਗ ਰਿਹਾ ਸੀ, ਜਿਹੜੀ ਅਸੀਂ ਉਹਨਾਂ ਦੇ ਚੰਗੇ ਭਵਿੱਖ ਲਈ ਖਰਚ ਰਹੇ ਸੀ। ਇਸ ਲਈ ਸਾਨੂੰ ਆਪਣੇ ਕੁਝ ਖਰਚੇ ਘਟਾਉਣੇ ਪਏ, ਭਾਵੇਂ ਸਾਡਾ ਕੋਈ ਸ਼ਾਹੀ ਖਰਚ ਤਾਂ ਪਹਿਲਾਂ ਵੀ ਨਹੀਂ ਸੀ। ਬਸ ਸਾਦਾ ਪਹਿਰਾਵਾ, ਸਧਾਰਨ ਪਰ ਪੌਸ਼ਟਿਕ ਭੋਜਨ। ਆਮਦਨੀ ਦੇ ਵਾਧੇ ਵਾਸਤੇ ਮੈਂ ਅਖਬਾਰਾਂ ਲਈ ਲਿਖਦਾ ਰਿਹਾ। ਪਹਿਲਾਂ ਕਦੀ ਰੇਡੀਓ, ਟੀਵੀ ਤੇ ਇੱਕ ਅੱਧ ਸਾਹਿਤਕ ਪ੍ਰੋਗਰਾਮ, ਕਹਾਣੀ ਆਦਿ ਪੜ੍ਹਨ ਲਈ ਮਿਲ ਜਾਂਦੇ ਸੀ। ਫਿਰ ਉੱਥੇ ਫੈਲ ਚੁੱਕੇ ਭ੍ਰਿਸ਼ਟਾਚਾਰ, ਅੱਧਾ ਸੇਵਾ ਫਲ ਮੰਗਣ ਕਰਕੇ ਰੇਡੀਓ, ਟੀਵੀ ਤੇ ਜਾਣਾ ਛੱਡ ਦਿੱਤਾ। ਪਿਛਲੇ 4 ਦਹਾਕਿਆਂ ਤੋਂ ਕਹਾਣੀਆਂ, ਨਾਵਲ, ਬਾਲ ਸਾਹਿਤ ਆਦਿ ਸਾਹਿਤਕ ਵਿਧਾਵਾਂ ਦੇ ਰੂਪ 'ਚ ਸਿਰਜਣਾ ਕਰ ਰਿਹਾ ਹਾਂ। ਸਾਹਿਤ ਨੇ ਕੀ ਦੇਣਾ ਸੀ, ਸਗੋਂ ਪੱਲਿਓਂ ਪੈਸੇ ਖਰਚ ਕਰਕੇ ਕਿਤਾਬਾਂ ਛਪਵਾ ਮੁਫਤ ਵੰਡੀਆਂ। ਖੈਰ, ਇਸ ਨੇਕ ਕਾਰਜ ਨੇ ਮੈਨੂੰ ਸੁਹਿਰਦ ਪਾਠਕ, ਚੰਗੇ ਸਾਹਿਤਕ ਮਿੱਤਰ ਤੇ ਕੁਝ ਨਵੇਂ ਅਜੀਜ਼ ਲੇਖਕ ਮੇਰੇ ਨਾਲ ਜੋੜ ਦਿੱਤੇ, ਜਿਹੜੇ ਅੱਜ ਤੱਕ ਮੇਰੇ ਨਾਲ ਨਿਭਦੇ ਰਹੇ ਹਨ। ਸ਼ੈਲਫ ਤੇ ਬਣਾਏ ਆਪਣੇ ਆਲ੍ਹਣੇ ਵਿੱਚ ਗੁਟਾਰ ਨੇ ਅੰਡੇ ਦਿੱਤੇ ਸੀ। ਗੁਟਾਰ ਜੋੜਾ ਆਪਣੇ ਅੰਡਿਆਂ ਨੂੰ ਕਾਂ ਆਦਿ ਵੈਰੀ ਪੰਛੀਆਂ ਤੋਂ ਬਚਾਉਣ ਲਈ ਬੜੀ ਚੌਕਸੀ ਨਾਲ ਰਾਖੀ ਕਰਦੇ ਸਨ। ਕੁਝ ਦਿਨਾਂ ਬਾਅਦ ਵੋਟਾਂ ਦੇ ਚੂਕਣ ਦੀ ਆਵਾਜ਼ ਸੁਣ ਮੈਂ ਸਮਝ ਗਿਆ ਉਹਨਾਂ ਬੱਚੇ ਕੱਢ ਲਏ ਹਨ। ਮੈਂ ਹੁਣ ਉਹਨਾਂ ਦੇ ਨੇੜੇ ਦੀ ਬੰਨੀ ਉੱਤੇ ਦਾਣੇ ਪਾਉਣ ਤੇ ਕਸੋਰਾ ਭਰ ਪਾਣੀ ਰੱਖਣ ਲੱਗ ਪਿਆ, ਪਰ ਉਹ ਮੇਰੇ ਚੋਗੇ ਤੋਂ ਇਲਾਵਾ ਆਪਣੇ ਬੱਚਿਆਂ ਦੀ ਪਸੰਦੀਦਾ ਭੋਜਨ ਵੀ ਆਸ-ਪਾਸ ਦੇ ਖੇਤਾਂ 'ਚੋਂ ਲਿਆਉਣ ਲੱਗ ਪਏ। ਉਹ ਆਪਣੀਆਂ ਚੁੰਝਾਂ ਰਾਹੀਂ ਵੋਟਾਂ ਦੇ ਖੁੱਲ੍ਹੇ ਮੂੰਹਾਂ 'ਚ ਚੋਗ ਪਾਉਂਦੇ। ਵੋਟਾਂ ਦੀ ਚੀਂ-ਚੀਂ ਦਾ ਸ਼ੋਰ ਚੋਗ ਲਈ ਖੁੱਲ੍ਹਦੇ ਮੂੰਹ ਮਾਪਿਆਂ ਵੱਲੋਂ ਆਪ ਭੁੱਖੇ ਰਹਿ ਕੇ ਵੀ ਚੋਗ ਉਹਨਾਂ ਨੂੰ ਚੁਗਾਉਣ ਬਾਰੇ ਮੈਂ ਸੋਚਦਾ ਕਿ ਬੱਚਿਆਂ ਨੂੰ ਪਾਲਣਾ ਕਿਸੇ ਜੋਖਮ ਤੋਂ ਘੱਟ ਨਹੀਂ। ਗੁਟਾਰ ਜੋੜਾ ਆਪਣੇ ਬੱਚਿਆਂ ਦੀ ਰਾਖੀ ਬੜੀ ਸਖਤ ਚੌਕਸੀ ਨਾਲ ਕਰਦਾ ਸੀ। ਛੱਤ ਤੇ ਫਿਰਦੇ ਮੇਰੇ ਟੌਮੀ ਨੂੰ ਵੀ ਆਲ੍ਹਣੇ ਵੱਲ ਆਉਣ ਤੇ ਆਪਣੇ ਬੱਚਿਆਂ ਲਈ ਖਤਰਾ ਵੇਖ ਚੀਕ ਚਿਹਾੜਾ ਪਾਉਂਦੀ। ਡੌਗੀ ਦੇ ਸਿਰ ਤੇ ਆਪਣੀਆਂ ਸੰਤਰੇ ਰੰਗੀਆਂ ਚੁੰਝਾਂ ਦੇ ਪੀਲੇ ਪੌਂਚਿਆਂ ਨਾਲ ਹਮਲਾ ਕਰਦੇ, ਡੌਗੀ ਨੂੰ ਡਰਾਉਂਦੇ, ਚੇਤਾਵਨੀ ਦਿੰਦੇ, ਡੌਗੀ ਖਬਰਦਾਰ, ਸਾਡੇ ਬੱਚਿਆਂ ਤੋਂ ਦੂਰ ਰਹੀਂ, ਜੇ ਇਹਨਾਂ ਵੱਲ ਬੁਰੀ ਨਜ਼ਰ ਨਾਲ ਵੇਖਿਆ ਤਾਂ ਦੇਖੀ। ਭੋਲਾ ਗੁਟਾਰ ਜੋੜਾ ਨਹੀਂ ਸੀ ਜਾਣਦਾ ਕਿ ਡੌਗੀ ਡਰੋਂ ਗੁਆਂਢੀਆਂ ਦੀ ਮਾਣੋ ਉੱਪਰ ਆਲ੍ਹਣੇ ਵੱਲ ਨਹੀਂ ਆਉਂਦੀ, ਜਿਸ ਕਰਕੇ ਉਹਨਾਂ ਦੇ ਵੋਟ ਸਲਾਮਤ ਹਨ। ਅਸੀਂ ਦੋਵਾਂ ਜੀਆਂ ਨੇ ਆਪਣੀ ਉਮਰ ਦੇ ਕਈ ਸਾਲਾਂ ਦੀ ਸਾਰੀ ਕਮਾਈ ਲਾ ਆਪਣਾ ਬੈਂਕ ਅਕਾਊਂਟ ਖਾਲੀ ਕਰ ਤੇ ਉਹਨੂੰ ਐਜੂਕੇਸ਼ਨ ਲੋਨ ਦਿਵਾ, ਕੁੱਲ ਰਕਮ ਏਜੰਟ ਨੂੰ ਫੜਾ, ਉਸ ਤੋਂ ਸਟੱਡੀ ਵੀਜ਼ਾ ਲਗਵਾ ਵੱਡੇ ਬੇਟੇ ਸਹਿਜ ਨੂੰ ਆਸਟ੍ਰੇਲੀਆ ਉਚੇਰੀ ਪੜ੍ਹਾਈ ਲਈ ਭੇਜਿਆ। ਆਸਟ੍ਰੇਲੀਆ ਵਸੇ ਮੇਰੇ ਇੱਕ ਸਾਹਿਤਕ ਮਿੱਤਰ ਨੇ ਉਹਦੀ ਬੜੀ ਸਹਾਇਤਾ ਕੀਤੀ, ਜਿਹਦੀ ਬਦੌਲਤ ਉਹ 2 ਕੁ ਸਾਲਾਂ 'ਚ ਉੱਥੇ ਚੰਗੀ ਤਰ੍ਹਾਂ ਸੈਟਲ ਹੋ ਗਿਆ। ਸ਼ੁਰੂ ਦੇ ਕੁਝ ਮਹੀਨਿਆਂ 'ਚ ਸਹਿਜ ਆਪਣੀ ਪ੍ਰਵਾਸੀ ਜ਼ਿੰਦਗੀ, ਰਹਿਣ-ਸਹਿਣ, ਪੜ੍ਹਾਈ ਤੇ ਕੰਮਕਾਰ ਸੰਬੰਧੀ ਖਤ-ਪੱਤਰ ਲਿਖਦਾ ਰਿਹਾ। ਫਿਰ ਹੌਲੀ-ਹੌਲੀ ਇਹ ਸਿਲਸਿਲਾ ਵੀ ਖਤਮ ਹੁੰਦਾ ਗਿਆ। ਮੋਬਾਈਲ ਉਹਦਾ ਅਕਸਰ ਬੰਦ ਹੁੰਦਾ ਤੇ ਜੇ ਲੈਂਡਲਾਈਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅੱਗੋਂ ਉਹਦੀ ਲੈਂਡਲੇਡੀ ਸਹਿਜ ਨਾਲ ਗੱਲ ਕਰਵਾਉਣ ਤੋਂ ਟਾਲ-ਮਟੋਲ ਕਰਦੀ। ਅਸੀਂ ਪਰੇਸ਼ਾਨ ਹੋ ਗਏ ਸੀ। ਉਹਦੀ ਮਾਂ ਤਾਂ ਜ਼ਿਆਦਾ ਹੀ ਫਿਕਰਮੰਦ ਰਹਿਣ ਲੱਗ ਪਈ। ਸਾਲ ਕੁ ਬਾਅਦ ਆਸਟ੍ਰੇਲੀਆ ਤੋਂ ਸਾਡੇ ਸ਼ਹਿਰ ਦੀ ਸਾਹਿਤ ਸਭਾ ਵੱਲੋਂ ਕਰਵਾਏ ਇਨਾਮ ਵੰਡ ਸਮਾਗਮ 'ਚ ਪੁਰਸਕਾਰ ਪ੍ਰਾਪਤ ਕਰਨ ਆਏ ਮੇਰੇ ਪ੍ਰਵਾਸੀ ਲੇਖਕ ਮਿੱਤਰ ਨੇ ਦੱਸਿਆ ਕਿ ਸਹਿਜ ਦੀ ਮਕਾਨ ਮਾਲਕਣ ਤੇ ਉਹਦੀ ਧੀ ਨੇ ਉੱਤੇ ਪੂਰੀ ਤਰ੍ਹਾਂ ਪੱਟੂ ਪਾ ਲਿਆ। ਬਿਨਾਂ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਦੇ ਉਹਨਾਂ ਦੇ ਜਾਲ 'ਚ ਫਸ ਚੁੱਕਾ ਹੈ। ਤੁਹਾਡੇ ਇੱਕ ਪੁਰਾਣੇ ਦੋਸਤ ਨੇ ਵੀ ਉਹਨੂੰ ਬੜਾ ਵਰਜਿਆ, ਪਰ ਉਹ ਡਰੱਗਸ ਮਾਫੀਏ 'ਚ ਸ਼ਾਮਲ ਹੋ ਚੁੱਕਾ ਹੈ। ਇਸ ਮਮਤਾ ਮਾਰੂ ਵਰਤਾਰੇ ਨੇ ਉਹਦੀ ਮਾਂ ਨੂੰ ਬੜਾ ਜਾਨਲੇਵਾ ਸਦਮਾ ਪਹੁੰਚਾਇਆ। ਸਹਿਜ ਨੇ ਮਮਤਾ ਤੇ ਪਿਤਰੀ ਮੋਹ ਨੂੰ ਹੀ ਨਹੀਂ, ਸਗੋਂ ਉਹਨਾਂ ਵੱਲੋਂ ਦਿੱਤੇ ਸੰਸਕਾਰਾਂ ਨੂੰ ਵੀ ਤਾਰ-ਤਾਰ ਕਰ ਦਿੱਤਾ ਸੀ। ਇਹ ਸਾਡੇ ਪਰਿਵਾਰ ਲਈ ਅਸਹਿ ਸਦਮਾ ਸੀ। ਸਹਿਜ ਦਾ ਪ੍ਰਵਾਸੀ ਹੋ ਜਾਣਾ, 3 ਸਾਲਾਂ ਦੌਰਾਨ ਸਾਡੀ ਸਾਰ ਤੱਕ ਨਾ ਲੈਣਾ ਤੇ ਨਾ ਹੀ ਇੰਡੀਆ ਆਉਣਾ ਕੋਈ ਘੱਟ ਜਾਨਲੇਵਾ ਤਾਂ ਨਹੀਂ ਸੀ। ਅਜੇ ਸਹਿਜ ਵੱਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਤੇ ਸਦਮੇ ਤੋਂ ਪੂਰੀ ਤਰ੍ਹਾਂ ਉੱਭਰੇ ਵੀ ਨਹੀਂ ਸਾਂ ਕਿ ਛੋਟੇ ਸੂਖਮ ਨੇ 1-2 ਦੋਸਤਾਂ ਤੇ ਕਿਸੇ ਦਲਾਲ ਦੇ ਉਕਸਾਉਣ ਤੇ ਬਾਹਰ ਭੇਜਣ ਦੀ ਜ਼ਿੱਦ ਫੜ ਲਈ। ਅਸਾਂ ਬਹੁਤ ਸਮਝਾਇਆ, ਘਰ ਦੀ ਮੰਦਹਾਲੀ ਦਾ ਵਾਸਤਾ ਵੀ ਪਾਇਆ। ਬੁਢਾਪੇ ਦੀ ਵਿਸਾਖੀ ਦੀ ਇੱਕ ਲੱਤ ਟੁੱਟ ਜਾਣ ਦੇ ਬਾਵਜੂਦ ਸੂਖਮ ਵੱਲੋਂ ਦਿੱਤੀ ਆਤਮ ਹੱਤਿਆ ਦੀ ਧਮਕੀ ਅੱਗੇ ਝੁਕਦਿਆਂ ਉਹਦੀ ਮਾਂ ਨੇ ਉਹਦੀ ਵਿਦੇਸ਼ ਜਾਣ ਦੀ ਇੱਛਾ ਪੂਰੀ ਕਰਨ ਦਾ ਭਰੋਸਾ ਦੇ ਦਿੱਤਾ।
ਆਖਰ ਤੀਲਾ ਤੀਲਾ ਇਕੱਠਾ ਕਰ ਕਰ ਬਣਾਇਆ ਆਸ਼ਿਆਨਾ ਤੇ ਪਲਾਟ ਵੇਚ ਸਾਰੀ ਰਕਮ ਟਰੈਵਲ ਏਜੰਟ ਦੇ ਅਕਾਊਂਟ 'ਚ ਜਮ੍ਹਾਂ ਕਰਵਾਉਣ ਦੇ ਬਾਵਜੂਦ ਬਾਅਦ 'ਚ ਪਤਾ ਲੱਗਾ ਕਿ ਅਸੀਂ ਸੂਖਮ ਨੂੰ ਤਾਂ 2 ਨੰਬਰ 'ਚ ਭੇਜਣ ਲਈ ਹੀ ਜੁਗਾੜ ਕਰ ਸਕੇ ਸੀ। ਸੁਪਨ ਦੇਸ਼ ਵੱਲ ਯਾਤਰਾ ਤੇ ਨਾਟਕ ਗੱਡੀ ਚੜ੍ਹਨ ਦੀ ਕਾਹਲ ਬੜੀ ਸੀ। ਆਦਿ ਰੌਂਗਟੇ ਖੜੇ ਕਰ ਦੇਣ ਵਾਲੀਆਂ ਕਥਾ ਕਹਾਣੀਆਂ, ਮਾਲਟਾ ਕਿਸ਼ਤੀ ਹਾਦਸੇ, ਗੈਰ ਕਾਨੂੰਨੀ ਘੁਸਪੈਠ ਰੋਕਣ ਲਈ ਸਰਹੱਦਾਂ ਤੇ ਸੰਗੀਨਾਂ ਦੀ ਨਿਗਰਾਨੀ ਤੇ ਉੱਪਰੋਂ ਹੈਲੀਕਾਪਟਰ ਦੀਆਂ ਗੰਨਾਂ ਤੋਂ ਬਚਦੇ ਨਦੀ ਪਾਰ ਕਰਦਿਆਂ ਕਿਸ਼ਤੀ ਉੱਪਰਲਾ ਭਾਰ ਵੱਧ ਜਾਣ ਕਰਕੇ ਚਾਲਕ ਦੇ ਇਸ਼ਾਰੇ ਤੇ ਵਿਦੇਸ਼ ਦੀ ਧਰਤੀ ਦੇ ਸੁਪਨੇ ਸਜਾਈ ਜਾ ਰਹੇ 2 ਕਬੂਤਰਾਂ ਨੂੰ ਧੱਕਾ ਦੇ ਸੁੱਟ ਦੇਣ ਕੰਡਿਆਲੀਆਂ ਤਾਰਾਂ, ਸੰਘਣੀਆਂ ਤੇ ਕੰਡਿਆਲੀਆਂ ਝਾੜੀਆਂ ਦੇ ਜੰਗਲ, ਰਸਤੇ 'ਚ ਲੁੱਟੀਆਂ ਜਾਂਦੀਆਂ ਮਾਸੂਮ ਚੂੜੇ ਵਾਲੀਆਂ ਦੀਆਂ ਇੱਜ਼ਤਾਂ, ਆਬਰੂਆਂ ਦੀਆਂ ਖਬਰਾਂ ਆਦਿ, ਇਹ ਸਭ ਪੜ੍ਹਨ, ਸੁਣਨ ਤੇ ਜਾਣਨ ਦੇ ਬਾਵਜੂਦ ਅਸੀਂ ਸੂਖਮ ਨੂੰ ਤੋਰ ਦਿੱਤਾ। ਚਲੋ, ਜਹਾਜ਼ ਦੇ ਪੂਛ ਵਿੱਚ ਬਿਠਾ ਕੇ ਤਾਂ ਨਹੀਂ ਭੇਜਿਆ। ਸਹਿਜ ਤਾਂ ਸਾਡੇ ਭਾਅ ਦਾ ਹੋਇਆ ਨਾ ਹੋਇਆ ਸੀ। ਉਧਰ ਸੂਖਮ ਦੀ ਖੈਰ ਮਿਹਰ ਦਾ ਪਤਾ ਨਹੀਂ ਸੀ ਲੱਗ ਰਿਹਾ। ਇੱਧਰ ਅਸੀਂ ਆਪਣੇ ਘਰ 'ਚ ਕਿਰਾਏਦਾਰ ਹੋ ਗਏ। ਟਰੈਵਲਿੰਗ ਏਜੰਸੀ ਵਾਲੇ ਕੋਈ ਸੁਰ ਪਤਾ ਨਹੀਂ ਸੀ ਦੇ ਰਹੇ। ਬਾਅਦ 'ਚ ਮੇਰੇ ਇੱਕ ਸੰਪਰਕ ਵਾਲੇ ਦੋਸਤ ਦੱਸਿਆ ਸੀ ਕਿ ਸੂਖਮ ਸਾਲ ਭਰ ਤੋਂ ਜੇਲ੍ਹ 'ਚ ਹੈ। ਘਰ 'ਚ ਸੱਥਰ ਵਿੱਚ ਗਿਆ। ਉਧਰ ਮੇਰੀ ਸੇਵਾ ਮੁਕਤੀ ਆ ਗਈ। ਜਮ੍ਹਾਂ ਫੰਡ ਤਾਂ ਨਾਂ ਦੇ ਬਰਾਬਰ ਸੀ ਤੇ ਪੈਨਸ਼ਨ ਦੀ ਵੀ ਕੋਈ ਆਸ ਨਹੀਂ ਸੀ। ਪਤਨੀ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਉਹ ਸ਼ੈਲਫ ਤੇ ਰੱਖੀਆਂ ਸਹਿਜ ਤੇ ਸੂਖਮ ਦੀਆਂ ਫੋਟੋ ਵੇਖ ਵੇਖ ਝੂਰਦੀ ਰੋਂਦੀ ਰਹਿੰਦੀ ਸੀ। ਕਦੀ ਪਰਿਵਾਰਕ ਐਲਬਮ ਵਿੱਚੋਂ ਉਹਨਾਂ ਦੇ ਜਨਮ ਦਿਨਾਂ ਮੌਕੇ ਖਿੱਚੀਆਂ ਤਸਵੀਰਾਂ ਵੇਖ ਵੇਖ ਬੜਾ ਕਲਪਦੀ। ਪੁੱਤਾਂ, ਨੂੰਹਾਂ, ਪੋਤਰੇ ਪੋਤਰੀਆਂ ਨਾਲ ਭਰੇ ਵਸਦੇ ਰਸਤੇ ਘਰ ਦੀ ਕਲਪਨਾ ਕਰਦੀ ਤੇ ਉਹਨਾਂ ਦੀ ਗੋਦ ਵਿੱਚ ਖਿਡਾਉਣ ਦੀ ਹਸਰਤ ਪੂਰੀ ਨਾ ਹੋਣ ਕਰਕੇ ਉਹ ਕਿਸੇ ਨਾਮੁਰਾਦ ਤੇ ਲਾ ਇਲਾਜ ਬਿਮਾਰੀ ਦਾ ਸ਼ਿਕਾਰ ਹੋ ਗਈ। ਸਾਲ ਕੁ ਮੰਜੇ ਨਾਲ ਮੰਜਾ ਹੋਈ, ਹੱਡ ਰਗੜਦੀ ਤੜਫਦੀ ਸਾਨੂੰ ਅਲਵਿਦਾ ਕਹਿ ਗਈ। ਮੈਂ ਬੁਰੀ ਤਰ੍ਹਾਂ ਟੁੱਟ ਥੱਕ ਕੇ ਘੋਰ ਉਦਾਸੀ ਦੀ ਬੁੱਕਲ 'ਚ ਸੀ। ਜੇ ਲਿਖਣ ਤੇ ਪੜ੍ਹਨ ਦਾ ਸਹਾਰਾ ਨਾ ਹੁੰਦਾ, ਪੁਰਾਣੀਆਂ ਫਿਲਮਾਂ ਦਾ ਗੀਤ ਸੰਗੀਤ ਮੇਰੇ ਨਿਢਾਲ ਹੁੰਦੇ ਜਾ ਰਹੇ ਸਰੀਰ 'ਚ ਊਰਜਾ ਦਾ ਸੰਚਾਰ ਨਾ ਕਰਦੇ, ਤਾਂ ਸ਼ਾਇਦ ਮੈਂ ਵੀ ਅਜਿਹੇ ਮੰਦਭਾਗੇ ਜੀਵਨ ਲਈ ਉਦਾਸ ਹੋ ਜਾਂਦਾ। ਉਮਰ ਭਰ ਦੀ ਸਾਹਿਤਕ ਕਮਾਈ, ਕਿਤਾਬਾਂ ਆਪਣੇ ਨਾਲ ਕਿੱਥੇ ਲੈ ਜਾਵਾਂ? ਪੁਰਾਣੇ ਸਾਂਭੇ ਰਸਾਲੇ ਬੋਝ ਹੀ ਤਾਂ ਬਣ ਚੁੱਕੇ ਸਨ। ਸੇਵਾ ਮੁਕਤੀ ਤੇ ਮਿਲੀ ਰਕਮ ਤੇ ਬੈਂਕ ਅਕਾਊਂਟ ਬੰਦ ਕਰਵਾ ਬਚੀ ਰਾਸ਼ੀ ਲੈ ਆਥਣ ਵੇਲੇ ਦਾ ਸਫ਼ਰ ਕਿਤੇ ਕਿੰਨਾ ਕੁ ਬਚਿਆ ਹੋਏਗਾ, ਇਹ ਸੋਚ ਇੱਕ ਸਧਾਰਨ ਜਿਹੇ ਬਿਰਧ ਆਸ਼ਰਮ ਜਾ ਬੈਠਾ। ਉਸ ਦਿਨ ਬਹੁਤ ਗਮਗੀਨ ਸਾਂ। ਬੜਾ ਕੁਝ ਗੁਆਚ ਗਿਆ ਯਾਦ ਆ ਰਿਹਾ ਸੀ। ਡੂੰਘੇ ਗਮ ਤੇ ਪੀੜਾ ਨਾਲ ਤੜਫਦੇ ਨੂੰ ਮਾਤਮ 'ਚ ਡੁੱਬੇ ਉਸ ਗੁਟਾਰਾਂ ਦੇ ਜੋੜੇ ਦੀ ਉਦਾਸੀ ਯਾਦ ਆਈ, ਜਿਹਦਾ ਸੋਗੀ ਰੰਗ ਮੇਰੇ ਤਿਰਕਾਲਾਂ ਦੇ ਸਿਆਹ ਰੰਗ ਨਾਲ ਕਿੰਨਾ ਮਿਲਦਾ ਹੈ, ਕਿੰਨਾ ਇਕਸਾਰ ਹੈ। ਧੰਨਵਾਦ। ਕਹਾਣੀ ਹੈ ਆਥਣ ਵੇਲਾ। ਲੰਮੇ ਸਫ਼ਰ ਤੋਂ ਬਾਅਦ ਲੌਡੇ ਵੇਲੇ ਜਦੋਂ ਅਸੀਂ ਕਾਮਰੇਡ ਨਵਰਾਹੀ ਜੀ ਦੇ ਕਮਰੇ 'ਚ ਦਾਖਲ ਹੋਏ ਤਾਂ ਉਹ ਕਿਤਾਬਾਂ, ਰਸਾਲਿਆਂ ਤੇ ਅਖਬਾਰਾਂ ਦੇ ਢੇਰ ਵਿਚਕਾਰ ਕੁਰਸੀ ਤੇ ਬੈਠੇ, ਮੇਜ਼ ਤੇ ਰੱਖੇ ਟੇਬਲ ਲੈਂਪ ਦੀ ਪੀਲੀ ਰੌਸ਼ਨੀ 'ਚ ਖੁੱਲ੍ਹੀ ਕਿਤਾਬ ਦੇ ਸਫ਼ਿਆਂ ਉੱਪਰ ਚੌਨੁਕਰੇ ਸ਼ੀਸ਼ੇ ਨੂੰ ਖੱਬੇ ਹੱਥ ਨਾਲ ਅੱਗੇ ਪਿੱਛੇ ਕਰ ਪੜ੍ਹਨ ਦਾ ਯਤਨ ਕਰ ਰਹੇ ਸਨ। ਕਮਿਊਨਿਸਟ ਵਿਚਾਰਧਾਰਾ ਨੂੰ ਸਮਰਪਿਤ ਪ੍ਰਗਤੀਸ਼ੀਲ ਲਹਿਰ ਦੇ ਕਵੀ ਨੇ ਸੁਪਨੀਲੀ ਬਹਾਰ ਦੀ ਉਡੀਕ ਵਿੱਚ ਜ਼ਿੰਦਗੀ ਦੇ 9 ਦਹਾਕੇ ਗੁਜ਼ਾਰ ਲਏ ਸਨ। ਮੈਂ ਮਹਿਸੂਸ ਕੀਤਾ ਕਿ ਬਿਰਧ ਸਰੀਰ ਹੋਣ ਦੇ ਬਾਵਜੂਦ ਕਾਮਰੇਡ ਨਵਰਾਹੀ ਜੀ ਵਿਚਾਰ ਦੇ ਪੱਧਰ ਤੇ ਜਵਾਨ ਸਨ ਤੇ ਬੌਧਿਕਤਾ ਤੇ ਜਿੰਦਾ ਦਿਲੀ ਨਾਲ ਭਰਪੂਰ ਸਨ। 2-2.5 ਦਹਾਕੇ ਪਹਿਲਾਂ ਮੈਂ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਤੇ ਸਕੱਤਰ ਦੇ ਅਹੁਦੇ ਦੀ ਚੋਣ ਲੜ ਰਹੇ ਆਪਣੇ ਜਲੰਧਰ ਦੇ ਦੋਸਤਾਂ ਦੇ ਚੋਣ ਪ੍ਰਚਾਰ ਲਈ ਆਪਣੇ ਸਰਹੱਦੀ ਖਿੱਤੇ ਦੀਆਂ ਸਾਹਿਤ ਸਭਾਵਾਂ ਤੇ ਉਹਨਾਂ ਨਾਲ ਜੁੜੇ ਲੇਖਕਾਂ ਨਾਲ ਸੰਪਰਕ ਕਰਨ ਲਈ ਇੱਧਰ ਆਇਆ ਸੀ। ਸੋਚਿਆ ਕਾਮਰੇਡ ਨਵਰਾਹੀ ਜੀ ਦੇ ਇਲਾਕੇ 'ਚ ਆਏ ਹਾਂ, ਕਿਉਂ ਨਾ ਉਹਨਾਂ ਨੂੰ ਸਜਦਾ ਕਰ ਜਾਈਏ। ਸ਼ਾਇਰ-ਏ-ਆਜ਼ਮ ਨਵਰਾਹੀ ਜੀ ਨੇ ਮੈਨੂੰ ਆਵਾਜ਼ ਤੋਂ ਪਛਾਣ ਲਿਆ ਸੀ। ਹਮਸਫ਼ਰ ਮਿੱਤਰਾਂ ਬਾਰੇ ਮੈਂ ਜਾਣ ਪਛਾਣ ਕਰਵਾ ਦਿੱਤੀ। ਉਹਨਾਂ ਦੀ ਸੂਹੀ ਸਵੇਰ ਦੇ ਰੰਗ ਗੂੜ੍ਹੇ ਹੋਣ ਦੀ ਉਡੀਕ ਦੇ ਸੁਪਨੇ ਦੀ ਸਕਾਰਾਤਮਕਤਾ ਨੂੰ ਲੈ ਕੇ ਕਾਵ ਕਲਾ ਤੇ ਸਾਹਿਤ ਸਭਾਵਾਂ ਦੀ ਭੂਮਿਕਾ ਦੇ ਸੰਬੰਧ 'ਚ ਉਹਨਾਂ ਨਾਲ ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰ ਕਰ ਰਹੀ ਸੀ ਕਿ ਇੱਕ ਛੋਟੀ ਲੜਕੀ ਟਰੇ 'ਚ ਚਾਹ ਤੇ ਬਿਸਕਿਟ ਰੱਖ ਲਿਆਈ। ਨਵਰਾਹੀ ਸਾਹਿਬ ਨੇ ਮੇਜ਼ ਤੇ ਟਰੇ ਰੱਖਣ ਲਈ ਥਾਂ ਬਣਾਉਂਦਿਆਂ ਕਿਹਾ, ਇਹ ਮੇਰੀ ਦੋਹਤੀ ਦੀ ਧੀ ਸੁਨੈਣਾ ਹੈ। ਉਸ ਸਾਨੂੰ ਸਤਿ ਸ਼੍ਰੀ ਅਕਾਲ ਅੰਕਲ ਕਿਹਾ ਤੇ ਸਾਡਾ ਪਿਆਰ ਲੈ ਕੇ ਚਲੀ ਗਈ। ਅਸੀਂ ਕੁਰਸੀਆਂ ਖਿੱਚ ਕੇ
ਮੇਜ਼ ਦੇ ਨੇੜੇ ਹੋ ਗਏ। ਚਾਹ ਪੀਂਦਿਆਂ ਮੈਂ ਕਮਰੇ ਦਾ ਜਾਇਜ਼ਾ ਲਿਆ। ਕੰਧਾਂ ਦਾ ਪਲਸਤਰ ਕਈ ਥਾਵਾਂ ਤੋਂ ਉਖੜ ਚੁੱਕਾ ਸੀ। ਸਾਹਮਣੀ ਕੰਧ ਤੇ ਮਾਰਕਸ, ਲੈਨਿਨ ਤੇ ਮਾਓ ਦੀਆਂ ਧੁੰਦਲੀਆਂ ਜਿਹੀਆਂ ਤਸਵੀਰਾਂ ਟੰਗੀਆਂ ਸਨ। ਮੇਜ਼ ਤੇ ਰੱਖੇ ਫੋਟੋ ਫਰੇਮ 'ਚ ਸੰਤੋਖ ਸਿੰਘ ਧੀਰ, ਸੁਜਾਨ ਸਿੰਘ, ਬਾਵਾ ਬਲਵੰਤ, ਈਸ਼ਵਰ ਚਿੱਤਰਕਾਰ ਤੇ ਸੁਮੇਰ ਹੋਰਾਂ ਨਾਲ ਕਾਮਰੇਡ ਨਵਰਾਹੀ ਜੀ ਖੜੇ ਸਨ। ਇਸ ਉਮਰ 'ਚ ਉਹਨਾਂ ਦੀ ਸਾਹਿਤ ਪ੍ਰਤੀ ਸੰਜੀਦਗੀ ਵੇਖ ਅਸ਼-ਅਸ਼ ਕਰਦੇ ਚਾਹ ਪੀ ਉਹਨਾਂ ਤੋਂ ਇਜਾਜ਼ਤ ਲੈ ਅਸੀਂ ਆਪਣੀ ਰਾਤ ਦੀ ਠਾਹਰ ਤੇ ਸਾਹਿਤ ਕਲਾ ਸੰਸਾਰ ਦੇ ਲੇਖਕਾਂ ਨਾਲ ਮੀਟਿੰਗ ਲਈ ਅਗਲੇ ਪੜਾਅ ਵੱਲ ਨਿਕਲ ਗਏ। ਮੈਨੂੰ ਆਪਣੇ ਮਨ ਦੀ ਸਕਰੀਨ ਤੇ ਉਹਨਾਂ ਦੇ ਸੰਘਰਸ਼ ਤੇ ਇਨਕਲਾਬੀ ਕਵਿਤਾਵਾਂ ਦੇ ਬਲਦੇ ਸ਼ਬਦ ਨਜ਼ਰ ਆਉਣ ਲੱਗੇ। ਪਹਿਲਾਂ ਆਜ਼ਾਦੀ ਸੰਗਰਾਮ ਲੇਖੀ ਜ਼ਿੰਦਗੀ ਦੇ 50 ਸਾਲ ਅੰਗਰੇਜ਼ ਦੀਆਂ ਜੇਲ੍ਹਾਂ ਵਿੱਚ ਤੇ ਫਿਰ ਅਧੂਰੀ ਆਜ਼ਾਦੀ ਖਿਲਾਫ ਕਾਲੇ ਹਾਕਮਾਂ ਦੀਆਂ ਕਾਲ ਕੋਠੜੀਆਂ 'ਚ 12 ਸਾਲ ਜਾਨਲੇਵਾ ਇਕਲਾਪਾ ਭੋਗਦਿਆਂ ਲੰਘਾਏ। ਫਿਰ ਮੈਂ ਅੰਡਰਗਰਾਊਂਡ ਗ੍ਰਿਫਤਾਰੀਆਂ, ਤਸ਼ੱਦਦ ਤੇ ਦੁਸ਼ਵਾਰੀਆਂ ਆਦਿ ਇਸ ਜਿਸਮ ਤੇ ਹੰਢਾਈਆਂ। ਕਮਿਊਨਿਸਟ ਪਾਰਟੀ ਦੇ ਕੁੱਲ ਵਕਤੀ ਵਜੋਂ ਵੀ ਮੈਂ ਕਿਸਾਨਾਂ ਤੇ ਮਜ਼ਦੂਰਾਂ ਦੀ ਬਿਹਤਰੀਨ ਜ਼ਿੰਦਗੀ ਲਈ ਸੰਘਰਸ਼ਸ਼ੀਲ ਰਿਹਾ। ਇਸ ਤੋਂ ਇਲਾਵਾ ਪਿਛਲੇ 7 ਦਹਾਕਿਆਂ ਤੋਂ ਸਮਾਜਿਕ ਨਿਆਂ, ਸਮਾਨਤਾ, ਚੇਤਨਤਾ ਤੇ ਤਬਦੀਲੀ ਲਈ ਆਪਣੀ ਕਲਮ ਨੂੰ ਹਥਿਆਰ ਵਾਂਗ ਵਰਤਿਆ ਹੈ। ਇਸ ਦੇ ਨਾਲ ਹੀ ਮੇਰਾ ਦ੍ਰਿੜ ਵਿਸ਼ਵਾਸ ਰਿਹਾ ਹੈ ਕਿ ਲੇਖਕ ਸਮਾਜ ਦੀ ਸਿਰਜਣਾਤਮਕ ਸ਼ਕਤੀ ਹੁੰਦੇ ਹਨ ਤੇ ਉਹ ਸਮਾਜਿਕ ਤਬਦੀਲੀ ਖਾਤਰ ਲੋਕ ਲਹਿਰ ਉਸਾਰਨ 'ਚ ਬੜੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਸੀਂ ਕਲਾ ਸਾਹਿਤ ਸੰਸਾਰ ਦੇ ਪ੍ਰਧਾਨ ਦੇ ਘਰ ਵੱਲ ਨੂੰ ਵੈਨ ਮੁੜਵਾ ਲਈ। ਆਪਣੀ ਆਮਦ ਸੰਬੰਧੀ ਲਿਖੇ ਖੱਤ ਕਰਕੇ ਉਹਨਾਂ ਦੇ ਘਰ ਦੀ ਬੈਠਕ ਵਿੱਚ ਬੈਠੇ ਲੇਖਕ ਸਾਡਾ ਇੰਤਜ਼ਾਰ ਕਰ ਰਹੇ ਸਨ। ਪ੍ਰਧਾਨ ਸਾਹਿਬ ਵੱਲੋਂ ਆਪਣੇ ਮੈਂਬਰਾਂ ਨਾਲ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਜਾਣ ਪਛਾਣ ਕਰਾਉਣ ਦੇ ਛੇਤੀ ਬਾਅਦ ਮੇਰੇ ਸਾਥੀਆਂ ਨੇ ਉਹਨਾਂ ਨੂੰ ਆਪਣੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਦੱਸ ਵੋਟ ਪਾਉਣ ਦੀ ਅਪੀਲ ਕੀਤੀ। ਮੀਟਿੰਗ ਤੋਂ ਬਾਅਦ ਅਸੀਂ ਫਰੈਸ਼ ਹੋ ਕੇ ਫਿਰ ਬੈਠਕ 'ਚ ਆ ਗਏ, ਜਿੱਥੇ ਛੋਟੀ ਜਿਹੀ ਮਹਿਫਿਲ ਦਾ ਪ੍ਰਬੰਧ ਸੀ। ਦੇਸੀ ਘਰ ਦੀ ਦਾਰੂ ਤੇ ਅੱਡੇ ਤੋਂ ਮੰਗਵਾਇਆ ਪੈਕ ਫਰਾਈ ਚਿਕਨ। ਮਹਿਫਿਲ ਵਿੱਚ ਪ੍ਰਧਾਨ ਸਾਹਿਬ ਦੇ ਨੇੜਲੇ ਮਿੱਤਰ ਵੀ ਸ਼ਾਮਲ ਸਨ। ਸਾਡੇ ਵੱਲੋਂ ਦੱਸਣ ਤੇ ਕਿ ਅਸੀਂ ਕਾਮਰੇਡ ਨਵਰਾਹੀ ਸਾਹਿਬ ਨੂੰ ਮਿਲ ਕੇ ਆਏ ਹਾਂ ਤਾਂ ਪ੍ਰਧਾਨ ਸਾਹਿਬ ਦੇ ਚਿਹਰੇ ਤੇ ਖੁਸ਼ੀ ਤੇ ਸ਼ੁਕਰਾਨੇ ਦੀ ਲਿਸ਼ਕ ਬੜੀ ਗੂੜੀ ਨਜ਼ਰ ਆਈ। ਪ੍ਰਧਾਨ ਸਾਹਿਬ ਦੱਸ ਰਹੇ ਸਨ, ਕਾਮਰੇਡ ਹੋਰਾਂ ਉਮਰ ਦਾ ਵੱਡਾ ਹਿੱਸਾ ਲੋਕਾਂ ਦੇ ਕਾਜ ਖਾਤਰ ਲਾ ਦਿੱਤਾ। ਮਾੜੇ ਦੀ ਧਿਰ ਬਣੇ, ਅਨਿਆਂ ਖਿਲਾਫ ਡਟੇ ਰਹੇ, ਨਿਆਸਰੇ ਦਾ ਆਸਰਾ ਬਣੇ, ਪਰ ਇਹਦੀ ਕੀਮਤ ਬੜੀ ਵੱਡੀ ਚੁਕਾਉਣੀ ਪਈ। ਕਾਲੇ ਦਿਨਾਂ 'ਚ ਕਾਲੀਆਂ ਸ਼ਕਤੀਆਂ ਦੀਆਂ ਧਮਕੀਆਂ ਤੋਂ ਜ਼ਰਾ ਵੀ ਨਹੀਂ ਡਰੇ ਤੇ ਨਾ ਹੀ ਡੋਲੇ। ਖਾਲਿਸਤਾਨੀ ਦਹਿਸ਼ਤਗਰਦਾਂ ਨੇ ਉਹਨਾਂ ਦੇ ਧੀ ਜਵਾਈ ਨੂੰ ਗੋਲੀਆਂ ਨਾਲ ਉਡਾ ਦਿੱਤਾ। ਉਹਨਾਂ ਦਾ ਵੱਡਾ ਪੁੱਤਰ ਵਿਦੇਸ਼ ਜਾ ਵਸਿਆ ਤੇ ਛੋਟਾ ਵੀ ਪਰਿਵਾਰ ਸਮੇਤ ਹਿਜਰਤ ਕਰ ਬਟਾਲੇ ਚਲਾ ਗਿਆ। ਕਾਮਰੇਡ ਹੋਰਾਂ ਕੋਲ ਉਹਨਾਂ ਦੀ ਦੋਹਤੀ ਆਪਣੇ ਪਤੀ ਤੇ ਛੋਟੀ ਜਿਹੀ ਧੀ ਨਾਲ ਰਹਿੰਦੀ ਹੈ। ਦੋਵੇਂ ਜੀ ਪੜ੍ਹਾਉਂਦੇ ਹਨ ਤੇ ਮਿਲੇ ਚੰਗੇ ਸੰਸਕਾਰਾਂ ਕਰਕੇ ਉਹਨਾਂ ਦੀ ਦੇਖਭਾਲ ਕਰਦੇ ਹਨ। ਬਾਹਰ ਵਿਹੜੇ ਵੱਲੋਂ ਤੜਕੀ ਜਾ ਰਹੀ ਦਾਲ ਦੀ ਖੁਸ਼ਬੂ ਤੇ ਤੰਦੂਰੀ ਰੋਟੀਆਂ ਦੀ ਮਹਿਕ ਨੇ ਭੁੱਖ ਚਮਕਾ ਦਿੱਤੀ। ਦਿਨ ਦੀ ਥਕਾਵਟ ਕਰਕੇ ਅਸਾਂ ਮਹਿਫਿਲ ਨੂੰ ਸੰਖੇਪ ਕਰਦਿਆਂ ਰੋਟੀ ਲਈ ਆਖ ਦਿੱਤਾ। ਰਾਤ ਗੂੜੀ ਨੀਂਦ ਆਈ। ਪ੍ਰਧਾਨ ਸਾਹਿਬ ਮੇਰੇ ਮਿੱਤਰਾਂ ਨੂੰ ਸਵੇਰੇ 4 ਵਜੇ ਇੱਥੋਂ ਸਿੱਧੀ ਚੰਡੀਗੜ੍ਹ ਜਾਣ ਵਾਲੀ ਬੱਸ ਤੇ ਬਿਠਾ ਆਏ। ਫਿਰ 6 ਵਜੇ ਮੈਨੂੰ ਪ੍ਰਧਾਨ ਸਾਹਿਬ ਉਠਾ ਕੇ ਸੈਰ ਲਈ ਲੈ ਗਏ। ਵਾਪਸ ਆ ਨਹਾ ਧੋ ਤਿਆਰ ਹੋ ਮੈਂ ਨਾਸ਼ਤਾ ਕਰ ਰਾਤ ਦਾ ਆਪਣਾ ਇੱਧਰਲੀ ਰਿਸ਼ਤੇਦਾਰੀ 'ਚ ਮਿਲਣ ਗਏ ਵੈਨ ਡਰਾਈਵਰ ਨੂੰ ਉਡੀਕਣ ਲੱਗ ਪਿਆ। ਅੱਜ ਜਦੋਂ ਮੈਂ ਵੀ 70 ਪਾਰ ਕਰ ਚੁੱਕਾ ਤੇ ਮੇਰੇ ਘਰੇਲੂ ਹਾਲਾਤ ਵੀ ਮੇਰੀ ਜ਼ਿੰਦਗੀ ਦੀ ਹਨੇਰੀ ਰਾਤ ਦੇ ਰੰਗ 'ਚ ਘੁਲਦੇ ਜਾ ਰਹੇ ਹਨ ਤਾਂ ਮੈਨੂੰ 2.5 ਦਹਾਕੇ ਪਹਿਲਾਂ ਕਾਮਰੇਡ ਨਵਰਾਈ ਹੋਰਾਂ ਦੀ ਜ਼ਿੰਦਗੀ ਦੀ ਉਸ ਢਲੀ ਸ਼ਾਨ ਦੀ ਯਾਦ ਆ ਰਹੀ ਹੈ। ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਕਲਾਪਾ, ਅਣਦੇਖੀ ਤੇ ਮੁਥਾਜੀ ਦਾ ਅਹਿਸਾਸ ਕਿੰਨਾ ਜਾਨਲੇਵਾ ਹੁੰਦਾ ਹੈ। ਉਨੀ ਦਿਨੀ ਪੰਜਾਬ 'ਚ ਦਹਿਸ਼ਤ ਦਾ ਕਾਲਾ ਸੰਘਣਾ ਹਨੇਰਾ ਪਸਰਿਆ ਸੀ। ਸਰਹੱਦ ਪਾਰੋਂ ਮਿਲ ਰਹੇ ਅਤ ਆਧੁਨਿਕ ਹਥਿਆਰਾਂ, ਨਸ਼ੇ ਤੇ ਨਕਲੀ ਕਰੰਸੀ ਦੀ ਬਦੌਲਤ ਮਾੜੀ ਮੋਟੀ ਲੁੱਟ ਖੋਹ ਕਰਨ ਵਾਲੇ ਮੁਜਰਮ ਪੇਸ਼ਾ ਖਾੜਕੂ ਤੇ ਏਰੀਆ ਕਮਾਂਡਰ ਬਣ ਬੈਠੇ ਸਨ। ਮਾਸੂਮ ਤੇ ਨਿਰਦੋਸ਼ ਲੋਕਾਂ ਦਾ ਕਤਲੇਆਮ, ਆਪਸੀ ਦੁਸ਼ਮਣੀਆਂ ਦਾ ਬਦਲਾ ਲੈਣ ਲਈ ਇਹ ਸਿੰਘ ਸੁਪਾਰੀਆਂ ਲੈ ਕਤਲਾਂ ਨੂੰ ਅੰਜਾਮ ਦੇਣ ਲੱਗੇ। ਹਰ ਪਾਸੇ ਡਰ ਸਹਿਮ ਸੀ। ਸਵੇਰੇ ਘਰੋਂ ਕੰਮਕਾਰ ਲਈ ਨਿਕਲੇ ਬੰਦੇ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਉਹ ਘਰ ਪਰਤੇਗਾ ਵੀ ਕਿ ਨਹੀਂ। ਘਰਦਿਆਂ ਨੂੰ ਵੀ ਅਗਲੇ ਦਿਨ ਅਖਬਾਰ ਦੀ ਖਬਰ ਸੋਧ ਦੇਣ ਜਾਂ ਪੁਲਿਸ ਵੱਲੋਂ ਚੁੱਕ ਝੂਠਾ ਮੁਕਾਬਲਾ ਬਣਾ ਮਾਰ ਦੇਣ ਦੀ ਸੁਰਖੀ ਤੋਂ ਪਤਾ ਲੱਗਦਾ ਸੀ। ਅਖਬਾਰ ਤੇ ਖਬਰਾਂ ਨਾਲ ਸੰਬੰਧਿਤ ਹੋਣ ਕਰਕੇ ਹਰ ਵੇਲੇ ਖਤਰੇ ਦਾ ਪਰਛਾਵਾਂ ਮੇਰੇ ਸਿਰ ਤੇ ਵੀ ਮੰਡਰਾਉਂਦਾ ਰਹਿੰਦਾ ਸੀ। ਕਈ ਪੱਤਰਕਾਰ ਖਾਲਿਸਤਾਨੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਚੁੱਕੇ ਸਨ। ਮੇਰਾ ਪੱਤਰਕਾਰੀ ਦਾ ਸਟੇਸ਼ਨ ਸਰਹੱਦੀ ਕਸਬਾ ਹੋਣ ਕਰਕੇ ਇਹਨਾਂ ਕਥਿਤ ਖਾੜਕੂਆਂ ਨਾਲ ਵਾਹ ਰੋਜ਼ਾਨਾ ਪੈਂਦਾ ਸੀ, ਜਿਸ ਕਰਕੇ ਮੇਰਾ ਬਚਾਅ ਹੋ ਗਿਆ।
ਜਿਸ ਦੀ ਵਜ੍ਹਾ ਇੱਕ ਤਾਂ ਅਖਬਾਰ ਖਾੜਕੂ ਪੱਖੀ ਸੋਧ ਦੇਣ ਤੇ ਫਿਰ ਜ਼ਿੰਮੇਵਾਰੀਆਂ ਲੈਣ ਦੀਆਂ ਖਬਰਾਂ ਪ੍ਰਮੁੱਖਤਾ ਨਾਲ ਛਾਪਣ ਤੇ ਇਸ ਤੋਂ ਵੀ ਵੱਧ ਸਾਡੀ ਅਖਬਾਰ ਵੱਲੋਂ ਇਹਨਾਂ ਦਹਿਸ਼ਤਗਰਦਾਂ ਦੇ ਭੋਗਾਂ ਤੇ ਅੰਤਿਮ ਅਰਦਾਸ ਦੇ ਇਸ਼ਤਿਹਾਰ ਮਾਮੂਲੀ ਰਕਮ ਲੈ ਛਾਪ ਰਹੀ ਸੀ। ਮੇਰੇ ਇਕਲੌਤੇ ਬੇਟੇ ਨੇ ਅੰਮ੍ਰਿਤਸਰ ਦੇ ਪੋਲੀਟੈਕਨਿਕ ਕਾਲਜ ਤੋਂ 2 ਸਾਲਾਂ ਵਾਲਾ ਡਿਪਲੋਮਾ 5 ਸਾਲਾ ਖਾਲਿਸਤਾਨੀ ਦਹਿਸ਼ਤਗਰਦ ਪ੍ਰੀਖਿਆ ਨਹੀਂ ਸਨ ਹੋਣ ਦਿੰਦੇ ਵਿੱਚ ਕੀਤਾ ਸੀ। ਹਰ ਪ੍ਰੀਖਿਆ ਵਿੱਚੋਂ 90% ਅੰਕ ਲੈਣ ਵਾਲੇ ਮੇਰੇ ਲਾਇਕ ਬੇਟੇ ਤੇ ਉਹਦਾ ਬੜਾ ਮਾਰੂ ਅਸਰ ਪਿਆ। ਬੇਰੁਜ਼ਗਾਰੀ ਦੇ ਡੰਗ ਕਰਕੇ ਉਹਦਾ ਪਹਿਲਾ ਰੁਝਾਨ ਨਕਸਲੀਆਂ ਵੱਲ, ਫਿਰ ਪਿੰਡ ਦੇ ਇੱਕ ਏਰੀਏ ਕਮਾਂਡਰ ਦਾ ਦੋਸਤ ਹੋਣ ਕਰਕੇ ਉਹ ਕਥਿਤ ਖਾਲਿਸਤਾਨੀ ਲਹਿਰ ਵੱਲ ਝੁਕ ਗਿਆ। ਅਸਲ 'ਚ ਉਹ ਭਟਕਣ ਦਾ ਸ਼ਿਕਾਰ ਹੋ ਚੁੱਕਾ ਸੀ ਤੇ ਚੋਰੀ ਦੋਸਤਾਂ ਨਾਲ ਸ਼ਰਾਬ ਵੀ ਪੀਣ ਲੱਗ ਪਿਆ ਸੀ। ਮੇਰੇ ਵੱਲੋਂ ਰੋਕਣ ਤੇ ਉਹ ਆਸਟ੍ਰੇਲੀਆ ਜਾਂ ਕੈਨੇਡਾ ਬਾਹਰਲੇ ਦੇਸ਼ ਭੇਜਣ ਦੀ ਰੱਟ ਲਾਉਣ ਲੱਗਾ। ਪੈਸੇ ਦਾ ਪ੍ਰਬੰਧ ਤਾਂ ਮੈਂ ਕਰ ਸਕਦਾ ਸੀ ਕਿਉਂਕਿ ਪਿੰਡ ਵਾਲੀ ਆਪਣੇ ਹਿੱਸੇ ਆਉਂਦੀ ਜ਼ਮੀਨ ਮੈਂ ਵੇਚ ਸਕਦਾ ਸੀ। ਫਿਰ ਭਲੇ ਦਿਨੀ ਜਦੋਂ ਕਸਬੇ ਦੇ ਘੱਟ ਗਿਣਤੀ ਫਿਰਕੇ ਦੇ ਲੋਕ ਮੰਦਭਾਗੇ ਕਾਲੇ ਦਿਨਾਂ ਦੀ ਦਹਿਸ਼ਤ ਕਰਕੇ ਆਪਣੀਆਂ ਦੁਕਾਨਾਂ, ਘਰ ਤੇ ਪਲਾਟ ਆਦਿ ਸਸਤੇ ਮੁੱਲ ਵੇਚਣ ਲਈ ਮਜਬੂਰ ਸਨ ਤਾਂ ਮੈਨੂੰ ਵੀ ਏਰੀਆ ਕਮਾਂਡਰ ਨੇ ਪਰਿਵਾਰ ਸਮੇਤ ਸੋਧ ਦੇਣ ਦੀ ਚਿੱਠੀ ਭੇਜ ਇੱਕ ਕੱਪੜੇ ਦੇ ਕਾਰੋਬਾਰੀ ਤੋਂ ਅੱਡੇ 'ਚ 2 ਦੁਕਾਨਾਂ ਤੇ ਪਿੱਛੇ ਕੋਠੀ ਕੌਡੀਆਂ ਦੇ ਭਾਅ ਲੈ ਦਿੱਤੀ ਸੀ। ਉਹਨਾਂ ਸੰਤਾਪੇ ਦਿਨੀ ਵੱਖ-ਵੱਖ ਕਥਿਤ ਫੋਰਸਾਂ ਦੇ ਅੱਤਵਾਦੀ ਰਾਤ ਨੂੰ ਹਿੰਦੂ ਕਾਰੋਬਾਰੀਆਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਦੁਕਾਨਾਂ ਤੇ ਸ਼ਟਰਾਂ ਉੱਪਰ ਟੁੱਟੀ-ਫੁੱਟੀ ਲਿਖਾਈ 'ਚ ਲਿਖੀ ਸੋਧ ਦੇਣ ਦੀ ਧਮਕੀਨੁਮਾ ਚੇਤਾਵਨੀ ਚਿਪਕਾ ਦਿੰਦੇ। ਫਿਰ ਸਸਤੀ ਜਾਇਦਾਦ ਖਰੀਦਣ ਲਈ ਗਾਹਕ ਭੇਜ ਦਿੰਦੇ। ਇੱਕੇ ਦਿਨ 'ਚ ਸੌਦਾ, ਖਰੀਦਦਾਰ ਦੇ ਨਾਂ ਰਜਿਸਟਰੀ ਤੇ ਉਸ ਤੋਂ ਖਰੀਦ ਮੁੱਲ ਤੋਂ ਦੁੱਗਣੀ ਦਲਾਲੀ ਲੈ ਲੈਂਦੇ। ਬਾਅਦ 'ਚ ਲੁਟੇਰੇ ਵੀ ਭੰਗ ਦੇ ਭਾੜੇ ਗਏ। ਭਾਅ ਪੁਲਿਸ ਨੇ ਮੁਕਾਬਲੇ ਬਣਾ ਮਾਰ ਮੁਕਾਏ। ਬੇਟੇ, ਘਰ ਦਾ ਸਾਹਿਤਿਕ ਮਾਹੌਲ, ਲਾਇਬ੍ਰੇਰੀ 'ਚ ਵਿਸ਼ਵ ਕਲਾਸਿਕ ਸਾਹਿਤ ਦਾ ਖਜ਼ਾਨਾ, ਪੜ੍ਹਨ ਲਈ ਸਾਹਿਤਿਕ ਮੈਗਜ਼ੀਨ। ਸਾਡੇ ਘਰ ਹਰ ਸਾਲ ਸਾਹਿਤ ਕਲਾ ਮੰਚ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਜਿਨ੍ਹਾਂ ਵਿੱਚ ਕਹਾਣੀ, ਕਵੀ ਦਰਬਾਰ, ਪੁਸਤਕ ਗੋਸ਼ਟੀ, ਇਨਾਮ ਸਨਮਾਨ ਤੇ ਰਾਤ ਨੂੰ ਡਰਾਮੇ ਹੁੰਦੇ ਸਨ। ਬੇਟੇ, ਤੂੰ ਇਹ ਸਭ ਵੇਖਦਾ, ਆਪਣੇ ਲੇਖਕ ਤਾਇਆਂ ਚਾਚਿਆਂ ਨੂੰ ਮਿਲਦਾ, ਉਹਨਾਂ ਦਾ ਪਿਆਰ ਪਾਉਂਦਾ ਸੀ। ਮੈਂ ਤੈਨੂੰ ਸ਼ਹਿਰਾਂ ਕਸਬਿਆਂ ਵਿੱਚ ਹੋਣ ਵਾਲੇ ਸਾਹਿਤ ਸਮਾਗਮਾਂ 'ਚ ਆਪਣੇ ਨਾਲ ਤੈਨੂੰ ਵੀ ਲੈ ਜਾਂਦਾ ਸੀ। ਸੋਚਦਾ ਸੀ ਤੂੰ ਬਹੁਤ ਕੁਝ ਸਿੱਖ ਰਿਹਾ ਹੈ, ਪਰ ਮੈਂ ਹੈਰਾਨ ਰਹਿ ਗਿਆ ਜੇ ਤੂੰ ਸੰਸਾਰ ਸ਼ਾਹਕਾਰ ਸਾਹਿਤ ਤੇ ਮੇਰੇ ਸਮਕਾਲੀ ਪ੍ਰਗਤੀਸ਼ੀਲ ਲੇਖਕਾਂ ਦੇ ਪ੍ਰਭਾਵ ਦੀ ਥਾਂ ਤੇਰਾ ਰੁਝਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੱਲ ਕਿਵੇਂ ਹੋ ਗਿਆ। ਤੇਰੀ ਨੇੜਤਾ ਸਿੱਖ ਫੈਡਰੇਸ਼ਨੀਏ ਸਿੱਧੂ ਨਾਲ ਕਿਵੇਂ ਹੋ ਗਈ। ਖੈਰ, ਇਸ ਨੇੜਤਾ ਨੇ ਰੰਗ ਲਿਆਉਣਾ ਹੀ ਸੀ ਸੋ ਲਿਆਈ। ਤੂੰ ਇੱਕ ਅਖੌਤੀ ਐਕਸ਼ਨ ਦੌਰਾਨ ਪੁਲਿਸ ਹੱਥੇ ਚੜ੍ਹ ਗਿਆ। ਮੈਂ ਆਪਣਾ ਤੇ ਆਪਣੇ ਅਖਬਾਰ ਦੇ ਮਾਲਕ ਸੰਪਾਦਕ ਦਾ ਅਸਰ ਰਸੂਖ ਵਰਤ ਤੇ ਬਹੁਤਾ ਪੈਸਾ ਪਾਣੀ ਵਾਂਗ ਵਹਾ ਤੈਨੂੰ ਪੁਲਿਸ ਦੇ ਕਿਸੇ ਝੂਠੇ ਮੁਕਾਬਲੇ ਤੋਂ ਤਾਂ ਬਚਾ ਲਿਆ, ਪਰ ਤੇਰਾ ਕੈਰੀਅਰ ਤਬਾਹ ਹੋ ਗਿਆ, ਕਾਲਾ ਠੱਪਾ ਜੂ ਲੱਗ ਗਿਆ। ਖੈਰ, ਰਕਮ ਦਾ ਪ੍ਰਬੰਧ ਮੈਂ ਕਰ ਦਿੱਤਾ ਤੇ ਫੈਡਰੇਸ਼ਨੀਏ ਸਿੱਧੂ ਨੇ ਤੇਰੇ ਤੇ ਸਰਕਾਰੀ ਤਸ਼ੱਦਦ ਦੇ ਖਦਸ਼ੇ ਦੇ ਮੱਦੇਨਜ਼ਰ ਆਪਣੇ ਪੈਡ ਤੇ ਸਿਆਸੀ ਸ਼ਰਨ ਦਿੱਤੇ ਜਾਣ ਦੀ ਸਿਫਾਰਿਸ਼ ਨਾਲ ਤੈਨੂੰ ਕੈਨੇਡਾ ਨੂੰ ਤੋਰ ਦਿੱਤਾ। ਇਸ ਬਦਲੇ ਬਾਅਦ ਵਿੱਚ ਸਿੱਧੂ ਨੇ ਮੇਰੇ ਕੋਲੋਂ ਮੋਟੀ ਰਕਮ ਵਸੂਲੀ ਸੀ। ਚੱਲ ਖੈਰ, ਤੂੰ ਤਾਂ ਆਪਣੀ ਮਿੱਟੀ ਦੀ ਮਹਿਕ ਵੀ ਹੋਣਾ ਹੋ ਪ੍ਰਵਾਸੀ ਹੋ ਗਿਆ। ਬੇਗਾਨੀ ਧਰਤੀ ਦਾ ਪੁੱਤਰ ਤੇ ਡਾਲਰਾਂ ਦੇ ਪਿੰਜਰੇ ਦਾ ਪੰਛੀ ਬਣ ਮਿੱਠੀ ਕੈਦ ਨੂੰ ਆਪਣਾ ਨਸੀਬਾ ਬਣਾ ਲਿਆ। ਫਿਰ ਬੇਟੇ, ਤੇਰੀ ਨਹੀਂ ਤੇਰੀਆਂ ਖਾਲਿਸਤਾਨੀ ਪੱਖੀ ਸਰਗਰਮੀਆਂ ਦੀਆਂ ਖਬਰਾਂ ਆਉਣ ਲੱਗੀਆਂ। ਫਿਰ ਪਤਾ ਲੱਗਾ ਉੱਥੇ ਤੂੰ ਖਾਲਿਸਤਾਨੀ ਆਗੂ ਬਣ ਬੈਠਾ ਤੇ ਖਾਲਿਸਤਾਨੀ ਸਮਰਥਕ ਅਖਬਾਰ ਕੱਢ ਲਈ, ਭਾਵ ਕਾਲੀਆਂ ਸ਼ਕਤੀਆਂ ਲਈ ਜ਼ਮੀਰ ਵੇਚਣ ਲੱਗ ਪਿਆ। ਇੰਡੀਆ ਦੀ ਏਕਤਾ ਤੇ ਅਖੰਡਤਾ ਖਿਲਾਫ ਆਪਣੇ ਅਖਬਾਰ 'ਚ ਅੱਗ ਲਾਊ ਸੰਪਾਦਕੀਆਂ, ਭੜਕਾਊ ਲੇਖ ਲਿਖਣੇ ਤੇ ਭਾਸ਼ਣ ਵਿੱਚ ਦੇਸ਼ ਧਰੋਹੀਆਂ ਦੀ ਬੋਲੀ ਬੋਲਣ ਲੱਗਾ। ਸੁਣਿਆ ਤੈਨੂੰ ਗੁਰਦੁਆਰੇ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ 2 ਧੜਿਆਂ ਦਰਮਿਆਨ ਹੋਏ ਝਗੜੇ 'ਚ ਸ਼ਾਮਲ ਹੋਣ ਕਰਕੇ ਪੁਲਿਸ ਹਿਰਾਸਤ 'ਚ ਰਹਿਣਾ ਪਿਆ ਸੀ। 2-3 ਮਹੀਨੇ ਦੀ ਚੁੱਪ ਤੋਂ ਬਾਅਦ ਫਿਰ ਕਿਸੇ ਨੇ ਦੱਸਿਆ ਕਿ ਉੱਥੋਂ ਦੀ ਕਮਿਊਨਿਜ਼ਮ ਸਮਰਥਕ ਸਪਤਾਹਿਕ ਦੇ ਸੰਪਾਦਕ ਦੇ ਹੋਏ ਕਤਲ ਵਿਚਲੇ ਦੋਸ਼ੀਆਂ 'ਚ ਤੇਰਾ ਵੀ ਨਾਮ ਬੋਲਦਾ ਸੀ। ਸ਼ਾਇਦ ਅਜਿਹੇ ਭੜਕੀਲੇ ਕਾਜ ਤੇਰੇ ਉੱਥੇ ਸੈਟਲ ਹੋਣ ਦੀ ਮਜਬੂਰੀ ਹੋਵੇ, ਪਰ ਮੈਂ ਤੇਰੀਆਂ ਖਾਲਿਸਤਾਨੀ ਹਮਾਇਤੀ ਤੇ ਦੇਸ਼ ਵਿਰੋਧੀ ਕਾਰਗੁਜ਼ਾਰੀਆਂ ਕਰਕੇ ਤੇਰੇ ਨਾਲੋਂ ਨਾਤਾ ਤੋੜਨ ਦਾ ਫੈਸਲਾ ਕਰ ਲਿਆ, ਕਿਉਂਕਿ ਮੇਰੀ ਸੋਚ ਤੇ ਮੇਰੀਆਂ ਲਿਖਤਾਂ ਸਮਾਜਿਕ ਨਿਆਂ, ਬਰਾਬਰੀ ਤੇ ਤਬਦੀਲੀ ਦੀ ਗੱਲ ਕਰਦੀਆਂ ਹਨ। ਫਿਰ ਮੇਰੇ ਸਿਰਜੇ ਪਾਤਰ ਸਦਾ ਚੰਗੀ ਜ਼ਿੰਦਗੀ ਲਈ ਸੰਘਰਸ਼ਸ਼ੀਲ ਰਹੇ ਹਨ। ਇਹ ਸਭ ਸਾਡੇ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਆਪਣੇ ਜਿਗਰ ਦੇ ਟੁਕੜੇ ਇਕਲੌਤੇ ਪੁੱਤ ਦੇ ਬਰਬਾਦੀ ਵਾਲੇ ਰਸਤੇ ਪੈਣ ਬਾਰੇ ਸੁਣ ਤੇਰੀ ਮਾਂ ਨੂੰ ਤਾਂ ਕੋਈ ਭਿਆਨਕ ਬਿਮਾਰੀ ਘੁਣ ਵਾਂਗ ਅੰਦਰੋਂ ਅੰਦਰ ਖੋਖਲਾ ਕਰਨ ਲੱਗ ਪਈ ਸੀ।
ਬੇਟੇ ਪਹਿਲਾਂ ਤੂੰ ਹੌਲੀ ਹੌਲੀ ਖੱਤ ਪੱਤਰ ਲਿਖਣਾ ਘੱਟ ਕੀਤਾ, ਫਿਰ ਇੱਕਦਮ ਬੰਦ। ਖੈਰ ਸੁੱਖ ਸਾਂਦ ਦੀ ਲੋੜ ਤੇਰੀ ਮਾਂ ਨੂੰ ਤਾਂ ਅਖੀਰ ਤੱਕ ਰਹੀ, ਪਰ ਮੈਂ ਤੇਰੇ ਵੱਲੋਂ ਲਿਖੇ ਜਾਣ ਵਾਲੀਆਂ ਚਿੱਠੀਆਂ ਲਈ ਕਦੇ ਵੀ ਬੇਤਾਬ ਨਹੀਂ ਰਿਹਾ। ਇੱਥੇ ਤਾਂ ਬਸ ਨਹੀਂ, ਮੈਂ ਤਾਂ ਤੇਰੇ ਭੇਜੇ ਚੈੱਕਾਂ ਨੂੰ ਵੀ ਬੇਲੋੜਾ ਸਮਝਦਾ ਰਿਹਾ। ਤੇਰੇ ਡਾਲਰਾਂ ਨਾਲ ਤਾਂ ਮੈਂ ਆਪਣੇ ਗੋਦ ਲਏ ਹੋਣਹਾਰ ਪਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਨਾ ਵੀ ਪਾਪ ਤੇ ਗੁਨਾਹ ਸਮਝਦਾ ਸੀ। ਮੇਰੇ ਤੇ ਤੇਰੀ ਮਾਂ ਦੇ ਖਰਚੇ ਵੀ ਕਿਹੜੇ ਜ਼ਿਆਦਾ ਸਨ। ਸਾਡੇ ਲਈ ਜ਼ਮੀਨ ਦਾ ਠੇਕਾ, ਕੋਠੀ, ਅਗਲੀਆਂ 4 ਦੁਕਾਨਾਂ ਦਾ ਕਿਰਾਇਆ, ਕਦੀ-ਕਦੀ ਰੇਡੀਓ, ਦੂਰਦਰਸ਼ਨ ਵੱਲੋਂ ਮਿਲਦੇ ਪ੍ਰੋਗਰਾਮ ਤੇ ਕੁਝ ਅਖਬਾਰਾਂ ਮੈਗਜ਼ੀਨਾਂ ਵਿੱਚ ਛਪੀਆਂ ਰਚਨਾਵਾਂ ਦਾ ਮਿਹਨਤਾਨਾ ਆਦਿ ਵਾਧੂ ਸਨ। ਬਾਕੀ ਬਚਦੀ ਰਾਸ਼ੀ ਨਾਲ ਸਾਹਿਤ ਸਮਾਗਮ ਤੇ ਲੇਖਕਾਂ ਦੀ ਮਹਿਮਾਨ ਨਵਾਜ਼ੀ ਕਰ ਛੱਡੀ ਦੀ ਸੀ। ਪੁੱਤਰ ਜੀ, ਪੜ੍ਹੀ ਦਾ ਗੋਰੇ ਆਪਣੇ ਮੌਮ ਡੈਡ ਨੂੰ ਓਲਡ ਮੈਨ ਹੋਮ ਪਹੁੰਚਾਉਣ 'ਚ ਸਹਾਇਤਾ ਕਰ ਤੇ ਕਦੇ ਮਦਰਸ ਡੇ ਮੌਕੇ ਕਾਰਡ ਭੇਜ ਸੁਰਖਰੂ ਹੋ ਜਾਂਦੇ ਹਨ। ਮੈਨੂੰ ਵੀ ਤੂੰ ਇੱਕ ਵਾਰ ਫਾਦਰਸ ਡੇ ਤੇ ਬੜਾ ਸੁੰਦਰ ਰੰਗੀਨ ਤੇ ਸਚਿੱਤਰ ਕਾਰਡ ਭੇਜਿਆ ਸੀ। ਮੈਂ ਆਪਣੇ ਮਿੱਤਰਾਂ ਨੂੰ ਵਿਖਾਇਆ ਤੇ ਬੜੇ ਮਾਣ ਨਾਲ ਦੱਸਿਆ ਸੀ ਕਿ ਮੇਰੇ ਬੇਟੇ ਨੇ ਕੈਨੇਡਾ ਤੋਂ ਭੇਜਿਆ। ਕਿੰਨਾ ਮੇਰਾ ਖਿਆਲ ਰੱਖਦਾ ਹੈ। ਤੇਰੀ ਮਾਂ ਦੀ ਵੀ ਇੱਛਾ ਸੀ ਕਿ ਅਜਿਹਾ ਕਾਰਡ ਮੇਰਾ ਬੇਟਾ ਵੀ ਮੈਨੂੰ ਭੇਜੇ, ਪਰ ਉਹ ਆਪਣੀ ਇਹ ਹਸਰਤ ਆਪਣੇ ਨਾਲ ਲੈ ਸਾਨੂੰ ਅਲਵਿਦਾ ਕਹਿ ਗਈ। ਉਹਦੇ ਤਾਂ ਸਿਵੇ ਦਾ ਸੇਕ ਵੀ ਤੇਰੀਆਂ ਮਸਰੂਫੀਆਂ ਤੱਕ ਨਹੀਂ ਸੀ ਪੁੱਜ ਸਕਿਆ। ਤੇਰੀ ਕਿਸਮਤ 'ਚ ਤਾਂ ਮਾਂ ਦੇ ਠੰਡੇ ਸਿਵੇ ਦੇ ਨੇੜੇ ਬੈਠ 2 ਅੱਥਰੂ ਕੇਰ ਜਾਣਾ ਵੀ ਨਹੀਂ ਸੀ ਲਿਖਿਆ। ਆਖਰ ਮੇਰੇ ਤੇ ਵੀ ਬੁਢਾਪੇ ਨੇ ਆਪਣਾ ਰੰਗ ਵਿਖਾਉਣਾ ਸੀ, ਸੋ ਉਹਦਾ ਵੀ ਅਸਰ ਪ੍ਰਤੱਖ ਨਜ਼ਰ ਆਉਣ ਲੱਗਾ। ਗੋਡੇ ਤੇ ਜੋੜਾਂ ਦੇ ਦਰਦ ਤਾਂ ਬੁੱਢਿਆਂ ਨੂੰ ਕੁਦਰਤ ਵੱਲੋਂ ਵਰਦਾਨ ਦੇ ਰੂਪ 'ਚ ਮਿਲਦੇ ਦੱਸਦੇ ਹਨ। ਆਪਣੇ ਰਿਸ਼ਤੇਦਾਰ, ਸਕੇ ਸੰਬੰਧੀ ਤਾਂ ਪਹਿਲਾਂ ਹੀ ਘੱਟ ਸਨ। ਜਿਹੜੇ ਰਹਿੰਦੇ ਸੀ ਉਹ ਮੇਰੇ ਤੋਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਨਾ ਹੁੰਦੀਆਂ ਵੇਖ ਦੂਰ ਹੁੰਦੇ ਗਏ। ਉਹਨਾਂ ਟੁੱਟਣਾ ਮੁੱਕਣਾ ਹੀ ਸੀ। ਆਖਰ ਤਿੜਕੇ ਭਾਂਡੇ ਵੀ ਤਾਂ ਕਿਹੜਾ ਭਰੇ ਰਹਿੰਦੇ ਹਨ। ਦੋਸਤਾਂ ਦੇ ਪਰਿਵਾਰਾਂ 'ਚ ਰੁਝੇਵੇਂ ਵੱਧ ਗਏ। ਦੋਸਤ ਸ਼ਹਿਰਾਂ, ਮਿੱਤਰਾਂ ਦੀਆਂ ਕੋਠੀਆਂ ਤੇ ਮੇਰੇ ਦਰਮਿਆਨ ਫਾਸਲਾ ਕੁਝ ਜ਼ਿਆਦਾ ਹੀ ਵੱਧ ਗਿਆ। ਪਿਛਲੇ 5 ਦਹਾਕਿਆਂ ਤੋਂ ਪਹਿਲਾਂ ਦੇ ਸਾਂਭ ਕਈ ਵਾਰ ਪੜ੍ਹੇ ਮਹਿਬੂਬ ਦੇ ਖੱਤ ਤੇ ਫੋਟੋਆਂ ਸਾੜ ਚੁੱਕਾ ਹਾਂ। ਪ੍ਰੀਤ ਲੜੀ, ਆਰਸੀ, ਨਾਗਮਣੀ ਅੱਖਰ ਆਦਿ ਰਸਾਲੇ, ਜਿਨ੍ਹਾਂ ਨੂੰ ਮੈਂ ਆਪਣੀ ਸਾਹਿਤਕ ਪੂੰਜੀ ਸਮਝਦਾ ਸੀ, ਇੱਕ ਦਿਨ ਉਹਨਾਂ ਦਾ ਮੋਹ ਤਿਆਗ ਰੱਦੀ 'ਚ ਵੇਚ ਦਿੱਤੇ। ਕਿਤਾਬਾਂ, ਆਪਣੀ ਮਨਪਸੰਦ ਕਿਤਾਬਾਂ, ਡਾਨ ਵਹਿੰਦਾ ਰਿਹਾ, ਸ਼ੋਲੋਖੋਫ ਤੇ ਸਤੀਸਰ, ਚੰਦਰਕਾਂਤਾ, ਜ਼ਿੰਦਗੀਨਾਮਾ, ਕ੍ਰਿਸ਼ਨਾ ਸੋਪਤੀ, ਸ਼ਿਵ ਪਾਤਰ, ਬੀਬਾ ਤੇ ਪਾਸ਼ ਦੀ ਸ਼ਾਇਰੀ, ਕਲਾਸਿਕ ਫਿਲਮਾਂ ਦੀਆਂ ਸੀਰੀਜ਼ ਤੇ ਸਦਾਬਹਾਰ ਗੀਤ, ਗਜ਼ਲਾਂ ਆਦਿ ਦਾ ਜਿਹੜਾ ਮੇਰੇ ਬਾਅਦ ਹਸ਼ਰ ਹੋਏਗਾ ਉਹਦੀ ਕਲਪਨਾ ਕਰ ਕੰਬ ਜਾਨਾ। ਕਦੀ ਮਹਿਸੂਸ ਕਰਦਾ ਜਿਵੇਂ ਤੁਪਕਾ ਡਿੱਗਦਾ ਬਲ ਰਿਹਾ ਹਾਂ। ਸਮੇਂ ਦੇ ਨਾਲ ਮਿੱਟੀ 'ਚ ਸਮਾ ਰਿਹਾ ਹਾਂ। ਠੀਕ ਹੀ ਤਾਂ ਹੈ, ਸਮਾਂ ਕਿਸੇ ਲਈ ਕਿੱਥੇ ਰੁਕਦਾ। ਮਰਹੂਮ ਸ਼ਾਇਰ ਅਹਿਮਦ ਫਰਾਜ਼ ਦੇ ਇਸ ਸ਼ੇਅਰ ਵਿਚਲੀ ਇੱਛਾ ਮੈਨੂੰ ਵੀ ਬੜੀ ਆਪਣੀ ਲੱਗਦੀ ਹੈ। ਲੇਖਕ ਹਾਂ, ਸੰਵੇਦਨਸ਼ੀਲ ਹਾਂ। ਕਦੀ ਮੇਰਾ ਇਸ ਤਰ੍ਹਾਂ ਭਾਵੁਕ ਹੋ ਜਾਣਾ ਮੁਆਫ ਹੈ। ਫਿਰ ਵੀ अब तक दिले खुश फहम को तुझसे है उम्मीदें, ये आखिरी शमा भी बुझाने के लिए आ। ਭਾਵੇਂ ਕਿ ਮੈਨੂੰ ਬੜੀ ਸ਼ਿੱਦਤ ਨਾਲ ਅਹਿਸਾਸ ਹੁੰਦਾ ਰਿਹਾ ਤੇ ਹੋ ਵੀ ਰਿਹਾ ਕਿ ਕਿਸੇ ਨਹੀਂ ਆਉਣਾ। ਖੈਰ, ਮੈਂ ਤੈਨੂੰ ਆਪਣੀ ਸੋਚ ਅਨੁਸਾਰ ਕੀਤੇ ਸ਼ਾਇਦ ਇੱਕ ਨੇਕ ਕੰਮ ਬਾਰੇ ਵੀ ਦੱਸਦਾ ਜਾਵਾਂ ਕਿ ਅੱਡੇ ਵਾਲੀ ਜ਼ਮੀਨ ਵੇਚ ਆਪਣੇ ਪਲਾਟ ਵਿੱਚ ਸੰਤਾਪੇ ਦਿਨਾਂ 'ਚ ਕਾਲੀਆਂ ਸ਼ਕਤੀਆਂ ਵੱਲੋਂ ਸ਼ਹੀਦ ਸਾਥੀ ਦੀ ਯਾਦ ਵਿੱਚ ਲਾਇਬ੍ਰੇਰੀ ਤੇ ਬੱਚਿਆਂ ਲਈ ਪਾਰਕ ਬਣਵਾ ਦਿੱਤਾ ਹੈ। ਮੈਂ ਹੁਣ ਸ਼ਾਮ ਨੂੰ ਕੋਠੀ ਦੇ ਗੇਟ ਅੱਗੇ ਬੈਠ ਆਪਣੀਆਂ ਬੁੱਢੀਆਂ ਅੱਖਾਂ ਨਾਲ ਚਿਲਡਰਨ ਪਾਰਕ ਵਿੱਚ ਛੋਟੇ ਮਾਸੂਮ ਬੱਚਿਆਂ ਨੂੰ ਖੇਡਦਿਆਂ ਵੇਖ ਰੂਹਾਨੀ ਸਕੂਨ ਹਾਸਲ ਕਰਦਾ, ਕਿਉਂਕਿ ਤੂੰ ਤਾਂ ਮੈਨੂੰ ਗੋਦ ਵਿੱਚ ਪੋਤਰੇ ਪੋਤਰੀ ਨੂੰ ਖਿਡਾਉਣ ਦੀ ਵੀ ਮੇਰੀ ਇੱਛਾ ਪੂਰੀ ਨਹੀਂ ਸੀ ਹੋਣ ਦਿੱਤੀ। ਕਾਸ਼ ਜੇ ਤੇਰੀ ਥਾਂ ਮੇਰੇ ਘਰ ਬੇਟੀ ਹੁੰਦੀ ਤਾਂ ਉਹਨੇ ਉਮਰ ਦੀ ਇਸ ਤਰਕਾਲ ਸੰਧਿਆ ਨੂੰ ਮੇਰੇ ਕੋਲ ਹੋਣਾ ਸੀ, ਜਿਵੇਂ ਕਾਮਰੇਡ ਨਵਰਾਹੀ ਹੋਰਾਂ ਕੋਲ ਸੁਨੈਣਾ ਹੈ, ਉਹਦੀ ਮਾਂ ਹੈ। ਮੈਂ ਵੀ ਤਾਂ ਕਾਮਰੇਡ ਹੋਰਾਂ ਵਾਂਗ ਆਪਣੀਆਂ ਲਿਖਤਾਂ ਰਾਹੀਂ ਮੁਹੱਬਤ ਵੰਡੀ, ਚੇਤਨਾ ਤੇ ਚਿੰਤਨ ਵੰਡਿਆ, ਨਾ ਹੋਇਆਂ ਦੀ ਬਾਤ ਪਾਉਂਦਾ ਰਿਹਾ, ਇਨਕਲਾਬ ਲਈ ਜੂਝਣ ਵਾਸਤੇ ਪ੍ਰੇਰਦਾ ਰਿਹਾ। ਪਰ ਆਪ ਅੱਜ ਜ਼ਿੰਦਗੀ ਦੇ ਪੱਤਝੜੀ ਰੁੱਖ ਤੋਂ ਸੁੱਕੇ ਭੂਰੇ ਪੱਤੇ ਵਾਂਗ ਟੁੱਟ ਧਰਤੀ ਤੇ ਡਿੱਗ ਰਿਹਾ ਮਹਿਸੂਸ ਕਰ ਰਿਹਾ ਹਾਂ। ਰੁੱਖ ਅਸੀਂ ਉਜਾੜ ਦਿੱਤੇ, ਪੰਛੀ ਪੰਖੇਰੀਆਂ ਨੂੰ ਜਲਾਵਤਨੀ ਲਈ ਮਜਬੂਰ ਕੀਤਾ ਤੇ ਪਾਣੀ ਦਾ ਪੱਧਰ ਹੋਰ ਹੇਠਾਂ ਪਹੁੰਚਾ ਦਿੱਤਾ। ਫਿਰ ਸਾਡੇ ਆਸੇ-ਪਾਸੇ ਮਾਰੂਥਲ ਨੇ ਉਗਾਉਣਾ ਹੀ ਸੀ। ਮੇਰੇ ਵੀ ਆਸੇ-ਪਾਸੇ ਸਹਿਰਾ 'ਚ ਪਰਿੰਦੇ ਕਿੱਥੇ ਹੁੰਦੇ ਹਨ।
ਉਹਨਾਂ ਨੂੰ ਤਾਂ ਚੋਗ ਚਾਹੀਦਾ, ਚੁੰਝ ਭਰਨ ਨੂੰ ਨੀਰ ਤੇ ਆਲ੍ਹਣੇ ਲਈ ਟਹਿਣੀ ਦੀ ਜ਼ਰੂਰਤ ਹੁੰਦੀ ਹੈ। ਉਮਰ ਦੇ ਇਸ ਆਖਰੀ ਪਹਿਰ ਹਰ ਬੁੱਢੇ ਬਾਪ ਵਾਂਗ ਸ਼ਾਇਦ ਮੈਂ ਵੀ ਰਵਾਇਤੀ ਜਿਹੀ ਹਸਰਤ ਪਾਲੀ ਹੋਈ ਸੀ ਕਿ ਮੇਰਾ ਬੇਟਾ ਮੇਰੇ ਕੋਲ ਹੋਵੇ, ਜੋ ਅਧੂਰੀ ਰਹਿ ਗਈ। ਖੈਰ ਬੇਟੇ, ਮੇਰੀ ਇੱਕ ਨਸੀਹਤ ਨਾ ਭੁੱਲੀ, ਤੂੰ ਆਪਣੇ ਬੇਟੇ ਨੂੰ ਆਪਣੇ ਤੋਂ ਦੂਰ ਨਾ ਭੇਜੀ, ਕਿਉਂਕਿ ਜ਼ਿੰਦਗੀ ਦੀ ਆਖਰੀ ਭਿਆਨਕ ਸਿਖਰ ਆਥਣ ਵੇਲੇ ਆਪਣੇ ਬੱਚਿਆਂ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਧੰਨਵਾਦ। ਅਗਲੀ ਕਹਾਣੀ ਹੈ ਮੋਹ ਮਮਤਾ ਦਾ ਰਿਣ। ਸੁਖਬੀਰ ਕੌਰ ਜੌਹਲ ਨੇ ਆਪਣੇ ਦੇਸ਼ ਦੀ ਸਰਜ਼ਮੀਨ ਨੂੰ ਚੁੰਮਣ, ਆਪਣੇ ਪਿਤਰੀ ਮੂੰਹ ਤੇ ਆਪਣੀ ਮਾਂ ਮਮਤਾ ਦੀ ਸੰਘਣੀ ਛਾਂ ਹੇਠ ਬੈਠਣ ਦੇ ਖੁਸ਼ਨੁਮਾ ਪਲ ਛਿਨ ਹਾਸਲ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪਿਛਲੇ 2.5 ਦਹਾਕਿਆਂ ਤੋਂ ਵਿਦੇਸ਼ ਦੀ ਧਰਤੀ ਤੇ ਨਾ ਦਿਨ ਵੇਖਿਆ ਨਾ ਰਾਤ, ਸਿਰਫ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਕੀਤੀ ਸੀ। ਹਰ ਔਖੀਆਂ ਤੇ ਚੁਣੌਤੀਪੂਰਨ ਜੌਬਾਂ ਕੀਤੀਆਂ। ਮਕਸਦ ਸਿਰਫ ਇੱਕੋ ਕਿ ਕੈਨੇਡਾ 'ਚ ਆਪਣੇ ਬੱਚਿਆਂ ਨੂੰ ਸੈਟਲ ਕਰ, ਉਹਨਾਂ ਦੀਆਂ ਚਿੰਤਾਵਾਂ ਤੋਂ ਮੁਕਤ ਹੋ, ਆਪਣੇ ਪਿੰਡ ਪੇਕੇ ਘਰ ਮਾਂ ਜਾਏ ਭਰਾ ਭਰਜਾਈਆਂ ਦੇ ਭਰੇ ਪੂਰੇ ਪਰਿਵਾਰ ਵਿੱਚ ਮਾਂ ਬਾਪੂ ਦੀ ਗੋਦ ਦਾ ਨਿੱਘ ਲੈ, ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰ ਸਕੂਨ ਪ੍ਰਾਪਤ ਕਰੇ, ਬਜ਼ੁਰਗਾਂ ਦੀ ਹੱਥੀਂ ਸੇਵਾ ਕਰਨ ਦਾ ਮਾਣ ਹਾਸਲ ਕਰ ਧੰਨ ਭਾਗ ਸਮਝੇ, ਮਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਮਮਤਾ ਦਾ ਰੱਤੀ ਕੁਰੇ ਨੂੰ ਤਾਰ ਸੁਰਖਰੂ ਹੋਵੇ। ਸੁਖਬੀਰ ਅੱਜ ਸਰਗੀ ਵੇਲੇ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚੀ ਸੀ। ਚੈਕਿੰਗ ਆਦਿ ਦਾ ਕੰਮ ਨਿਪਟਾ ਉੱਥੋਂ ਗੁਰੂ ਨਗਰੀ ਜਾਣ ਵਾਲੀ ਲਗਜ਼ਰੀ ਬੱਸ ਦੀ ਟਿਕਟ ਲੈ ਆਪਣਾ ਸਮਾਨ ਟਿਕਾ ਆਰਾਮ ਨਾਲ ਬੈਠ ਗਈ। ਬੱਸ ਸਮੇਂ ਸਿਰ ਚੱਲ ਪਈ। ਲੋ ਨਾ ਲੱਗਣ ਕਰਕੇ ਉਹਨੂੰ ਬੱਸ ਦੀ ਖਿੜਕੀ ਵਿੱਚੋਂ ਸਿਰਫ ਰੋਸ਼ਨੀਆਂ, ਸਾਈਨ ਬੋਰਡ ਤੇ ਫਲਾਈਓਵਰ ਦਿਸ ਰਹੇ ਸਨ। ਦਿੱਲੀ ਸੋਹਣੀ ਸੋਹਣੀ ਲੱਗ ਰਹੀ ਸੀ। ਅੰਮ੍ਰਿਤ ਵੇਲੇ ਟੀਵੀ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਨੇ ਆਤਮਕ ਸ਼ਾਂਤੀ ਪ੍ਰਦਾਨ ਕੀਤੀ। ਜਦੋਂ ਗੁਰਬਾਣੀ ਕੀਰਤਨ ਬੰਦ ਹੋਇਆ ਤਾਂ ਬੱਸ ਹਰਿਆਣੇ 'ਚੋਂ ਲੰਘ ਰਹੀ ਸੀ। ਉਹਨੂੰ ਨੈਸ਼ਨਲ ਹਾਈਵੇ ਦੀ ਮੰਦੀ ਹਾਲਤ, ਉਸਾਰੀ ਅਧੀਨ ਪੁਲਾਂ ਦੇ ਰੁਕੇ ਨਿਰਮਾਣ ਕਾਰਜ, ਸ਼ਾਹ ਮਾਰਗ ਤੇ ਘੁੰਮਦੇ ਅਵਾਰਾ ਪਸ਼ੂ, ਸ਼ਹਿਰਾਂ ਕਸਬਿਆਂ ਦੇ ਵਿੱਚੋਂ ਦੀ ਲੰਘ ਰਹੀ ਜਰਨੈਲੀ ਸੜਕ ਦੇ ਦੋਵਾਂ ਕਿਨਾਰਿਆਂ ਉੱਤੇ ਦੁਕਾਨਦਾਰਾਂ ਵੱਲੋਂ ਸਮਾਨ ਤੇ ਪਾਰਕਿੰਗ ਲਈ ਕੀਤੇ ਨਜਾਇਜ਼ ਕਬਜ਼ਿਆਂ ਨੇ ਅਹਿਸਾਸ ਕਰਵਾ ਦਿੱਤਾ ਕਿ ਉਹ ਆਪਣੇ ਮਹਾਨ ਭਾਰਤ 'ਚ ਆ ਪਹੁੰਚੀ ਹੈ। ਬੱਸ ਇੱਕ ਹੋਟਲ ਰੈਸਟੋਰਾਂ ਅੱਗੇ ਰੁਕ ਗਈ। ਕੰਡਕਟਰ ਵੱਲੋਂ ਅਨਾਊਂਸਮੈਂਟ, 15 ਕੁ ਮਿੰਟ ਬੱਸ ਰੁਕੇਗੀ, ਚਾਹ ਨਾਸ਼ਤਾ ਕਰ ਸਕਦੇ ਹੋ। ਮਜਬੂਰਨ ਤੇਲ 'ਚ ਤਲਿਆ ਬੇਸੁਆਦਾ ਜਿਹਾ ਪਰਾਂਠਾ, ਆਮਲੇਟ ਤੇ ਸੜੀ ਜਿਹੀ ਚਾਹ ਦਾ ਕਈ ਗੁਣਾ ਜ਼ਿਆਦਾ NRI ਬਿੱਲ ਪੇ ਕਰ ਹੋਰ ਪ੍ਰਵਾਸੀ ਭਾਰਤੀਆਂ ਵਾਂਗ ਉਹ ਵੀ ਮੰਦਾ ਬੋਲਦੀ ਬੱਸ 'ਚ ਜਾ ਬੈਠੀ। ਅੱਗੇ ਜਾ ਕੇ ਬੱਸ ਕਿਸੇ ਸ਼ਹਿਰ ਦੀ ਭੀੜ ਭਰੀ ਸੜਕ ਤੇ ਟ੍ਰੈਫਿਕ ਦੀ ਬਹੁਤਾਤ ਤੇ ਬੇਤਰਤੀਬੇਪਣ ਕਰਕੇ ਲੱਗੇ ਜਾਮ 'ਚ ਫਸ ਗਈ। ਕੰਡਮ ਹੋ ਚੁੱਕੇ ਵਹੀਕਲਾਂ ਦੇ ਗੰਦੇ ਕਾਲੇ ਧੂੰਏਂ ਕਰਕੇ ਉਹਨੂੰ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਸੀ। ਇਸ ਤੋਂ ਇਲਾਵਾ ਇਹ ਸ਼ੋਰ ਪ੍ਰਦੂਸ਼ਣ ਵੀ ਤੰਗ ਕਰ ਰਿਹਾ ਸੀ। ਬੱਸ ਜਾਮ ਤੇ ਪ੍ਰੈਸ਼ਰ ਹਾਰਨਾਂ ਦੇ ਰੌਲੇ 'ਚ ਬਾਹਰ ਨਿਕਲੀ ਤਾਂ ਸੁੱਖ ਦਾ ਸਾਹ ਆਇਆ। ਉਹਨੇ ਹੈਂਡਬੈਗ ਵਿੱਚੋਂ ਸਵੇਰ ਦੀ ਖਰੀਦੀ ਅਖਬਾਰ ਕੱਢੀ। ਬਲਾਤਕਾਰ, ਮੌਬ ਲਿੰਚਿੰਗ ਭਾਵ ਭੀੜ ਵੱਲੋਂ ਜੈ ਸ਼੍ਰੀ ਰਾਮ ਨਾ ਬੋਲਣ ਕਰਕੇ ਕੁੱਟ-ਕੁੱਟ ਮਾਰ ਦੇਣਾ, ਬਾਲੜੀਆਂ ਨਾਲ ਦਰਿੰਦਗੀ ਤੇ ਅਗਵਾ। ਕਿਸੇ ਬਜ਼ੁਰਗ ਨੇ ਇਸ਼ਤਿਹਾਰ ਛਪਵਾਇਆ, ਅਜਿਹੀ ਬੇਟੀ ਚਾਹੀਦੀ ਹੈ ਜੋ ਪੈਸਾ ਲੈ ਪਿਆਰ ਦੇਵੇ, ਬਦਲੇ 'ਚ ਪ੍ਰਾਪਰਟੀ ਦੇਣ ਨੂੰ ਤਿਆਰ ਆਦਿ ਖਬਰਾਂ ਨੇ ਉਹਨੂੰ ਉਦਾਸ ਕਰ ਦਿੱਤਾ। ਉਸਨੂੰ ਬਾਪੂ ਦੀ ਬਹੁਤ ਯਾਦ ਆਈ। ਉਸ ਅਖਬਾਰ ਬੰਦ ਕਰ ਸੀਟ ਲੰਮੀ ਕੀਤੀ, ਢੋਹ ਲਾ ਅੱਖਾਂ ਮੀਟ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਤਦੇ ਭਰਾ ਦਾ ਫੋਨ ਆਇਆ ਕਿ ਭੈਣ ਜੀ ਤੁਹਾਡਾ ਭਤੀਜਾ ਕੁਲਬੀਰ ਬੱਸ ਸਟੈਂਡ ਲੈਣ ਲਈ ਪਹੁੰਚ ਜਾਏਗਾ। ਉਹਦਾ ਬਾਪੂ ਛੋਟੀ ਕਿਸਾਨੀ ਵਿੱਚੋਂ ਸੀ, 2.5 ਕੁ ਕਿੱਲੇ ਜ਼ਮੀਨ ਤੇ ਇੱਕ ਹਲ ਦੀ ਵਾਹੀ। ਉਹ 2 ਭਰਾਵਾਂ ਤੋਂ ਵੱਡੀ ਬੇਬੇ ਬਾਪੂ ਦੀ ਲਾਡਲੀ ਧੀ ਸੀ। ਬਾਪੂ ਭਾਵੇਂ ਆਪ ਨਹੀਂ ਸੀ ਪੜ੍ਹ ਸਕਿਆ, ਪਰ ਦੁਨੀਆ ਦੀ ਪਾਠਸ਼ਾਲਾ ਤੋਂ ਪ੍ਰਾਪਤ ਅਕਲਮੰਦੀ ਸਦਕਾ ਉਹਦੀ ਇੱਛਾ ਸੀ ਕਿ ਉਹ ਆਪਣੀ ਧੀ ਨੂੰ ਹੈਸੀਅਤ ਤੋਂ ਵੱਧ ਤਾਲੀਮ ਮੁਹੱਈਆ ਕਰਵਾਏ। ਉਸ ਯਾਦ ਕੀਤਾ ਬਾਪੂ ਨੇ ਉਹਨੂੰ ਅੰਦਰਲੇ ਕੁੜੀਆਂ ਦੇ ਸਕੂਲੇ ਪਤਾਸੇ ਵੰਡ ਕੱਚੀ ਪਹਿਲੀ 'ਚ ਦਾਖਲ ਕਰਵਾਇਆ ਸੀ। ਤ੍ਰਿਪਤ ਉਹਦੇ ਉਸ ਤੋਂ 3 ਤੇ ਪ੍ਰਿਤਪਾਲ 1.5 ਕੁ ਸਾਲ ਛੋਟਾ ਸੀ। ਬੇਬੇ ਬਾਪੂ ਉਹਦੀਆਂ ਕਾਪੀਆਂ ਕਿਤਾਬਾਂ, ਫੀਸਾਂ ਤੇ ਵਰਦੀਆਂ ਆਦਿ ਦੇ ਖਰਚੇ ਮਸਾਂ ਪੂਰੇ ਕਰਦੇ ਸਨ ਤੇ ਉਹ ਵੀ ਪੜ੍ਹਾਈ 'ਚ ਚੱਲ ਨਿਕਲੀ ਸੀ।
ਬਾਕੀ ਬਾਪੂ ਹਾੜੀ ਸੌਣੀ ਵਾਹ ਬੀਜ ਸਭ ਸਾਂਭ 2-3 ਵਿਹਲੇ ਮਹੀਨੇ ਛੇਟਾ ਦੀ ਕਿਸੇ ਮਿੱਲ ਵਿੱਚ ਕੰਮ ਕਰ ਲੈਂਦਾ ਸੀ। ਘਰ ਦਾ ਸਾਰਾ ਕੰਮ ਮਾਂ ਦੇ ਜਿੰਮੇ ਸੀ। ਸੁਖਬੀਰ ਨੂੰ 5ਵੀਂ 'ਚ ਵਜ਼ੀਫਾ ਲੱਗਾ ਸੀ। ਉਹ ਮਿਡਲ ਤੱਕ ਖੋ ਟੀਮ ਦੀ ਕੈਪਟਨ ਸੀ। ਸੈਕੰਡਰੀ ਵਿੱਦਿਆ ਦੌਰਾਨ ਉਹ ਹਾਕੀ ਦੀ ਟੀਮ 'ਚ ਤੇ ਬੈਸਟ ਐਥਲੀਟ ਰਹੀ ਸੀ। ਉਸ ਵੇਲੇ ਉਹਦੀ ਅਗਵਾਈ ਵਾਲੀ ਟੀਮ ਨੇ ਸਟੇਟ ਪੱਧਰ ਦਾ ਹਾਕੀ ਟੂਰਨਾਮੈਂਟ ਜਿੱਤਿਆ ਸੀ। ਜਦੋਂ ਖਾਲਸਾ ਕਾਲਜ ਦਾਖਲ ਹੋਈ ਤਾਂ ਖੇਡ ਪ੍ਰਾਪਤੀਆਂ ਤੇ ਜਿੱਤਾਂ ਦੇ ਸਰਟੀਫਿਕੇਟ ਵੇਖ ਪ੍ਰਿੰਸੀਪਲ ਨੇ ਨਾ ਸਿਰਫ ਉਹਦੀ ਫੀਸ ਮੁਆਫ਼ ਕਰ ਦਿੱਤੀ, ਸਗੋਂ ਵਜ਼ੀਫਾ ਵੀ ਲਾ ਦਿੱਤਾ। ਉਸ ਦੀ ਇਸ ਪ੍ਰਾਪਤੀ ਪਿੱਛੇ ਬੇਬੇ ਬਾਪੂ ਦੀ ਮਿਹਨਤ ਸੀ। ਮੂੰਹ ਮੁਨੇਰੇ ਬਾਪੂ ਸੜਕ ਤੇ ਖੜਦਾ ਤੇ ਉਹ ਤਾਰਿਆਂ ਦੀ ਛਾਵੇਂ ਦੌੜਨ ਦਾ ਅਭਿਆਸ ਕਰਦੇ। ਉਹਨੂੰ ਪੁੱਤਾਂ ਤੋਂ ਵੱਧ ਦੁੱਧ ਘਿਓ ਦਿੰਦੇ ਸਨ। ਮਾਂ ਬਾਪੂ ਦੀ ਲਾਡਲੀ ਧੀ ਦੀ ਕਿਸਮਤ ਵੀ ਮਾਪਿਆਂ ਦੀ ਸੱਚੀ ਸੁੱਚੀ ਕਿਰਤ ਤੇ ਉਹਦੀ ਮਿਹਨਤ ਸਦਕਾ ਬੜੀ ਚੰਗੀ ਨਿਕਲੀ। ਬਾਪੂ ਜੀ ਦੇ ਰੱਬ ਦਾ ਨਾਂ ਲੈਣ ਵਾਲੇ ਰਿਸ਼ਤੇਦਾਰ ਨੇ ਆਪਣੇ ਵਿਦੇਸ਼ ਸੈਟਲ ਆਗਿਆਕਾਰ ਪੁੱਤਰ ਲਈ ਸੁਖਬੀਰ ਦਾ ਰਿਸ਼ਤਾ ਮੰਗ ਲਿਆ। ਸੋ ਗ੍ਰੈਜੂਏਸ਼ਨ ਵਿੱਚ ਛੱਡ ਵਿਆਹ ਕਰਵਾਓ ਕੈਨੇਡਾ ਪਹੁੰਚ ਗਈ। ਬਾਪੂ ਜੀ ਦੀ ਬਣੀ ਖਾਤਰ ਤੇ ਬਹੁਤੀ ਉਹਦੀ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਨੇ ਸੁਖਬੀਰ ਤੋਂ ਛੋਟੇ ਨੂੰ ਪੁਲਿਸ 'ਚ ਭਰਤੀ ਕਰਵਾ ਦਿੱਤਾ ਸੀ। ਬੱਸ ਰੁਕ ਗਈ। ਕੰਡਕਟਰ ਨੇ ਪਹਿਲੇ ਵਾਲੇ ਲਹਿਜੇ 'ਚ ਕਿਹਾ, ਸਤਿ ਸ਼੍ਰੀ ਅਕਾਲ, ਬੱਸ ਅੱਧਾ ਘੰਟਾ ਰੁਕੇਗੀ, ਫਿਰ ਅੰਮ੍ਰਿਤਸਰ ਬ੍ਰੇਕ ਲੱਗੂ, ਸੋ ਲੰਚ ਕਰ ਸਕਦੇ ਹੋ। ਭੁੱਖ ਤਾਂ ਸਭ ਨੂੰ ਲੱਗੀ ਸੀ। ਮਜਬੂਰਨ ਡਾਈਨਿੰਗ ਹਾਲ ਪਹੁੰਚੇ। ਵੈਜ, ਨਾਨ ਵੈਜ, ਚਾਈਨੀਜ਼, ਕੰਟੀਨੈਂਟਲ ਵੇਟਰ ਮੀਨੂ ਰੱਖ ਗਏ ਸਨ। ਯਾਰ ਕਿਸੇ ਪੰਜਾਬੀ ਢਾਬੇ ਅੱਗੇ ਰੋਕ ਦੇ। ਮੰਜੇ ਤੇ ਬੈਠ ਮਿਰਚਾਂ ਦੀ ਤੜਕੀ ਦਾਲ, ਤੰਦੂਰ ਦੀਆਂ ਰੋੜੀਆਂ ਰੋਟੀਆਂ ਤੇ ਪੁਦੀਨੇ ਦੀ ਚਟਨੀ ਅਚਾਰ ਦਾ ਆਨੰਦ ਮਾਣਦੇ। ਕਈ ਸਾਲਾਂ ਬਾਅਦ ਦੇਸ਼ ਪਰਤਿਆ ਪ੍ਰਵਾਸੀ ਇੱਛਾ ਦਾ ਇਜ਼ਹਾਰ ਕਰ ਰਿਹਾ ਸੀ। ਮਿਸਟਰ ਖਾਣਾ ਤਾਂ ਸਾਹਮਣੇ ਪੰਜਾਬੀ ਢਾਬੇ ਦਾ ਹੀ ਹੈ, ਸਿਰਫ ਕਰੌਕਰੀ ਸਰਵਿਸ ਤੇ ਬੇਲੀ ਪਿਓ ਪੁੱਤ ਦੇ ਹੋਟਲ ਦਾ ਹੈ। ਇੱਕ ਪੰਜਾਬੀ ਬਿਜ਼ਨਸਮੈਨ ਲੱਗਦੀ ਸਵਾਰੀ ਨੇ ਤੋੜਾ ਝਾੜਦਿਆਂ ਕਿਹਾ। ਪਹਿਲਾਂ ਪਿਓ ਪੁੱਤ ਨੇ ਆਪਣੀ ਪਰਿਵਾਰਕ ਟਰਾਂਸਪੋਰਟ ਦੀਆਂ ਲਗਜ਼ਰੀ ਕੋਚਾਂ ਦਾ 1.5 ਗੁਣਾ ਕਿਰਾਇਆ ਵਧਾਇਆ ਤੇ ਫਿਰ ਲੰਚ ਡਿਨਰ ਵੀ ਇਹਨਾਂ ਦੇ ਮਹਿੰਗੇ ਹੋਟਲਾਂ ਤੋਂ ਲੈਣ ਲਈ ਮਜਬੂਰ ਕੀਤਾ ਜਾਂਦਾ। ਬੱਸ ਚੱਲੀ। ਸਵੇਰੇ ਰਸ ਭਿੰਨੀ ਗੁਰਬਾਣੀ ਸਰਵਣ ਕਰਾਉਣ ਵਾਲਾ ਬੱਸ ਡਰਾਈਵਰ ਹੁਣ ਲੱਚਰ ਜਿਹੇ ਹਿੰਦੀ ਪੰਜਾਬੀ ਦੇ ਗਾਣੇ ਸੁਣਾ ਰਿਹਾ ਸੀ। ਅਜੇ ਬੱਸ ਜਲੰਧਰ ਦਾਖਲ ਹੋ ਰਹੀ ਸੀ ਕਿ ਭਗਵੇਂ ਕੱਪੜਿਆਂ ਤੇ ਝੰਡਿਆਂ ਵਾਲੇ ਸ਼ਿਵ ਸੈਨੀਆਂ ਪਾਕਿਸਤਾਨ 'ਚ ਕਿਸੇ ਮੰਦਰ ਨੂੰ ਨੁਕਸਾਨ ਪਹੁੰਚਾਏ ਜਾਣ ਖਿਲਾਫ ਚੱਕਾ ਜਾਮ ਕਰ ਦਿੱਲੀ ਲਾਹੌਰ ਬੱਸ ਨੂੰ ਰੋਕਿਆ ਹੋਇਆ ਸੀ। ਤੁਸੀਂ ਭਾਵੇਂ ਬਾਬਰੀ ਮਸਜਿਦ ਢਾਹ ਦਿਓ, ਕੋੜੀਆਂ ਦੀ ਸੇਵਾ 'ਚ ਲੱਗੇ ਪਾਦਰੀ ਸਟੇਨਜ਼ ਨੂੰ ਉਹਦੇ 9 ਤੇ 7 ਸਾਲਾ ਬੱਚਿਆਂ ਸਮੇਤ ਜੀਪ 'ਚ ਸੁੱਤਿਆਂ ਨੂੰ ਸਾੜ ਦਿਓ, ਗਊ ਰੱਖਿਅਕਾਂ ਦਾ ਹੁੜਦੰਗ, ਘੱਟ ਗਿਣਤੀ ਦਲਿਤਾਂ, ਈਸਾਈਆਂ ਤੇ ਮੁਸਲਮਾਨਾਂ ਉੱਤੇ ਕੱਟੜਪੰਥੀਆਂ ਦੇ ਹਮਲੇ, ਫਿਰਕੂ ਦੰਗੇ, ਧਰਮ ਪਰਿਵਰਤਨ, ਜਿਹਾਦ ਦੇ ਨਾਂ ਤੇ ਘੱਟ ਗਿਣਤੀਆਂ ਨੂੰ ਦਬਾਉਂਦੇ ਰਹੋ, ਸਭ ਅੱਛਾ। ਪਿੱਛੋਂ ਕਿਸੇ ਸਵਾਰੀ ਨੇ ਹਿੰਦੂ ਫਿਰਕਾ ਪ੍ਰਸਤੀ ਖਿਲਾਫ ਟਿੱਪਣੀ ਕੀਤੀ। ਉਹਨੂੰ ਵੀ ਭਾਜਪਾ ਮੈਂਬਰ ਪਾਰਲੀਮੈਂਟ ਦਾ ਉਹ ਬੇਤੁਕਾ ਬਿਆਨ ਯਾਦ ਆਇਆ, ਜਿਸ 'ਚ ਉਸ ਕਿਹਾ ਸੀ, ਜਿੱਥੇ ਮੁਸਲਮਾਨ 20% ਦੀ ਗਿਣਤੀ 'ਚ ਹੁੰਦੇ ਹਨ, ਉੱਥੇ ਹੀ ਦੰਗਾ ਫਸਾਦ। ਉਹ ਸੋਚਿਆ ਕਿੰਨੀ ਨਫ਼ਰਤ ਕਰਦੇ ਹਨ। ਜੇ ਇਹਨਾਂ ਦਾ ਵੱਸ ਚੱਲੇ ਤਾਂ ਮੁਸਲਮਾਨਾਂ ਨੂੰ ਪਾਕਿਸਤਾਨ ਭੇਜ ਕੇ ਹੀ ਸਾਹ ਲੈਣ। ਸੁਖਬੀਰ ਨੂੰ ਨਾਨੀ ਮਾਂ ਦੀ ਯਾਦ ਆਈ। ਉਹਦੀ ਨਾਨੀ ਮਾਂ ਆਪਣੀ ਪਾਕਿਸਤਾਨ ਰਹਿੰਦੀ ਮੁਸਲਮਾਨ ਸਹੇਲੀ ਬਾਰੇ ਦੱਸਿਆ ਕਰਦੇ ਸਨ ਕਿ ਕਿਵੇਂ ਉਹਨਾਂ ਦਾ ਬਚਪਨ ਪਿੰਡ ਉਹਦਾ ਨਾਨਕਾ ਪਿੰਡ ਗੁਜ਼ਰਿਆ ਸੀ। ਬਚਪਨ ਦੇ ਖੰਭਾਂ ਤੇ ਉੱਡਣਾ, ਖੇਡਣਾ, ਖਾਣਾ ਪੀਣਾ, ਦਿਨ ਤਿਉਹਾਰ, ਹੋਲੀ, ਦੀਵਾਲੀ, ਈਦ, ਗੁਰਪੁਰਬ ਆਦਿ ਮਨਾਉਣੇ। ਈਦ ਮੌਕੇ ਨਾਨੀ ਮਾਂ ਨੂੰ ਵੀ ਉਹਦੀ ਸਖੀ ਸਹੇਲੀ ਗੁਆਂਢਣ ਦੇ ਪਰਿਵਾਰ ਨਵੇਂ ਕੱਪੜੇ, ਸੇਵੀਆਂ ਤੇ ਈਦੀ ਮਿਲਦੀ ਸੀ। ਸੁਖਬੀਰ ਦਾ ਨਾਨਾ ਮਾਮੇ ਉਹਦੇ ਅਬਦੁਲ ਨਾਨੇ ਤੇ ਸਰਫਰਾਜ਼ ਖਾਲਿਦ ਮਾਮਿਆਂ ਦੇ ਗਲੇ ਮਿਲਦੇ, ਖਾਂਦੇ ਪੀਂਦੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਸੀ। ਖੂਨੀ ਬਟਵਾਰੇ ਤੋਂ ਕਈ ਸਾਲਾਂ ਤੱਕ ਜਿਉਂਦੇ ਜੀ ਨਾਨਾ ਨਾਨੀ ਮਾਮਿਆਂ ਨੇ ਹਮੇਸ਼ਾ ਪਾਰ ਬੈਠਿਆਂ ਵੀ ਉਹਨਾਂ ਨੂੰ ਦਿਲ ਨਾਲ ਲਾਈ ਰੱਖਿਆ, ਕਦੇ ਦੂਰ ਨਹੀਂ ਸੀ ਕੀਤਾ। ਉਹਦੀ ਨਾਨੀ ਮਾਂ ਪਾਕਿਸਤਾਨ ਵਾਲੀ ਆਪਣੀ ਸਖੀ ਦੀਆਂ ਬੜੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਨਾਨੀ ਮਾਂ ਦੱਸਦੀ ਸੀ ਕਿ ਹਿੰਦ ਪਾਕ ਵੰਡ ਵੇਲੇ ਦੋਵੇਂ ਸਹੇਲੀਆਂ ਛੋਟੀਆਂ ਸਨ। ਜਦੋਂ ਫਸਾਦ ਸ਼ੁਰੂ ਹੋਏ, ਕੱਟ ਵੱਢ ਹੋ ਰਹੀ ਸੀ, ਇੱਜ਼ਤ ਆਬਰੂ ਲੁੱਟੀ ਜਾ ਰਹੀ ਸੀ, ਉਸ ਭਿਆਨਕ ਸਮੇਂ ਅਬਦੁਲ ਨਾਨੇ ਖਾਲਿਦ ਤੇ ਸਰਫਰਾਜ਼ ਮਾਮੇ ਉਹਨਾਂ ਦੇ ਪਰਿਵਾਰ ਨੂੰ ਵਾਹਗਾ ਲੰਘਾ ਕੇ ਗਏ ਸਨ। ਕਈ ਸਾਲਾਂ ਬਾਅਦ ਉਹਦੀ ਪਾਕਿਸਤਾਨ ਵਾਲੀ ਨਾਨੀ ਮਾਂ ਆਪਣੀ ਸਖੀ ਸਹੇਲੀ ਨੂੰ ਮਿਲਣ ਹਿੰਦੁਸਤਾਨ ਆਈ ਸੀ। ਨਾਨੀ ਮਾਂ ਨੇ ਉਹਦੀ ਬੜੀ ਆਓ ਭਗਤ ਕੀਤੀ ਸੀ। ਇਹ ਸਭ ਯਾਦ ਕਰ ਉਹਨੂੰ ਮਾਂ ਬਾਪੂ ਦਾ ਬਹੁਤ ਮੋਹ ਆ ਰਿਹਾ ਸੀ। ਉਹ ਵੀ ਉਸੇ ਪ੍ਰੇਰਨਾ ਨੂੰ ਅੰਗ ਸੰਗ ਲੈ ਮਾਂ ਦੀ ਸੇਵਾ ਲਈ ਆਈ ਹੈ।
ਉਹਦਾ ਜੀ ਕੀਤਾ ਉਹ ਉੱਡ ਕੇ ਘਰ ਮਾਂ ਬਾਪੂ ਕੋਲ ਪੁੱਜ ਜਾਵੇ। ਬੱਸ ਜਲੰਧਰ ਇੱਕ ਪਾਸੇ ਛੱਡ ਅੰਮ੍ਰਿਤਸਰ ਬਾਈਪਾਸ ਤੇ ਉੱਡੀ ਜਾ ਰਹੀ ਸੀ। ਇਹ ਸੜਕ ਕੁਝ ਬਿਹਤਰ ਸੀ। ਫਿਰ ਲੇਨ ਬਣ ਗਈ ਸੀ। ਢਿਲਵਾਂ ਟੋਲ ਪਲਾਜ਼ਾ ਲੰਘ ਬੱਸ ਬਿਆਸ ਦਰਿਆ ਦੇ ਨਵੇਂ ਪੁਲ ਉੱਪਰੋਂ ਲੰਘ ਰਹੀ ਸੀ। ਉਸ ਬਿਆਸ ਦੇ ਪਾਣੀਆਂ ਅੱਗੇ ਸਿਰ ਝੁਕਾਇਆ ਜੰਡਿਆਲਾ ਗੁਰੂ ਅੱਗੇ ਇੱਕ ਟੋਲ ਪਲਾਜ਼ਾ ਲੰਘੇ ਕਿ ਇੱਕ ਬੜਾ ਸੁੰਦਰ ਗੇਟ ਅੰਬਰਸਰ ਸਿਫਤੀ ਦਾ ਘਰ ਪਹੁੰਚੇ। ਕੁਝ ਸਵਾਰੀਆਂ ਉਤਰੀਆਂ। ਕਸੂਰ ਬ੍ਰਾਂਚ ਨਹਿਰ ਤੇ ਬਣੇ ਤਾਰਾਂ ਵਾਲੇ ਪੁਲ ਦਾ ਕਿਧਰੇ ਨਾਮ ਨਿਸ਼ਾਨ ਨਹੀਂ ਸੀ। ਫਲਾਈਓਵਰ ਜੋ ਬਣ ਚੁੱਕਾ ਸੀ। ਹਾਂ, ਨਹਿਰ ਦੇ ਨਾਲ ਇੱਕ ਪਾਸੇ ਤਰਨਤਾਰਨ ਬਾਈਪਾਸ ਜ਼ਰੂਰ ਹੋਂਦ 'ਚ ਆ ਚੁੱਕਾ ਸੀ। ਵੱਡੇ ਮਾਲ ਤੋਂ ਹਯਾਤ ਹੋਟਲ ਤੇ ਅਲਫਾ 1 ਦੀ ਵਿਸ਼ਾਲ ਇਮਾਰਤ ਵੇਖ ਉਹ ਆਪਣੇ ਮਹਾਨ ਭਾਰਤ ਦੀ ਤਰੱਕੀ ਵੇਖਦੀ ਖੁਸ਼ ਹੋ ਰਹੀ ਸੀ ਕਿ ਬੱਸ ਐਲੀਵੇਟਿਡ ਰੋਡ ਤੇ ਚੜ੍ਹ ਫਿਰ ਉਤਰ ਗੁਰੂ ਰਾਮਦਾਸ ਬੱਸ ਟਰਮੀਨਲ ਸ੍ਰੀ ਅੰਮ੍ਰਿਤਸਰ ਪੁੱਜ ਗਈ। ਭਤੀਜਾ ਬੱਸ ਕੋਲ ਆ ਗਿਆ। ਭੂਆ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ, ਉਹਦਾ ਸਮਾਨ ਕਢਵਾ ਆਪਣੀ ਕਾਰ ਦੀ ਡਿੱਗੀ 'ਚ ਰੱਖਿਆ। ਉਹ ਕੁਲਵੀਰ ਨਾਲ ਅੱਗੇ ਆ ਬੈਠੀ। ਭੂਆ ਜੀ ਚਾਹ ਤਾਂ ਨਹੀਂ ਪੀਣੀ? ਕੁਲਵੀਰ ਨੇ ਪੁੱਛਿਆ। ਉਸ ਨਾਂਹ ਕਰਤੀ। ਕਾਰ ਸ਼ਹਿਰ ਚੋਂ ਨਿਕਲ ਪਿੰਡ ਵਾਲੀ ਸੜਕ ਤੇ ਫਰਾਟੇ ਮਾਰਦੀ ਜਾ ਰਹੀ ਸੀ। ਕੁਲਵੀਰ, ਕਿੰਨਾ ਕੁਝ ਬਦਲ ਗਿਆ। ਆਹ ਰਣਜੀਤ ਐਵੀਨਿਊ ਜਿੱਥੇ ਉਸਰਿਆ ਹੈ ਤੇ ਬਾਗ ਹੁੰਦੇ ਸੀ। ਫਲਦਾਰ ਫੁੱਲਦਾਰ ਤੇ ਛਾਂਦਾਰ ਰੁੱਖਾਂ ਦੀ ਥਾਂ ਕੰਕਰੀਟ ਦਾ ਜੰਗਲ ਉੱਗ ਆਇਆ। ਸੜਕ ਦੇ ਆਸੇ-ਪਾਸੇ ਡੇਰਿਆਂ ਨੂੰ ਆਲੀਸ਼ਾਨ ਕੋਠੀਆਂ ਫਾਰਮ ਹਾਊਸਾਂ 'ਚ ਬਦਲਿਆ ਜਾ ਚੁੱਕਾ ਹੈ। ਡਰੇਨ ਦੇ ਨਾਲ ਪਿੰਡ ਤੱਕ ਸੜਕ ਬਣ ਚੁੱਕੀ ਸੀ। ਕਾਰ ਉਹਨਾਂ ਦੇ ਬਾਹਰਲੇ ਸਕੂਲ ਅੱਗੋਂ ਦੀ ਲੰਘ ਰਹੀ ਸੀ। ਉਹਨੂੰ ਅੰਮ੍ਰਿਤ, ਸਿਮਰਨ ਤੇ ਅਮਨ ਆਦਿ ਗੂੜ੍ਹੀਆਂ ਸਹੇਲੀਆਂ ਦੀ ਯਾਦ ਆਈ। ਪਤਾ ਨਹੀਂ ਕਿੱਥੇ ਹੋਣਗੀਆਂ। ਖਾਲਸਾ ਹਾਈ ਸਕੂਲ ਉਹਨਾਂ ਦੇ ਪਿੰਡ ਤੋਂ 5 ਕਿਲੋਮੀਟਰ ਹੁੰਦਾ ਸੀ। ਉਹ 9ਵੀਂ ਤੱਕ ਪੈਦਲ ਤੇ 10ਵੀਂ ਵੇਲੇ ਸਾਈਕਲ ਤੇ ਜਾਣ ਲੱਗ ਪਈਆਂ ਸੀ। ਉਹਨੂੰ ਗ੍ਰੈਜੂਏਸ਼ਨ ਲਈ ਪਿੰਡ ਤੋਂ 15 ਕਿਲੋਮੀਟਰ ਦੂਰ ਖਾਲਸਾ ਕਾਲਜ ਦਾਖਲ ਹੋਣਾ ਪਿਆ ਸੀ। ਰੋਜ਼ ਆਉਣ ਜਾਣ ਦੁੱਖੋਂ ਹੋਸਟਲ ਲੈ ਲਿਆ ਸੀ। ਪਿੰਡ ਤੋਂ ਸ਼ਰੀਕੇ 'ਚੋਂ ਉਹਦੇ ਕਜ਼ਨ ਸੁਖਵੰਤ ਉਹਦਾ ਕਲਾਸ ਫੈਲੋ ਸੀ ਤੇ ਰੋਜ਼ ਸਾਈਕਲ ਤੇ ਪੜ੍ਹਨ ਆਉਂਦਾ ਸੀ। ਉਹ ਘਰੋਂ ਉਸ ਲਈ ਦੁੱਧ ਆਦਿ ਲੈ ਜਾਂਦਾ ਸੀ। ਅਚਾਨਕ ਜਦੋਂ ਬਾਪੂ ਨੇ ਉਹਦਾ ਵਿਆਹ ਧਰ ਦਿੱਤਾ ਤੇ ਉਹ ਵਿਦੇਸ਼ ਉਡਾਰੀ ਮਾਰ ਗਈ, ਉਸ ਵੇਲੇ ਸੁਖਵੰਤ ਨੇ B.Ed ਵਿੱਚ ਦਾਖਲਾ ਲੈ ਲਿਆ ਸੀ। ਉਹਨੂੰ ਮਾਸਟਰ ਸੁਖਵੰਤ ਬਹੁਤ ਯਾਦ ਆਇਆ। ਕੀ ਪਤਾ ਪਿੰਡ ਹੋਏਗਾ ਤਾਂ ਮਿਲ ਹੀ ਪਵੇਗਾ। ਪਿੰਡ ਦਾ ਅੱਡਾ ਬਣ ਚੁੱਕਾ ਸੀ। 3-4 ਟਾਵਰ, ਟੈਲੀਕਾਮ, ਬੈਂਕ ਬ੍ਰਾਂਚਾਂ, ਇਲੈਕਟ੍ਰੋਨਿਕਸ ਤੇ ਜਨਰਲ ਸਟੋਰ ਆਦਿ ਦੁਕਾਨਾਂ 'ਚ ਖੂਬ ਰੌਣਕਾਂ ਸਨ। ਕਾਰ ਫਿਰਨੀ ਤੇ ਹੁੰਦੀ ਹੋਈ ਇੱਕ ਕੋਠੀਨੁਮਾ ਮਕਾਨ ਦੇ ਸਾਹਮਣੇ ਰੁਕ ਗਈ। ਕਾਰ ਦੀ ਆਵਾਜ਼ ਸੁਣ ਮਾਂ, ਜਾਏ, ਭਰਾ ਭਰਜਾਈਆਂ, ਭਤੀਜੇ ਭਤੀਜੀਆਂ ਉਹਦੇ ਉਤਰਦਿਆਂ ਗੇਟ ਅੱਗੇ ਆ ਗਏ ਸਨ। ਸਭ ਗਲੇ ਮਿਲੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ, ਪਰ ਉਹਦੀਆਂ ਪਿਆਸੀਆਂ ਨਜ਼ਰਾਂ ਮਮਤਾਮਈ ਜਲ ਦੀ ਤਲਾਸ਼ ਕਰ ਰਹੀਆਂ ਸਨ। ਸਾਰੇ ਇੱਕ ਵੱਡੀ ਬੈਠਕ 'ਚ ਆ ਬੈਠੇ। ਅਚਾਨਕ ਨਵੇਂ ਕੱਪੜਿਆਂ 'ਚ ਹੱਡੀਆਂ ਦੀ ਮੁੱਠ ਬਣੀ ਬੈਠੀ ਮਾਂ ਤੇ ਉਹਦੀ ਨਜ਼ਰ ਪਈ। ਅਗਲੇ ਪਲ ਉਹ ਸੋਫੇ ਦੀ ਬਾਹੀ ਤੇ ਬੈਠ ਮਾਂ ਦੇ ਪਿੰਜਰ ਦੁਆਲੇ ਬਾਹਾਂ ਵਲ ਦਿੱਤੀਆਂ। ਮਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੁੱਲ੍ਹ ਫਰਕ ਕੇ ਰਹਿ ਗਏ। ਸ਼ਾਇਦ ਮਾਂ ਰਾਤਾਂ ਦੀ ਨੀਂਦ ਇਕੱਲਤਾ ਦੀਆਂ ਹਨੇਰੀਆਂ ਅੱਖਾਂ ਵਿੱਚੋਂ ਜੋ ਹੰਝੂਆਂ ਦੇ ਰੂਪ 'ਚ ਵਹਾਉਂਦੀ ਰਹੀ ਸੀ। ਧੀ ਨੂੰ ਵੇਖ ਉਹਦੀਆਂ ਅੱਖਾਂ ਭਰ ਆਈਆਂ। ਅੱਖੀਆਂ ਛਲਕਣ ਲਈ ਕਾਹਲੀਆਂ ਸਨ। ਮਾਂ ਕਿਰ ਗਈ ਸੀ ਮੁੱਠੀ 'ਚ ਭਰੀ ਰੇਤ ਵਾਂਗ। ਘਰ 'ਚ ਨਿੱਘ ਨਹੀਂ ਸੀ। ਭਤੀਜਾ ਵੱਡਾ ਅਟੈਚੀ ਟਰਾਲੀ ਬੈਗ ਡਰਾਇੰਗ ਰੂਮ 'ਚ ਲੈ ਆਇਆ। ਛੋਟੀ ਭਰਜਾਈ ਨੇ ਚਾਹ ਦੀ ਟਰੇ ਤੇ ਵੱਡੀ ਨੇ ਸਮੋਸੇ ਆਦਿ ਮੇਜ਼ ਤੇ ਟਿਕਾਤੇ। ਸਾਰੇ ਚਾਹ ਪੀਣ ਲੱਗੇ। ਮਾਂ ਨੂੰ ਚਾਹ ਦਿਓ, ਉਸ ਛੋਟੇ ਵੀਰ ਨੂੰ ਆਖਿਆ। ਨਹੀਂ, ਮਾਂ ਜੀ ਨੂੰ ਤਾਂ ਪਿਲਾਉਣੀ ਪਊ, ਵੀਰੇ ਦੀ ਥਾਂ ਭਰਜਾਈ ਬੋਲੀ। ਬੀਬੀ ਜੀ ਤੁਸੀਂ ਲਓ, ਠੰਡੀ ਹੋ ਲੈਣ ਦਿਓ। ਮਾਂ ਜੀ ਤਾਂ ਮੇਰੇ ਹੱਥੋਂ ਹੀ ਖਾਂਦੇ ਪੀਂਦੇ ਹਨ, ਵੱਡੀ ਨੇ ਮਾਣ ਨਾਲ ਦੱਸਿਆ। ਮੈਂ ਤਾਂ ਇਹਨਾਂ ਦੀ ਸਾਫ਼ ਸਫਾਈ ਕਰਨ, ਨਹਾਉਂਦੀ ਧੋਂਦੀ ਹਾਂ, ਕੱਪੜੇ ਤੇ ਬਿਸਤਰਾ ਆਦਿ ਬਦਲਦੀ ਹਾਂ। ਭਾਗਾਂ ਵਾਲੀਆਂ ਸਹੁਰੇ ਘਰ ਸੱਸ ਮਾਂ ਦੀ ਸੇਵਾ ਕਰਨ ਦਾ ਪੁੰਨ ਮਿਲਿਆ। ਛੋਟੀ ਵੀ ਪਿੱਛੇ ਰਹਿਣ ਵਾਲੀ ਨਹੀਂ ਸੀ। ਖਾਣ ਪੀਣ ਤੋਂ ਵੱਧ ਮਾਂ ਤੋਂ ਬਿਨਾਂ ਉਹਨੂੰ ਤਾਂ ਸੁੱਧ ਬੁੱਧ ਹੀ ਨਹੀਂ ਸੀ। ਸਭ ਦਾ ਧਿਆਨ ਅਟੈਚੀਆਂ ਵੱਲ ਸੀ। ਕੈਨੇਡਾ ਤੋਂ ਉਹਨਾਂ ਲਈ ਕੀ ਤੋਹਫੇ ਲੈ ਕੇ ਆਈ ਹੈ, ਪਰ ਉਹਦਾ ਧਿਆਨ ਤਾਂ ਮਾਂ ਦੀ ਬਹੁਤ ਹੀ ਬਦਤਰ ਹੋ ਚੁੱਕੀ ਹਾਲਤ ਵੱਲ ਸੀ। ਭਰਾ ਭਰਜਾਈਆਂ ਤਾਂ ਮਾਂ ਦੀ ਤੰਦਰੁਸਤੀ ਬਾਰੇ ਹਰ ਫੋਨ ਤੇ ਦੱਸਦੇ ਰਹੇ ਸਨ। ਬਾਪੂ ਦੇ ਪੂਰੇ ਹੋ ਜਾਣ ਬਾਰੇ ਤਾਂ ਕਿਸੇ ਕੋਲੋਂ ਪਤਾ ਲੱਗਾ ਸੀ, ਇਹਨਾਂ ਤਾਂ ਲੁਕੋ ਰੱਖਿਆ ਸੀ, ਕਿਧਰੇ ਉਹ ਪੈਸੇ ਭੇਜਣੇ ਅੱਧੇ ਨਾ ਕਰ ਦੇਵੇ। ਉਹਨੇ ਭਰਾਵਾਂ ਨੂੰ ਮਾਂ ਬਾਪੂ ਦੀ ਸੇਵਾ ਸੰਭਾਲ ਲਈ ਖੁੱਲ੍ਹਾ ਪੈਸਾ ਭੇਜਿਆ ਸੀ। ਉਹਨੇ ਤਾਂ 2-2 ਸ਼ਿਫਟਾਂ ਕਰਕੇ ਸਰਫੇ ਨਾਲ ਡਾਲਰ ਜੋੜ ਮਾਂ ਬਾਪੂ ਦੇ ਬੁਢਾਪੇ ਨੂੰ ਸੁਖਾਲਾ ਬਣਾਉਣ ਲਈ ਆਪਣੀ ਜਾਨ ਮਾਰੀ ਸੀ। ਭਰਾ ਨੇ ਭੈਣ ਜੀ ਦਾ ਕਮਰਾ ਵਿਖਾਇਆ ਤੇ ਉਸ 'ਚ ਸਮਾਨ ਸਮੇਤ ਮਾਂ ਨੂੰ ਲਿਆਉਣ ਲਈ ਕੁਲਵੀਰ ਨੂੰ ਕਿਹਾ। ਬੜਾ ਅਨਰਥ ਹੋਇਆ। ਬਾਪੂ ਵੀ ਮਾਂ ਵਾਂਗ ਇਸੇ ਤਰ੍ਹਾਂ ਖੁਰਦਾ ਪੂਰਾ ਹੋਇਆ ਹੋਏਗਾ। ਮਾਂ ਟਿਕ ਗਈ ਸੀ। ਸ਼ਾਇਦ
ਚਾਹ ਵਿੱਚ ਕੋਈ ਟਿਕਣ ਵਾਲੀ ਟੈਬਲੇਟ ਮਿਲਾ ਦਿੱਤੀ ਹੋਵੇ। ਹਵਾਈ ਸਫ਼ਰ ਦੀ ਥਕਾਵਟ, ਰਸਤੇ ਦੀ ਬੇਅਰਾਮੀ ਕਰਕੇ ਆਰਾਮ ਕੁਰਸੀ ਤੇ ਅਹਿਲ ਪਈ ਮਾਂ ਵੱਲ ਵੇਖਦੀ। ਉਹ ਬੈੱਡ ਤੇ ਜ਼ਰਾ ਲੱਕ ਸਿੱਧਾ ਕਰਨ ਵਾਸਤੇ ਪਈ ਸੀ, ਪਰ ਪਤਾ ਨਹੀਂ ਕਦੋਂ ਅੱਖ ਲੱਗ ਗਈ। ਉੱਠੀ ਤਾਂ ਦਿਨ ਢਲ ਚੁੱਕਾ ਸੀ। ਮਾਂ ਉਸੇ ਤਰ੍ਹਾਂ ਨੀਂਦ ਬੇਹੋਸ਼ ਜਿਹੀ ਪਈ ਸੀ। ਉਹ ਸੋਚ ਰਹੀ, ਸਵੇਰੇ ਸਭ ਤੋਂ ਪਹਿਲਾਂ ਮਾਂ ਨੂੰ ਸ਼ਹਿਰ ਕਿਸੇ ਚੰਗੇ ਜਿਹੇ ਹਸਪਤਾਲ ਲੈ ਕੇ ਜਾਏਗੀ। ਬੀਬੀ ਜੀ, ਮੂੰਹ ਹੱਥ ਧੋ ਲਓ, ਚਾਹ ਪੀ ਬਾਬੇ ਹਾਜੀ ਦੀ ਮਜ਼ਾਰ ਤੇ ਮੱਥਾ ਟੇਕ ਆਈਏ। ਭਾਬੀ ਦੇ ਕਹਿਣ ਤੇ ਤਿਆਰ ਹੋਣ ਲੱਗੀ। ਪਿੰਡ ਦੇ ਘਰਾਂ ਤੇ ਗਲੀਆਂ ਦਾ ਕਾਫੀ ਵਿਕਾਸ ਹੋ ਚੁੱਕਾ ਸੀ। ਉਹਨੇ ਚਿਰਾਗੀ ਤੇਲ ਪਾਇਆ ਤੇ ਖਾਨਗਾ ਮੱਥਾ ਟੇਕ ਸ਼ੁਕਰਾਨਾ ਅਦਾ ਕੀਤਾ। ਘਰ ਪਰਤੇ ਬਾਹਰਲੇ ਗੁਰਦੁਆਰੇ ਦੇ ਸਪੀਕਰ 'ਚੋਂ ਰਹਿਰਾਜ ਸਾਹਿਬ ਦੇ ਪਾਠ ਦੀ ਕੈਸੇਟ ਚੱਲ ਰਹੀ ਸੀ। ਘਰ ਦਾ ਮਾਹੌਲ ਬੜਾ ਘੁੱਟਿਆ ਸੀ। ਉਸ ਕੁਲਵੀਰ ਨੂੰ ਆਵਾਜ਼ ਦੇ ਉਹਦਾ ਤੇ ਮਾਂ ਦਾ ਖਾਣਾ ਕਮਰੇ 'ਚ ਹੀ ਭੇਜਣ ਲਈ ਕਹਿਤਾ। ਉਹ ਸੋਚਿਆ ਉਹ ਤਾਂ ਵਿਦੇਸ਼ ਸਭ ਜ਼ਿੰਮੇਵਾਰੀਆਂ ਨਿਭਾ ਕੇ ਆਈ ਸੀ। ਦੋਵੇਂ ਬੱਚਿਆਂ ਭਾਵੇਂ ਪੰਜਾਬੀ ਭਾਈਚਾਰੇ 'ਚ ਵਿਆਹ ਨਹੀਂ ਸਨ ਕਰਵਾਏ, ਪਰ ਆਪੋ ਆਪਣੀ ਥਾਂ ਖੁਸ਼ ਸਨ। ਸਿਰ ਦਾ ਸਾਈਂ ਤਾਂ 5 ਕੁ ਸਾਲ ਪਹਿਲਾਂ ਹੀ ਤੁਰ ਗਿਆ ਸੀ, ਜਿਹਦਾ ਸਦਮਾ ਉਹਦੇ ਨਾਲ ਸੀ। ਉਸ ਦਾਲ 'ਚ ਪਤਲਾ ਜਿਹਾ ਫੁਲਕਾ ਭਿਉਂ ਕੇ ਆਪਣੇ ਹੱਥੀਂ ਮਾਂ ਨੂੰ ਖਵਾਇਆ। ਉਹ ਮਾਂ ਨਾਲ ਬਾਪੂ ਬਾਰੇ ਗੱਲਾਂ ਕਰਨੀਆਂ ਚਾਹੁੰਦੀ ਸੀ, ਪਰ ਮਾਂ ਤਾਂ ਹੂੰ ਹਾਂ ਤੋਂ ਅੱਗੇ ਹੁੰਗਾਰਾ ਹੀ ਨਹੀਂ ਸੀ ਭਰ ਰਹੀ। ਉਹ ਦੇਰ ਤੱਕ ਬਾਪੂ ਦੇ ਪਿੱਤਰੀ ਮੋਹ ਤੇ ਮਾਂ ਦੀਆਂ ਮਮਤਾਮਈ ਅਸੀਸਾਂ ਯਾਦ ਕਰਦੀ ਰਹੀ। ਇਸ ਦਰਮਿਆਨ ਸੁਖਬੀਰ ਨੇ ਸੁਣਿਆ ਮਾਂ ਬੁੜਬੁੜਾ ਰਹੀ ਹੈ, ਜਿਵੇਂ ਡਰ ਰਹੀ ਹੋਵੇ। ਬੈੱਡ ਤੋਂ ਉੱਠਣ ਦਾ ਖੜਕਾ ਸੁਣ ਉਹ ਵੀ ਉੱਠ ਪਈ। ਉਸ ਘੜੀ ਵੇਖੀ 12:35। ਸੋਟੀ ਸਹਾਰੇ ਮਾਂ ਦਰਵਾਜ਼ਾ ਖੋਲ੍ਹ ਬਿਨਾਂ ਖੜਕਾ ਕੀਤਿਆਂ ਵਰਾਂਡੇ ਵਿੱਚੋਂ ਦੀ ਹੁੰਦੀ ਹੋਈ ਪੁਰਾਣੇ ਘਰ ਦੀ ਬੱਚੀ ਬਾਹਰਲੀ ਕੋਠੜੀ ਵੱਲ ਜਾ ਰਹੀ ਸੀ। ਉਹ ਵੀ ਪਿੱਛੇ ਗਈ। ਮਾਂ ਕੋਠੜੀ ਅੰਦਰ ਟੁੱਟੀ ਜਿਹੀ ਮੰਜੀ ਤੇ ਗੰਦੇ ਤੇ ਬੋ ਮਾਰਦੇ ਬਿਸਤਰੇ ਤੇ ਪੈ ਗਈ। ਕੋਠੜੀ ਦੀ ਗੰਦਗੀ, ਸਲਾਬ ਤੇ ਬਦਬੂ ਤੋਂ ਬੇਖਬਰ ਉਹ ਆਪਣੇ ਕਮਰੇ 'ਚ ਗਈ। ਮਾਂ ਪ੍ਰਤੀ ਉਹਦੇ ਆਪਣੇ ਹੀ ਪੁੱਤ ਨੂੰਹਾਂ ਦਾ ਮਾਨਵੀ ਵਿਹਾਰ ਵੇਖ ਉਹ ਕੁੜਦੀ ਰਹੀ। ਰਾਤ ਦਾ ਬਾਕੀ ਹਿੱਸਾ ਬੜੀ ਬੇਚੈਨੀ 'ਚ ਕੱਟਿਆ। ਸਰਗੀ ਦੇ ਲੋ ਲੱਗ ਰਹੀ ਸੀ, ਪਰ ਚਿੜੀਆਂ ਦੀ ਚੀਂ ਤੇ ਕਬੂਤਰਾਂ ਦੀ ਗੁਟਰ-ਗੂੰ ਦੀ ਥਾਂ ਗੁਰਦੁਆਰਿਆਂ ਦੇ ਸਪੀਕਰਾਂ 'ਚੋਂ ਨਾ ਸਮਝ ਆਉਣ ਵਾਲੀਆਂ ਆਵਾਜ਼ਾਂ ਆ ਰਹੀਆਂ ਸਨ। ਸ਼ੋਰ ਪ੍ਰਦੂਸ਼ਣ ਤੇ ਕੰਕਰੀਟ ਦੇ ਜੰਗਲਾਂ ਨੇ ਵਿਚਾਰੇ ਪਰਿੰਦਿਆਂ ਦੇ ਘਰ ਉਜਾੜ ਦਿੱਤੇ ਹਨ। ਉਹ ਜਲਾਵਤਨ ਹੋ ਗਏ। ਦਿਨ ਚੜ੍ਹਿਆ। ਉਹ ਉੱਠੀ, ਭਰਜਾਈ ਨੂੰ ਗਰਮ ਪਾਣੀ ਲਿਆ, ਮਾਂ ਨੂੰ ਨਹਾਉਣ 'ਚ ਮਦਦ ਲਈ ਕਿਹਾ। ਫਿਰ ਕੁਲਵੀਰ ਨੂੰ ਕਾਰ ਲੈ ਕੇ ਆਉਣ ਲਈ ਆਖਿਆ। ਸੁਖਬੀਰ ਨੇ ਮਾਂ ਨੂੰ ਸਹਾਰਾ ਦੇ ਕਾਰ ਦੀ ਪਿਛਲੀ ਸੀਟ ਤੇ ਬਿਠਾਇਆ। ਸ਼ਹਿਰ ਦੇ ਨਾਮੀ ਨਿੱਜੀ ਹਸਪਤਾਲ ਪਹੁੰਚੇ। ਫਾਈਲ ਬਣਵਾਈ। ਇੱਕ ਜੂਨੀਅਰ ਡਾਕਟਰ ਨੇ ਬਿਨਾਂ ਚੈੱਕ ਕੀਤਿਆਂ ਟੈਸਟ ਆਦਿ ਲਿਖ ਐਡਵਾਂਸ ਜਮ੍ਹਾਂ ਕਰਵਾਉਣ ਲਈ ਕਹਿਤਾ। 2500 ਨਰਸ ਨੇ ਫਾਈਲ ਦਾ ਲੈ ਲਿਆ। ਉਹਨੂੰ ਮਾਂਗੜ ਸਾਹਿਬ ਦੀ ਕਹਾਣੀ ਯਾਦ ਆਈ। ਕਿਵੇਂ ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਡਾਕਟਰ ਇੱਕ NRI ਮਰੀਜ਼ ਨੂੰ ਡਿਸਚਾਰਜ ਨਹੀਂ ਸਨ ਕਰ ਰਹੇ, ਕਿਉਂਕਿ ਬਿੱਲ ਬਣ ਰਿਹਾ ਸੀ। ਹੈਲੋ ਸੁਖਬੀਰ, ਤੂੰ ਕਿੱਧਰ? ਕਦੋਂ ਆਈ ਕੈਨੇਡਾ ਤੋਂ? ਉਹਦਾ ਕਲਾਸ ਫੈਲੋ ਤੇ 2 ਵਾਰ ਉਸ ਕੋਲ ਕੈਨੇਡਾ ਰਹਿ ਆਈ, ਡਾਕਟਰ ਢਿੱਲੋਂ ਪੁੱਛ ਰਿਹਾ ਸੀ। ਡਾਕਟਰ ਨੇ ਮਾਂ ਦਾ ਚੈੱਕਅਪ ਕੀਤਾ। ਤਾਕਤ ਦੀਆਂ ਦਵਾਈਆਂ ਤੇ ਗਲੂਕੋਜ਼ ਲਈ ਲਿਖ ਸੁਖਬੀਰ ਨੂੰ ਚਾਹ ਪਿਲਾਉਣ ਲਈ ਹਸਪਤਾਲ ਦੇ ਪਿੱਛੇ ਆਪਣੀ ਕੋਠੀ ਲੈ ਗਿਆ। 2 ਦਿਨ ਦਵਾਈਆਂ ਆਦਿ ਦਾ ਕੋਈ ਖਾਸ ਅਸਰ ਨਾ ਵੇਖ ਡਾਕਟਰ ਢਿੱਲੋਂ ਨੇ ਸੁਖਬੀਰ ਨੂੰ ਮਾਂ ਦੀ ਸੇਵਾ ਤੇ ਦਵਾਈ ਆਦਿ ਬਾਰੇ ਸਮਝਾ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ। ਘਰ ਆ ਉਸ ਕੁਝ ਦਿਨ ਸੇਵਾ ਕੀਤੀ। ਸੇਵਾ ਤੇ ਦੁਆਵਾਂ ਦਾ ਕੋਈ ਅਸਰ ਨਾ ਵੇਖ ਸੁਖਬੀਰ ਨੇ ਮਹਿਸੂਸ ਕੀਤਾ ਕਿ ਉਹ ਵੇਲਾ ਲੰਘਾ ਮੋਹ ਮਮਤਾ ਦਾ ਰਿਣ ਚੁਕਾਉਣ ਆਈ ਹੈ। ਸੁਖਬੀਰ ਨੇ ਮਾਂ ਤੇ ਬਾਪੂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਤੇ ਕੈਨੇਡਾ ਪਰਤ ਗਈ। ਧੰਨਵਾਦ। ਕਹਾਣੀ ਹੈ ਅੰਨੀ ਖੂਹ ਵੱਲ ਕਦਮ। ਨਵੰਬਰ ਮਹੀਨੇ ਦੀ ਨੀਮ ਗੁਲਾਬੀ ਜਿਹੀ ਠੰਡੀ ਜਿਹੀ ਸੱਜਰੀ ਸਵੇਰ। ਸੂਰਜ ਦੇਵਤਾ ਜੇ ਉਦਈ ਹੋਇਆ ਸੀ। ਸਰਗੀ ਦੀ ਲੋ ਪੀਲੀ ਜਿਹੀ ਧੁੱਪ ਵਿੱਚ ਬਦਲ ਰਹੀ ਸੀ। ਵਾਤਾਵਰਨ 'ਚ ਮਾਮੂਲੀ ਠੰਡ ਦਾ ਅਹਿਸਾਸ ਸੀ। ਮਾਸਟਰ ਰੰਧਾਵਾ ਜੇ ਸਵੇਰ ਦੀ ਸੈਰ ਲਈ ਨਿਕਲਣ ਹੀ ਲੱਗਾ ਸੀ ਕਿ ਮੋਟਰਸਾਈਕਲ ਤੇ ਕੈਨ ਰੱਖੀ ਕੋਲੋਂ ਦੀ ਲੰਘ ਰਹੇ ਜੱਗੇ ਦੋਧੀ ਨੇ ਸੱਜਾ ਹੱਥ ਮੱਥੇ ਵੱਲ ਲੈ ਜਾਂਦਿਆਂ, "ਸਤਿ ਸ੍ਰੀ ਅਕਾਲ ਮਾਸਟਰ ਜੀ, ਸੁਣਾਓ ਕੀ ਹਾਲੇ ਚਾਲ ਆ? ਠੀਕ ਠਾਕ ਆ ਦੋਧੀਆ, ਮਿਹਰਾਂ ਤੇਰੀਆਂ।" ਦੋਧੀ ਲੰਘ ਗਿਆ ਤੇ ਆਪਣੇ ਗੇਟ ਦੇ ਬਾਹਰ ਟਹਿਲ ਰਹੇ ਗੁਆਂਢੀ ਨੇ ਦੱਸਿਆ, "ਮਾਸਟਰ ਸੰਧੂਆਂ ਦੀ ਮਾਈ ਤੜਕੇ ਪੂਰੀ ਹੋ ਗਈ।" "ਚੱਲ ਭਰਾਵਾ, ਛੁੱਟ ਗਈ।" ਮੰਜੇ ਨਾਲ ਮੰਜਾ ਹੋਈ ਪਈ ਸੀ। ਬੜੀ ਬੁਰੀ ਹਾਲਤ ਸੀ।
ਪਰਸੋਂ ਮੈਂ ਪਤਾ ਲੈਣ ਗਿਆ ਸੀ, ਗੰਦੇ ਜੇ ਜੁੱਲੇ ਬਿਸਤਰੇ 'ਚ ਗਠੜੀ ਜੀ ਲੱਗਦੀ ਸੀ। ਜਦੋਂ ਔਖੇ ਸਾਹ ਲੈਂਦੀ ਤਾਂ ਰਜਾਈ ਦੇ ਹੇਠਾਂ ਉੱਤੇ ਹੋਣ ਤੋਂ ਹੀ ਪਤਾ ਲੱਗਦਾ ਸੀ ਕਿ ਅਜੇ ਜਿਉਂਦੀ ਹੈ। ਮਾਸਟਰ ਨੇ ਉਹਨੂੰ ਬੁੱਢੜੀ ਦੇ ਨਰਕ ਭੋਗਣ ਦੀ ਵਿਥਿਆ ਸੁਣਾ ਦਿੱਤੀ। ਮਾਸਟਰ, ਮੈਂ ਤਾਂ ਤਿਆਰ ਹੋ ਅਫਸੋਸ ਕਰ ਆਉਂਦਾ। ਸੰਸਕਾਰ ਬਾਅਦ ਦੁਪਹਿਰ ਰਿਸ਼ਤੇਦਾਰਾਂ ਦੇ ਆਇਆ ਕਰਨਗੇ। ਮੈਂ ਤਾਂ ਹੁਸਨ ਰਿਜ਼ੋਰਟ ਵਿਆਹ ਵੇਖਣਾ। ਗੁਆਂਢੀ ਨੇ ਵਿਆਹ ਦੀ ਖੁਸ਼ੀ ਤੇ ਭਾਈਚਾਰਾ ਨਿਭਾਉਣ ਦੀ ਗੱਲ ਸਾਂਝੀ ਕੀਤੀ। ਠੀਕ ਆ ਭਰਾਵਾ। ਆਖਦਿਆਂ ਅੱਗੇ ਤੁਰਦਿਆਂ ਮਾਸਟਰ ਨੂੰ ਯਾਦ ਆਇਆ ਕਿ ਪਿਛਲੇ ਸਾਲ ਜਦੋਂ ਇਹਨਾਂ ਦਾ ਪਿਓ ਪੂਰਾ ਹੋਇਆ ਸੀ ਤਾਂ ਦੋਵਾਂ ਵੱਡਿਆਂ ਭਰਾਵਾਂ ਨੇ ਆਪਣੀਆਂ ਘਰ ਦੀ ਘੂਰੀ ਵੱਟਣ ਤੇ ਬੁੱਢੇ ਨੂੰ ਨਾ ਸਿਰਫ ਵੱਡਾ ਕਰਨ ਤੋਂ ਸਗੋਂ ਕੱਟ ਕਰਨ ਤੋਂ ਵੀ ਸਾਫ਼ ਇਨਕਾਰ ਕਰਤਾ ਸੀ। ਬਾਅਦ ਵਿੱਚ ਭਾਵੇਂ ਰਿਸ਼ਤੇਦਾਰੀ ਤੇ ਸ਼ਰੀਕੇ ਬਰਾਦਰੀ ਦੀਆਂ ਗੱਲਾਂ ਤੋਂ ਡਰਦਿਆਂ ਨੱਕ ਰੱਖਣ ਦੀ ਗਰਜ ਨਾਲ ਕੱਟ ਤਾਂ ਕੀਤਾ, ਪਰ ਭੋਗ ਤੇ ਲੰਗਰ ਆਦਿ ਦਾ ਤੀਸਰਾ ਹਿੱਸਾ ਮਾਤੜ ਛੋਟੇ ਤੋਂ ਵੀ ਬਰਾਬਰ ਦਾ ਲਿਆ ਸੀ। ਅਖੇ ਤੂੰ ਬੁੱਢੇ ਵੰਡੇ ਦੀ ਜ਼ਮੀਨ ਦੀ ਕਮਾਈ ਨਹੀਂ ਖਾਂਦਾ ਰਿਹਾ। ਸੰਧੂਆਂ ਦੇ ਭਾ ਰੂੜ ਸਿੰਘ ਨਾਲ ਮਾਸਟਰ ਰੰਧਾਵੇ ਦੀ ਬੜੀ ਗੂੜੀ ਸਾਂਝ ਸੀ। ਉਹ ਵੀ ਮਾਸਟਰ ਨੂੰ ਆਪਣਾ ਚੌਥਾ ਪੁੱਤਰ ਸਮਝਦਾ ਸੀ। ਭਾ ਦੇ ਤੁਰ ਜਾਣ ਤੋਂ ਬਾਅਦ ਵੀ ਮਾਸਟਰ ਛੋਟੇ ਤੇ ਉਹਦੀ ਬੀਬੀ ਦਾ ਸੁੱਖ ਦੁੱਖ ਪੁੱਛਣ ਲਈ ਮਹੀਨੇ ਦਸੀਂ ਦਿਨੀਂ ਨੇਮ ਨਾਲ ਜਾਂਦਾ ਤੇ ਕਿਸੇ ਲੋੜ ਥੋੜ ਬਾਰੇ ਵੀ ਪਤਾ ਕਰਦਾ ਰਹਿੰਦਾ ਸੀ। ਵੱਡਿਆਂ ਦੋਵਾਂ ਨਾਲ ਮਾਸਟਰ ਦੀ ਉਹਨਾਂ ਦੀਆਂ ਮੂੰਹ ਫੱਟ ਤੇ ਅੱਖੜ ਤੀਵੀਆਂ ਕਰਕੇ ਘੱਟ ਹੀ ਬਣਦੀ ਸੀ। ਹਾਂ, ਮਾੜੀ ਮੋਟੀ ਸੱਤ ਜ਼ਰੂਰ ਸੀ। ਮਾਸਟਰ ਰੰਧਾਵਾ ਦੀ ਨਾ ਤਾਂ ਵੱਡੀ ਕਬੀਲਦਾਰੀ ਸੀ ਤੇ ਨਾ ਹੀ ਰਿਸ਼ਤੇਦਾਰੀ ਦਾ ਕੜਮਸ। ਤਨਖਾਹ ਬਥੇਰੀ ਸੀ ਤੇ 4.5 ਏਕੜ ਜ਼ਮੀਨ ਵੀ ਸੀ, ਜਿਹੜੀ ਠੇਕੇ ਤੇ ਦਿੱਤੀ ਹੋਈ ਸੀ। ਦੁੱਧ ਸ਼ੁਰੂ ਤੋਂ ਹੀ ਭਾ ਘਰੋਂ ਆਉਂਦਾ ਸੀ। ਆਂਢ ਗੁਆਂਢ ਦੇ ਸਰੀਕੇ ਬਰਾਦਰੀ 'ਚ ਮਾਸਟਰ ਦੀ ਬੜੀ ਇੱਜ਼ਤ ਸੀ। ਕੋਈ ਲੋੜਵੰਦ ਸਵਾਲੀ ਉਹਦੇ ਘਰੋਂ ਕਦੇ ਖਾਲੀ ਨਹੀਂ ਸੀ ਗਿਆ। ਉਸ ਸਕੂਲੇ ਵੀ 3-4 ਬੱਚੇ ਹਮੇਸ਼ਾ ਹੀ ਗੋਦ ਲਏ ਹੁੰਦੇ, ਜਿਨ੍ਹਾਂ ਦੀ ਪੜ੍ਹਾਈ ਆਦਿ ਦੇ ਸਭ ਖਰਚੇ ਤਨਖਾਹ 'ਚੋਂ ਦਿੰਦਾ ਸੀ। ਪਿੰਡ ਦੇ ਗਰੀਬ ਗੁਰਬੇ ਦੀ ਧੀ ਭੈਣ ਦੇ ਕਾਰਜ ਵੇਲੇ ਜ਼ਰੂਰ ਮਦਦ ਕਰਦਾ ਸੀ। ਪਿਛਲੇ ਮਹੀਨੇ ਦੀ ਤਾਂ ਗੱਲ ਹੈ। ਮਾਸਟਰ ਸਵੇਰ ਦੀ ਸੈਰ ਲਈ ਨਿਕਲਿਆ। ਬੱਦਲਵਾਈ ਤਾਂ ਜ਼ਰੂਰ ਸੀ, ਪਰ ਮੀਂਹ ਲੱਥ ਪੈਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਸੀ ਲੱਗਦੀ। ਮਾਸਟਰ ਅਜੇ ਫਿਰਨੀ ਤੇ ਚੜ੍ਹਿਆ ਹੀ ਸੀ ਕਿ ਨਿੱਕੀ ਨਿੱਕੀ ਕਿਣਮਿਣ ਸ਼ੁਰੂ ਹੋ ਗਈ। ਗੁਰਦੁਆਰਾ ਸਾਹਿਬ ਦੇ ਸਪੀਕਰ 'ਚੋਂ ਆ ਰਹੀ ਰਸ ਭਿੰਨੀ ਗੁਰਬਾਣੀ ਫਿਜ਼ਾ 'ਚ ਮਿਠਾਸ ਘੋਲ ਰਹੀ ਸੀ। ਅੱਗੋਂ ਭਾ ਦਾ ਛੋਟਾ ਲਾਡਲਾ ਮਾਈ ਵਾਲਾ ਬਲਕਾਰਾ ਆਪਣੇ ਖੇਤ ਬੰਨੇ ਖੜਾ ਟਰੈਕਟਰ ਡਰਿਲ ਨਾਲ ਕਣਕ ਬਜਾਉਂਦਾ ਦਿਸ ਪਿਆ। ਉਹਦੀ ਹੱਥ ਜੋੜ ਕੇ ਬੁਲਾਈ ਸਤਿ ਸ੍ਰੀ ਅਕਾਲ ਬਿਜਾਈ ਕਰ ਰਹੇ ਟਰੈਕਟਰ ਦੇ ਖੜਕੇ 'ਚ ਗੁਆਚ ਗਈ। ਬਲਕਾਰ, ਇੰਨੀ ਪਛੇਤੀ ਕਣਕ ਕਦੋਂ ਪੱਕੇਗੀ? ਝਾੜ ਵੀ ਤਾਂ ਘਟੇਗਾ। ਮਾਸਟਰ ਨੇ ਸੋਚਿਆ। ਮਾੜੇ ਜੱਟ ਦੀ ਕਾਹਦੀ ਵਾਹੀ, ਨਾ ਖੁੱਲੀ ਜ਼ਮੀਨ, ਨਾ ਆਪਣੇ ਖੇਤੀ ਸੰਦ, ਨਾ ਸੁਧਰੇ ਉੱਤਮ ਬੀਜ, ਨਾ ਖਾਦ ਤੇ ਨਾ ਕੀਟਨਾਸ਼ਕ ਸਪਰੇਆਂ ਤੇ ਖਰਚੇ। ਠੀਕ ਸਿਆਣਿਆਂ ਕਿਹਾ, ਜੱਟਾ ਤੇਰੀ ਜੂਨ ਬੁਰੀ, ਮਾੜੀ ਕਿਸਮਤ। ਛੋਟਾ ਕਿਸਾਨ ਤਾਂ ਨਿੱਘਰਦਾ ਹੀ ਜਾ ਰਿਹਾ। ਬਲਕਾਰ ਮੇਰੇ ਵੱਲ ਆ ਗਿਆ। ਛੋਟਿਆ, ਪਛੇਤੀ ਨਹੀਂ ਹੋ ਗਈ ਕਣਕ? ਥੋੜੀ ਜਿਹੀ ਤਾਂ ਤੇਰੇ ਹਿੱਸੇ ਪਹਿਲੀ ਆਉਂਦੀ ਆ, ਉਹ ਵੀ ਤੂੰ ਵੇਲੇ ਸਿਰ ਨਹੀਂ ਬਜਾ ਸਕਦਾ। ਭਾ ਆਖਦਾ ਹੁੰਦਾ ਸੀ ਕਣਕ ਦੀ ਬਜਾਈ ਕੱਤੇ ਦੇ ਮਹੀਨੇ ਕਰ ਲੈਣੀ ਚਾਹੀਦੀ ਹੈ, ਪਰ ਹੁਣ ਤਾਂ ਅੱਜ ਮੱਘਰ ਵੀ ਅੱਧਾ ਲੰਘ ਗਿਆ। ਤੇਰੇ ਭਰਾਵਾਂ ਕੋਲ ਸਾਂਝਾ ਟਰੈਕਟਰ ਆ, ਉਹਨਾਂ ਕਦੋਂ ਦੀ ਆਪਣੀ ਵਿਆਹੀ ਕਰ ਲਈ। ਘਰੇ ਵਿਹਲਾ ਖੜਾ ਟਰੈਕਟਰ। ਮੈਂ ਜਾਣਦਿਆਂ ਵੀ ਕਿ ਉਹਨੇ ਮਸਾਂ ਫੜਾ ਕੇ ਟਰੈਕਟਰ ਦੀ ਵਹਾਈ ਲਈ ਪੈਸਿਆਂ ਦਾ ਜੁਗਾੜ ਕੀਤਾ ਹੋਏਗਾ, ਫਿਰ ਵੀ ਹਮਦਰਦੀ ਵਜੋਂ ਕਿਹਾ, ਮਾਸਟਰ ਜੀ, ਘਰੇ ਭਾਬੀਆਂ ਦੀ ਚੱਲਦੀ ਆ, ਭਰਾ ਕਿਵੇਂ ਦੇ ਸਕਦੇ ਆ? ਬਲਕਾਰ ਨੇ ਗਿਲਾ ਕਰਦਿਆਂ ਕਿਹਾ। ਪੈਸੇ ਦੀ ਦੌੜ ਨੇ ਖੂਨ ਵੀ ਸਫੈਦ ਕਰ ਦਿੱਤਾ। ਨਹੀਂ ਤਾਂ ਛੋਟਾ ਭਰਾ ਆ ਵਿਹਲਿਆਂ, ਚਲੋ ਉਹਦੀ ਵੀ ਵਿਆਹੀ ਕਰਵਾ ਦਈਏ। ਕਿਸੇ ਉਹਦੀ ਬਾਂਹ ਨਹੀਂ ਫੜੀ। ਮਾਸਟਰ ਸੋਚ ਰਿਹਾ ਸੀ, ਭਾਜੀ ਤੁਹਾਡੇ ਤੋਂ ਕੀ ਲੁਕਿਆ? ਆਖ ਬਲਕਾਰ ਆਪਣੇ ਮਤਲਬ ਵੱਲ ਆਉਂਦਾ ਬੋਲਿਆ, ਅੱਜ ਮੇਰਾ ਕੰਮ ਜ਼ਰੂਰ ਕਰਨਾ ਜੀ। ਦੁੱਧ ਦੇ ਹਿਸਾਬ 'ਚੋਂ ਕਟਵਾ ਦਿਆਂਗਾ। ਇਸ ਦਰਮਿਆਨ ਉਹਦੀ ਘਰ ਦੀ ਚਾਹ ਵਾਲਾ ਡੋਲੂ ਸਟੀਲ ਦੇ ਗਲਾਸ ਤੇ ਅਖਬਾਰ 'ਚ ਲਪੇਟੀਆਂ ਰੋਟੀਆਂ ਲੈ ਕੇ ਆ ਪਹੁੰਚੀ। ਉਹਨੇ ਮਾਸਟਰ ਨੂੰ ਸਤਿ ਸ੍ਰੀ ਅਕਾਲ ਆਖ ਚਾਹ ਪੀਣ ਦੀ ਸੁਲਾ ਮਾਰੀ। ਪੁੱਤ ਜਿਉਂਦੇ ਰਹੋ। ਚਾਹ ਤਾਂ ਘਰੋਂ ਪੀ ਕੇ ਤੁਰਿਆ ਸੀ, ਹੁਣ ਤਾਂ ਘਰ ਜਾ, ਨਹਾ ਧੋ ਤਿਆਰ ਹੋ, ਰੋਟੀ ਖਾ ਸਕੂਲ ਜਾਵਾਂਗਾ। ਦੋਵਾਂ ਨੂੰ ਅਸੀਸ ਵਰਗਾ ਧਰਵਾਸਾ ਦੇ ਮਾਸਟਰ ਅੱਗੇ ਨਹਿਰ ਵੱਲ ਚਲਾ ਗਿਆ। ਤਕੜਿਆਂ ਜੱਟਾਂ ਦੀਆਂ ਕਣਕਾਂ ਗਿੱਟ-ਗਿੱਟ ਹੋ ਗਈਆਂ ਸਨ। ਕਈ ਤਾਂ ਪਹਿਲਾਂ ਪਾਣੀ ਵੀ ਦੇ ਚੁੱਕੇ ਸਨ। ਪੱਠਿਆਂ ਵਾਲੇ ਖੇਤਾਂ ਵਿੱਚ ਸਰੋਂ ਤੋਰੀਏ ਦੇ ਪੀਲੇ ਫੁੱਲ ਵਾਤਾਵਰਨ ਤੇ ਪੌਣ 'ਚ ਸੁਗੰਧੀਆਂ ਭਰ ਰਹੇ ਸਨ। ਵੱਟਾਂ ਤੇ ਲਾਏ ਪਾਪਲਰਾਂ ਦੇ ਪੱਤੇ ਵੀ ਪੀਲੇ ਪੈਣੇ ਸ਼ੁਰੂ ਹੋ ਗਏ ਸਨ। ਪਤਾ ਨਹੀਂ ਕਦੋਂ ਤੱਕ ਸਾਡੇ ਕਿਸਾਨ ਕਣਕ ਝੋਨੇ ਦੇ ਪਿੱਛੇ ਪਏ ਰਹਿਣਗੇ। ਕਈ ਉਦਮੀ ਕਿਸਾਨ ਰਾਹ ਦਸੇਰਾ ਵੀ ਬਣੇ। ਉਹਨਾਂ ਪਹਿਲਾਂ ਮਟਰਾਂ ਦੀ ਫਸਲ ਲਈ, ਫਿਰ ਮੱਕੀ ਬੀਜਤੀ। ਪਹਿਲਾਂ ਵੀ ਤਾਂ ਜੱਟ ਕਣਕਾਂ 'ਚ ਛੋਲੇ ਆਦਿ ਬੀਜ ਲੈਂਦੇ ਸਨ, ਪਰ ਹੁਣ ਜਦੋਂ ਕਾਲੇ ਛੋਲੇ 150 ਰੁਪਏ ਕਿਲੋ ਤੇ ਦਾਲਾਂ ਵੀ 100 ਤੋਂ ਉੱਪਰ ਟੱਪ ਗਈਆਂ,
ਪਰ ਫਿਰ ਵੀ ਜੱਟ ਨੂੰ ਸੋਝੀ ਨਹੀਂ ਆਈ ਕਿ ਚਲੋ ਬੰਬੀਆਂ ਨੇੜੇ 5-10 ਮਰਲਿਆਂ 'ਚ ਸਾਗ ਸਬਜ਼ੀ ਬੀਜ ਲਈਏ। ਆਪਣੀ ਵਾੜੀ ਦੀ ਤਾਜ਼ੀ ਸਬਜ਼ੀ ਖਾਣ ਦੀ ਥਾਂ ਜ਼ਹਿਰ ਖਾਣਗੇ, ਸੋਚਦਾ ਮਾਸਟਰ ਚਾਚੇ ਗਪੌੜ ਪੰਥੀਏ ਦੇ ਡੇਰੇ ਉੱਪੜ ਗਿਆ। ਮਾਸਟਰ ਅੱਜ ਸੈਰ ਨੂੰ ਕੁਵੇਲਾ ਕਰ ਲਿਆ, ਸਗੋਂ ਰਾਤੀ ਪੈਗ ਸ਼ੈਗ ਵੱਧ ਤਾਂ ਨਹੀਂ ਲਾ ਲਿਆ? ਕਰਤਾਰੇ ਨੇ ਮਾਸਟਰ ਨੂੰ ਬੁਲਾਉਣ ਖਾਤਰ ਪੁੱਛਿਆ ਤੇ ਮਖੌਲ ਵੀ ਕਰ ਲਿਆ। ਚਾਚਾ ਸਿਆਂ, ਤੂੰ ਕਿਹੜੀ ਕਦੇ ਸੁਲਾ ਮਾਰੀ, ਡਰਮਾਂ ਦੇ ਡਰਮ ਕੱਢਦੇ ਜੇ। ਚਾਚੇ ਦੀ ਚੋਭ ਦੇ ਜਵਾਬ 'ਚ ਮਾਸਟਰ ਨੇ ਉਲਾਮਾ ਦਿੱਤਾ। ਲੈ ਭਤੀਜ, ਇਹ ਕਿਹੜੀ ਗੱਲ ਆ? ਚਾਹੇ ਅੱਜ ਚਾਹੇ ਹੁਣੇ ਆ ਜਾ, ਤੇਰਾ ਘਰ ਆ, ਬਣਾ ਲਵਾਂਗੇ ਤਰੀ ਸ਼ਰੀ। ਚਾਚੇ ਨੇ ਆਪਣਤ ਜਤਾਉਂਦਿਆਂ ਸੱਦਾ ਦਿੱਤਾ। ਚੰਗਾ ਚਾਚਾ, ਆਊਂ ਕਿਸੇ ਦਿਨ, ਪਰ ਇਹਨੂੰ ਸੰਨ ਤੋਂ ਢੱਠੇ ਚੋਰ ਵਾਂਗ ਕਿਉਂ ਬਿਠਾਇਆ? ਮਾਸਟਰ ਨੇ ਉਹਦਾ ਸੱਦਾ ਪ੍ਰਵਾਨ ਕਰਦਿਆਂ ਕਾਮੇ ਅਰਜਨ ਦਾ ਖਹਿੜਾ ਛੁਡਾਉਣ ਲਈ ਪੁੱਛ ਲਿਆ। ਮਾਸਟਰ ਕੀ ਦੱਸਾਂ, ਇਹਨੂੰ ਕੱਲ੍ਹ ਕਣਕ ਨੂੰ ਖਾਦ ਪਾਉਣ ਭੇਜਿਆ ਸੀ। ਕੰਜਰ ਦੀ ਮਾਰ 2 ਬੁੱਕ ਖਾਦ ਤੇ ਤੋੜਾ ਸੁੱਚੇ ਨੂੰ ਦੇ, ਗਲਾਸੀ ਮਾਰ ਰਾਤ ਦਾ ਘਰ ਸੁੱਤਾ, ਹੁਣ ਆਇਆ। ਚਾਚੇ ਨੇ ਅਰਜਨ ਨੂੰ ਬੁਰਾ ਭਲਾ ਆਖਦਿਆਂ ਉਹਨੂੰ ਜਾਣ ਲਈ ਕਹਿ ਦਿੱਤਾ। ਮਾਸਟਰ ਉੱਥੋਂ ਹੀ ਮੁੜ ਆਇਆ। ਮਾਈ ਵਾਲੇ ਦੀ ਕਣਕ ਬੀਜੀ ਜਾ ਚੁੱਕੀ ਸੀ। ਆਪਣੇ ਨਖੱਟੂ ਮੁੰਡੇ ਲਈ ਕਲਪਦਾ ਬਲਕਾਰਾ ਮਾਸਟਰ ਵੱਲ ਹੋ ਤੁਰਿਆ। ਭਾਜੀ, ਮੈਂ ਲੋਡੇ ਵੇਲੇ ਆਊਂ, ਉਸ ਮਾਸਟਰ ਨੂੰ ਪੱਕਿਆਂ ਕੀਤਾ। ਤੋਰੀ ਵਾਂਗ ਡੋਲਦੇ ਉਹਦੇ ਨਸ਼ਈ ਮੁੰਡੇ ਵੱਲ ਵੇਖਦਿਆਂ ਮਾਸਟਰ ਨੇ ਕਿਹਾ, ਆ ਜਾਵੀਂ, ਕਰ ਲਵਾਂਗੇ ਜੁਗਾੜ। ਕਦੇ ਭਾ ਰੂੜ ਸਿਉਂ ਦੀ ਚੜ੍ਹਤ ਹੁੰਦੀ ਸੀ ਪਿੰਡ 'ਚ, ਬੜਾ ਵੱਜਕਾ ਸੀ, ਪੁੱਛ ਪ੍ਰਤੀਤ ਸੀ। ਕਿੱਲੇ ਚੰਗਾ ਮਾਲ ਡੰਗਰ ਬੱਝਾ ਹੁੰਦਾ ਸੀ। ਉਸ ਵਾਹੀ ਵੀ ਚੰਗੀ ਘੁਕਾਈ ਸੀ। ਇਹ ਪੋਤਰਾ ਸੋਨਾ ਦਾਦੇ ਦਾ ਲਾਡਲਾ ਸੀ, ਮਾਂ ਪਿਓ ਦਾ ਵੀ ਛਿੰਦਾ ਪੁੱਤ ਸੀ। ਜਦੋਂ ਪੁੱਤ ਨੇ ਜ਼ਿਆਦਾ ਹੀ ਬਾਈਕ ਲੈਣ ਦੀ ਜ਼ਿੱਦ ਕੀਤੀ ਤਾਂ ਦਾਦੀ ਤੇ ਮਾਂ ਨੇ ਵੀ ਇਹਦੀ ਹਾਂ 'ਚ ਹਾਂ ਮਿਲਾਈ ਸੀ। ਆਖੇ ਇਹਦੇ ਸਾਰੇ ਹਾਣੇ ਮੋਟਰਸਾਈਕਲ ਲਈ ਫਿਰਦੇ ਆ। ਬਲਕਾਰੇ ਦੇ ਕਹਿਣ ਤੇ ਭਾ ਨੇ ਮੇਰੇ ਕੋਲ ਆ ਤਰਲਾ ਮਾਰਿਆ ਸੀ, ਮਾਸਟਰ ਪੁੱਤ ਲੈ ਦੇ ਮੋਟਰਸਾਈਕਲ, ਆਪਾਂ ਹੌਲੀ ਹੌਲੀ ਕਿਸ਼ਤਾਂ ਲੱਥ ਜਾਣਗੀਆਂ। ਸੋ ਅਗਲੇ ਦਿਨ ਮਾਸਟਰ ਨੇ 10,000 ਰੁਪਈਆ ਡਾਊਨ ਪੇਮੈਂਟ ਕਰ ਬਾਈਕ ਲੈਤੀ ਸੀ। ਫਿਰ ਬਾਈਕ ਕਰਕੇ ਸੋਨੇ ਦਾ ਟੋਲੀ ਵਿੱਚ ਰੁਤਬਾ ਵੱਧ ਗਿਆ ਸੀ। ਪਹਿਲਾਂ ਕਿਸੇ ਦੇ ਪਿੱਛੇ ਬੈਠ ਮਾਰ ਕਰਨ ਜਾਂਦਾ ਸੀ, ਹੁਣ ਉਹਦੇ ਕੋਈ ਚਮਚਾ ਹਾਕੀ ਜਾਂ ਬੇਸਬਾਲ ਲੈ ਕੇ ਪਿੱਛੇ ਬੈਠਦਾ। ਫਿਰ ਸੋਨੇ ਨੇ ਟੱਚ ਵਾਲਾ ਮਹਿੰਗਾ ਫੋਨ ਲਿਆ, ਸਿਰ ਦੇ ਛੋਟੇ ਵਾਲ ਜੈਲ ਨਾਲ ਖੜੇ ਕਰ ਰਗੜ ਕੇ ਕੱਟੀ ਦਾੜੀ, ਕੰਨਾਂ 'ਚ ਮੁਰਕੀਆਂ ਤੇ ਗਲ 'ਚ ਰੋਲਡ ਗੋਲਡ ਦੀ ਚੈਨੀ ਪਾਈ। ਉਹ ਅੱਡੇ ਦੀਆਂ ਕੈਮਿਸਟਾਂ ਦੀਆਂ ਦੁਕਾਨਾਂ ਦੇ ਗੇੜੇ ਕੱਢਦਾ। ਉਹ ਆਪਣੇ ਆਪ ਨੂੰ ਬੌਸ ਸਮਝਣ ਲੱਗ ਪਿਆ ਸੀ। ਜਦੋਂ ਟੋਲੀ ਨਾਲ ਦਗੜ ਕਰਦਾ, ਮੋਟਰਸਾਈਕਲ ਦੇ ਪਟਾਕੇ ਮਰਵਾਉਂਦਾ, ਕੰਨਾਂ 'ਚ ਹੈੱਡਫੋਨ ਲਗਾਈ ਲੰਘਦਾ ਤਾਂ ਆਮ ਰਾਹਗੀਰ ਸਹਿਮ ਜਾਂਦੇ ਸਨ। ਜੇ ਪੁਲਿਸ ਇਸ ਟੋਲੇ ਖਿਲਾਫ ਕੋਈ ਕਾਰਵਾਈ ਕਰਦੀ ਤਾਂ ਇਹਨਾਂ ਦੇ ਸਰਪ੍ਰਸਤ ਸਿਆਸੀ ਆਗੂ ਫੋਨ ਕਰ ਮੁਕਤ ਕਰਵਾ ਦਿੰਦੇ ਸਨ। ਇਸ ਟੋਲੇ ਦੇ ਸਿਰ ਤੇ ਉਹਨਾਂ ਦਾ ਧੰਦਾ ਚੱਲਦਾ ਸੀ। ਚੇਨਾਂ 'ਚ ਮਾਰ ਧਾੜ ਵਿੱਚ ਵੀ ਇਹ ਮੁਢੀਰ ਵਾਧਾ ਅੱਗੇ ਹੁੰਦਾ। ਲੋੜ ਪੈਣ ਤੇ ਰੇਤ ਤੇ ਭੂ ਮਾਫੀਏ ਦੇ ਕੰਮ ਵੀ ਇਹ ਵਿਗੜੇ ਮੁੰਡੇ ਆਉਂਦੇ ਸਨ। ਮਾਸਟਰ ਦੀ ਸਲਾਹ ਨਾਲ ਬਲਕਾਰ ਨੇ ਆਪਣੇ ਮੋਟਰ ਨੇੜੇ ਕਨਾਲ ਕੁ ਥਾਂ 'ਚ ਜਾਨ ਮਾਰ ਮਿਹਨਤ ਨਾਲ ਸਬਜ਼ੀਆਂ ਲਾਈਆਂ। ਦੇਸੀ ਖਾਦ, ਗੋਡੀਆਂ ਆਦਿ ਪੂਰੀ ਸਾਂਭ ਸੰਭਾਲ ਕੀਤੀ। ਬਲਕਾਰ ਉਹਦੀ ਘਰ ਦੀ ਤੇ ਮੁਟਿਆਰ ਧੀ ਨੇ ਸਬਜ਼ੀਆਂ ਤੋੜ ਬੋਰੀ ਭਰ ਦੇਣੀ। ਸੋਨੇ ਨੇ ਮੋਟਰਸਾਈਕਲ ਉੱਤੇ ਰੱਖਣੀ, ਅੱਡੇ ਪ੍ਰਧਾਨ ਦੀ ਆੜਤ ਜਾ ਸੁੱਟਣੀ। ਥੋੜ੍ਹਾ ਕੁ ਖੰਡ ਚਾਹ ਦਾ ਪੈਸਾ ਦੇ, ਬਾਕੀ ਨਾਲ ਉਹਦੇ ਅੱਡੇ ਦਾ ਖਰਚਾ ਹੀ ਮਸਾਂ ਚੱਲਦਾ ਸੀ। ਸਾਰਾ ਦਿਨ ਅੱਡੇ 'ਚ ਹਰਲ ਕਰਦੇ ਸੋਨੇ ਹੋਰਾਂ ਨੂੰ 2 ਹੀ ਸੁਨੇਹੇ ਮਿਲਦੇ, ਇੱਕ ਫਲਾਣੇ ਥਾਂ ਨਸ਼ਾ ਮਿਲ ਰਿਹਾ, ਦੂਜਾ ਨਸ਼ੇ ਤੋਂ ਝਗੜਾ ਹੋ ਗਿਆ, ਛੇਤੀ ਪਹੁੰਚੋ। ਉਹ ਨਸ਼ੇ ਦੇ ਨਵੇਂ ਅੱਡੇ ਤੇ ਨਸ਼ਈ ਸਾਥੀ ਦੇ ਗਲ ਪੈਣ ਵਾਲਿਆਂ ਨਾਲ ਨਜਿੱਠਣ ਲਈ ਮੋਟਰਸਾਈਕਲਾਂ ਦੇ ਚੰਗਿਆੜੇ ਕਢਾਉਂਦੇ ਜਾਂਦੇ ਸਨ। ਘਰ ਦੀਆਂ ਚੀਜ਼ਾਂ ਵਸਤਾਂ ਸਾਫ਼ ਕਰਨ ਤੋਂ ਬਿਨਾਂ ਸੋਨੇ ਹੋਰੀ ਮਾੜੀਆਂ ਮੋਟੀਆਂ ਲੁੱਟਾਂ ਖੋਹਾਂ ਵੀ ਕਰ ਲੈਂਦੇ ਸਨ। ਸੋਨੇ ਹੋਰਾਂ ਨੂੰ ਵਿਗਾੜਨ ਲਈ ਮਾਂ ਪਿਓ, ਸਮਾਜ ਤੇ ਸਿਆਸੀ ਰਹਿਨੁਮਾ ਬਰਾਬਰ ਦੇ ਜ਼ਿੰਮੇਵਾਰ ਹਨ। ਸਰਕਾਰੀ ਸਕੂਲ ਤੇ ਸਿਹਤ ਸੇਵਾਵਾਂ ਤਾਂ ਨਿਘਾਰ ਦੀਆਂ ਸਭ ਹੱਦਾਂ ਪਾਰ ਕਰ ਚੁੱਕੇ ਹਨ, ਪਰ ਪਿੰਡ ਸ਼ਰਾਬ ਦੇ ਠੇਕੇ ਸ਼ਾਨ ਨਾਲ ਚੱਲ ਰਹੇ ਹਨ। ਸੋਚਦਾ ਮਾਸਟਰ ਘਰ ਆ ਪੁੱਜਾ। ਮਾਸਟਰ ਨੇ ਤਿਆਰ ਹੋ ਸਕੂਲ ਜਾਣ ਲਈ ਸਕੂਟਰ ਵੀ ਕੱਢ ਲਿਆ, ਪਰ ਉਹ ਦੁਚਿੱਤੀ 'ਚ ਸੀ। ਸਕੂਲ ਤੋਂ ਅੱਧੀ ਛੁੱਟੀ ਲੈ ਲਵੇ ਕਿ ਹੁਣੇ ਮਰਗ ਵਾਲੇ ਘਰ ਸੱਥਰ ਤੇ ਜਾ ਬੈਠੇ। ਸੰਸਕਾਰ ਤਾਂ ਦੇਰ ਨਾਲ ਹੀ ਹੋਏਗਾ। ਦੂਸਰਾ, ਉਹ ਮਾਈ ਦੇ ਸੰਸਕਾਰ ਆਦਿ ਰਸਮਾਂ ਲਈ ਬਾਲਣ ਤੇ ਬਿਧ ਆਦਿ ਸਮੱਗਰੀ, ਚਾਹ ਪੀਣ ਤੇ ਲੰਗਰ ਦੇ ਖਰਚੇ ਤੋਂ ਭਰਾਵਾਂ 'ਚ ਮੁੜ ਪਿਛਲੇ ਸਾਲ ਵਰਗੇ ਕਲੇਸ਼ ਤੋਂ ਡਰਦਾ ਇਸ ਖਲਜਗਣ ਤੋਂ ਦੂਰ ਹੀ ਰਹਿਣਾ ਚਾਹੁੰਦਾ ਸੀ। ਉਹਨੂੰ ਯਾਦ ਆਇਆ, ਪਿਛਲੇ ਸਾਲ ਵੀ ਇਹਨੇ ਦਿਨੀਂ ਲੋੜਾਂ ਥੋੜਾਂ ਦਾ ਭੰਨਿਆ ਬਲਕਾਰ ਘਰ ਆ ਕਹਿਣ ਲੱਗਾ ਸੀ, ਮਾਸਟਰ ਜੀ ਤੁਹਾਡੇ ਤੋਂ ਕਾਹਦਾ ਲੁਕਾ, ਬੀ ਲਈ ਰੱਖੀ ਕਣਕ ਵਿੱਚੋਂ ਕੁਝ ਖਾਧੀ ਗਈ ਤੇ ਕੁਝ ਸੋਨੇ ਦੇ ਢਹਿ ਚੜ੍ਹ ਗਈ। ਗੁਜ਼ਾਰੇ ਜੋਗੀ ਕਣਕ ਘਰੋਂ ਦੇ ਦਿਓ ਤੇ ਖਾਦ ਆਦਿ ਲਈ ਆੜ੍ਹਤੀ ਛਿੰਦੇ ਸਾਹ ਨੂੰ
ਪਰਚੀ ਲਿਖ ਦਿਓ। ਖਾਦ ਬਿਨਾਂ ਕੀ ਹੋਣਾ? ਜ਼ਮੀਨਾਂ ਵੀ ਸਾਡੇ ਮੁੰਡਿਆਂ ਵਾਂਗ ਨਸ਼ੇ ਖਾਦਾਂ ਦੀਆਂ ਆਦੀ ਹੋ ਗਈਆਂ। ਦੋਵੇਂ ਮੱਝਾਂ ਸੂਣ ਵਾਲੀਆਂ, ਕੁਝ ਦੋਧੀ ਤੋਂ ਅਗਾਊਂ ਫੜ ਤੇ ਕੁਝ ਹਾੜੀ ਆਉਣ ਤੇ ਹਿਸਾਬ ਕਰ ਲਾਂਗੇ। ਮਾਸਟਰ ਪਸੀਜ ਗਿਆ। ਉਸ ਕਣਕ ਵੀ ਚੁਕਵਾ ਦਿੱਤੀ ਤੇ ਨਗਦ ਰਕਮ ਵੀ ਲਿਆ ਫੜਾਈ। ਇਸੇ ਤਰ੍ਹਾਂ ਪਿਛਲੇ ਸਾਲ ਮਾਈ ਨੇ ਜਦੋਂ ਆਪਣੀ ਪੋਤਰੀ ਰੂਪੀ ਹੱਥ ਉਹਨੂੰ ਘਰ ਆਉਣ ਦਾ ਸੁਨੇਹਾ ਭੇਜਿਆ ਤਾਂ ਉਹ ਸੋਚਿਆ ਬੀਬੀ ਦਾ ਦਵਾ ਦਾਰੂ ਮੁੱਕ ਗਿਆ ਹੋਏਗਾ। ਮਾਸਟਰ ਨੇ ਰੂਪੀ ਨੂੰ ਕਿਹਾ, ਦਾਦੀ ਨੂੰ ਆਖੀ ਸ਼ਾਮ ਨੂੰ ਆਵਾਂਗਾ। ਸਿਆਲੀ ਦਿਨ ਵੀ ਕਿੱਡੇ ਕੁ ਹੁੰਦੇ ਹਨ। ਬਾਅਦ ਦੁਪਹਿਰ ਸਕੂਲ ਤੋਂ ਛੁੱਟੀ ਕੀਤੀ ਅੱਡੇ ਨੂੰ ਤੁਰ ਗਿਆ। ਅੱਡੇ ਤੋਂ ਸਿੱਧਾ ਦਿਨ ਦੇ ਅੰਦਰ ਬਾਹਰ। ਮਾਸਟਰ ਜਦੋਂ ਉਹਨਾਂ ਦੇ ਘਰ ਪੁੱਜਾ ਤਾਂ ਮਾਈ ਰਜਾਈ 'ਚ ਮੂੰਹ ਸਿਰ ਲਪੇਟੀ ਮੰਜੇ ਨਾਲ ਮੰਜਾ ਹੋਈ ਪਈ ਸੀ। ਉਹਦੀ ਛੋਟੀ ਨੂੰਹ ਬਲਕਾਰ ਦੀ ਘਰ ਦੀ ਰਸੋਈ ਵਿੱਚ ਸਾਗ ਘੋਟ ਰਹੀ ਸੀ। ਮਾਸਟਰ ਕੁਰਸੀ 'ਚ ਖਿੱਚ ਮਾਈ ਦੀ ਮੰਜੀ ਨੇੜੇ ਬੈਠ ਗਿਆ। ਕੁਰਸੀ ਦਾ ਖੜਕਾ ਸੁਣ ਮਾਈ ਉੱਠ ਬੈਠੀ ਸੀ। ਸੁੱਖ ਸਾਂਦ ਪੁੱਛ, ਦੱਸ। ਮਾਈ ਨੇ ਮਾਸਟਰ ਨੂੰ ਕਈ ਵਾਰ ਸੁਣਾਈ ਕਥਾ ਛੋਲੀ। ਪੁੱਤ, ਨਾ ਤਾਂ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ, ਨਾ ਹੀ ਸਾਨੂੰ ਜੰਗਲ ਬੇਲਾ ਅਲਾਟ ਹੋਇਆ। ਮੇਰੇ ਸਹੁਰਿਆਂ ਦੀ ਜੱਦੀ ਜ਼ਮੀਨ ਬੰਜਰ ਸੀ। ਮਿਹਨਤ ਦੇ ਬਾਵਜੂਦ ਮੇਰੇ ਸਿਰ ਦੇ ਸਾਈਂ ਦੇ ਪੱਲੇ ਕੁਝ ਨਹੀਂ ਸੀ ਪੈਂਦਾ। ਜੇਠ ਤੇ ਦਿਓਰ ਤਾਂ ਮਾੜੇ ਮੋਟੇ ਪੈਸੇ ਵੱਟ ਬੇਆਬਾਦ ਬੰਜਰ ਵੇਚ ਗਏ। ਸਾਡੇ ਹਿੱਸੇ ਦੀ ਜ਼ਮੀਨ ਹਵਾਈ ਅੱਡੇ ਦੇ ਵਿਸਥਾਰ ਵਾਸਤੇ ਸਰਕਾਰ ਨੇ ਵੰਡ ਲਈ। ਜਿਹੜਾ ਥੋੜ੍ਹਾ ਬਹੁਤ ਸਰਕਾਰ ਵੱਲੋਂ ਕਿਸ਼ਤਾਂ 'ਚ ਮੁਆਵਜ਼ਾ ਮਿਲਿਆ ਉਹ ਖਾਧਾ ਗਿਆ ਤੇ ਅਸੀਂ ਆਪਣੀ ਜ਼ਮੀਨ ਤੋਂ ਵੀ ਹੱਥਲ ਹੋ ਗਏ। ਭਲਾ ਹੋਵੇ ਉਦੋਂ ਉਹਦੇ ਨਾਨਕਿਆਂ ਦਾ, ਜਿਨ੍ਹਾਂ ਤਰਸ ਖਾ ਕੇ ਦੋਤੇ ਦੇ ਨਾਂ ਜ਼ਮੀਨ ਦਾ ਟੋਟਾ ਲਵਾਤਾ। ਮੈਂ ਇਹਨਾਂ ਨਾਲ ਬੱਚੇ ਲੈ ਨਾਨਕੀ ਢੇਰੀ ਤੇ ਆ ਬੈਠੀ। ਇਹਨਾਂ ਦੇ ਪਿਓ ਦਾ ਸੁਰਗਾਂ 'ਚ ਵਾਸਾ ਹੋਵੇ, ਉਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ। ਉਸ ਨਾਨਕੇ ਪਿੰਡ ਵਾਲੀ ਜ਼ਮੀਨ ਤੇ ਆਪਣੀ ਇੱਕ ਜੋਗ ਦੀ ਵਾਹੀ ਨਾਲ ਲਹੂ ਮੁੜਕਾ ਵਗਾ, ਜੀ ਜਾਨ ਮਾਰ ਘਰ ਦਾ ਗੁਜ਼ਾਰਾ ਰੇੜ ਲਿਆ। ਮੈਂ ਵੀ ਕੁੱਕੜ ਦੀ ਬਾਂਗ ਨਾਲ ਉੱਠ ਘਰ ਦਾ ਕੰਮ ਮੁਕਾ ਹਾਲੀ ਲਈ ਖੇਤੀ ਛਾਹ ਵੇਲਾ ਲੈ ਜਾਂਦੀ। ਇਹਦੇ ਜੋਤਰਾ ਲਾਉਣ ਤੱਕ ਮੈਂ ਪੱਠੇ ਆਦਿ ਬਣਾ ਲੈਂਦੀ। ਲੋਡੇ ਵੇਲੇ ਮਾਲ ਡੰਗਰ ਨੂੰ ਰਜਾ, ਧਾਰਾਂ ਕੱਢਦੀ, ਦੋਧੀ ਨੂੰ ਦੁੱਧ ਪਾ, ਬਚਦਾ ਸਾਂਭ, ਰੋਟੀ ਟੁੱਕਦਾ ਆਰ ਕਰਦੀ, ਰੋਟੀ ਪਾਣੀ ਖਵਾ, ਬੱਚਿਆਂ ਨੂੰ ਦੁੱਧ ਪਿਆ, ਸਿਰ ਦੇ ਸਾਈਂ ਦਾ ਛੰਨਾ ਦੁੱਧ ਦਾ ਢੱਕ ਕੇ ਰੱਖ, ਬਾਕੀ ਦੁੱਧ ਨੂੰ ਜਾਗ ਲਾ, ਥੱਕੀ ਹਾਰੀ ਸੌਂ ਜਾਂਦੀ। ਇਹ ਆਸ ਕੌਰ ਹੀ ਸੀ ਜਿਸ ਕਦੇ ਹੌਲੇ ਭਾਰੇ ਕੰਮ ਨੂੰ ਅੱਡਾ ਨਹੀਂ ਸੀ ਲੱਗਣ ਦਿੱਤਾ। ਮਾਈ ਦੀ ਕਥਾ ਜਾਰੀ ਸੀ। ਬਲਕਾਰ ਧਾਰ ਕੱਢ ਸ਼ਾਇਦ ਦੁੱਧ ਡੈਰੀ ਪਾਉਣ ਚਲਾ ਗਿਆ ਸੀ। ਪਹਿਲਾਂ ਸਾਡੇ ਘਰ ਦੋਵੇਂ ਪੁੱਤ ਹੋਏ, 2 ਲੱਛਮੀਆਂ ਆ ਗਈਆਂ। ਫਿਰ ਸੁੱਖ ਨਾਲ ਮੇਰਾ ਲਾਡਲਾ ਕਾਰੀ ਆਇਆ। ਅਸੀਂ ਨਾਨਕਿਆਂ ਦੇ ਘਰੋਂ ਉੱਠ ਖੇਤਾਂ 'ਚ ਡੇਰਾ ਬਣਾ ਬੈਠ ਗਏ। ਮਾਲ ਡੰਗਰ ਤੇ ਰਿਹਾਇਸ਼ ਉੱਥੇ ਹੀ ਕਰ ਲਈ। ਸਿਰ ਦੇ ਸਾਈਂ ਦੀ ਜਾਨ ਮਾਰ ਵਾਹੀ ਦੇ ਬਾਵਜੂਦ ਕਦੇ ਕਰਜ਼ਾ ਚੜ੍ਹ ਜਾਂਦਾ, ਕਦੇ ਲੱਥ ਜਾਂਦਾ। ਇਹਦੇ ਮੇਲ ਮਿਲਾਪ ਤੇ ਚੰਗੀ ਬੋਲ ਬਾਣੀ ਕਰਕੇ ਨਾਨਕਿਆਂ ਦੇ ਸਰੀਕੇ 'ਚੋਂ ਲੱਗਦੇ ਵਿਧਾਇਕ ਭਰਾ ਨੇ ਵੱਡੇ ਮੁੰਡੇ ਨੂੰ ਪੰਚਾਇਤ ਸਮਤੀ 'ਚ ਸੈਕਟਰੀ ਲਵਾਤਾ ਤੇ ਛੋਟੇ ਨੂੰ 10ਵੀਂ ਕਰਦਿਆਂ ਉਹਨੂੰ ਵੀ ਬਿਜਲੀ ਦੇ ਖੰਭੇ ਲਾਉਣ 'ਚ ਭਰਤੀ ਕਰਵਾਤਾ, ਜਿਹੜਾ ਬਾਅਦ 'ਚ ਪੱਕਾ ਹੋ ਗਿਆ। ਚੱਲ ਬੀਬੀ, ਤੇਰੇ ਦੋਵਾਂ ਪੁੱਤਾਂ ਨੂੰ ਨੌਕਰੀਆਂ ਮਿਲਣ ਕਰਕੇ ਤੁਹਾਡਾ ਹੱਥ ਸੌਖਾ ਹੋ ਗਿਆ ਹੋਊ। ਮਾਸਟਰ ਨੇ ਹੁੰਗਾਰਾ ਭਰਨ ਖਾਤਰ ਹੀ ਕਿਹਾ। ਕਿੱਥੇ, ਖੇ ਤੇ ਸੁਆਹ। ਅਜੇ ਦੋਵਾਂ ਦੇ ਵਿਆਹਾਂ ਦਾ ਕਰਜ਼ਾ ਵੀ ਨਹੀਂ ਸੀ ਲੱਥਾ ਕਿ ਨੂੰਹਾਂ ਦੇ ਪਾਏ ਕਲੇਸ਼ ਕਰਕੇ ਦੋਵਾਂ ਨੂੰ ਅੱਡ ਕਰਨਾ ਪਿਆ। ਪਰ ਸ਼ਾਬਾਸ਼ੇ ਸਰਦਾਰ ਦੀ ਬਣੀ ਦੇ ਤੇ ਸਫੂਹੀ ਭਰ ਜਵਾਕ। ਬਲਕਾਰ ਦੀ ਕਮਾਈ ਨਾਲ ਅਸੀਂ ਦੋਵੇਂ ਕੁੜੀਆਂ ਵਿਆਹੀਆਂ। ਵੰਡੇ ਆਉਂਦੀ ਜ਼ਮੀਨ ਤੇ ਦੁੱਧ ਦੀ ਬਰਕਤ ਨਾਲ ਕਾਰੀ ਦਾ ਘਰ ਚੱਲਦਾ ਸੀ, ਪਰ ਫਿਰ ਵੀ ਸਰਦਾਰ ਦਾ ਇਹਨਾਂ ਵੱਡਿਆਂ ਦਾ ਕੀ ਦੇਣਾ ਸੀ। ਆਪ ਤਾਂ ਨੌਕਰੀਆਂ ਤੇ ਚਲੇ ਜਾਂਦੇ, ਪਿੱਛੋਂ ਉਹਨਾਂ ਦੇ ਲਵੇਰੇ ਨੂੰ ਪਿਓ ਸਾਂਭਦਾ। ਪਰ ਆਖਾਂ ਕਦੇ ਤਨਖਾਹ ਵਿੱਚ ਫੁੱਟੀ ਕੌਡੀ ਵੀ ਉਹਦੇ ਹੱਥ ਰੱਖੀ ਹੋਵੇ। ਨੂੰ ਡੱਕਾ ਨਹੀਂ ਸੀ ਤੋੜਦੀਆਂ। ਮਾਈ ਨੇ ਕਥਾ ਜਾਰੀ ਰੱਖਦਿਆਂ ਕਿਹਾ, ਭਲਾ ਹੋਵੇ ਪੁੱਤ ਤੇਰਾ। ਕਾਰੀ ਦਾ ਵਿਆਹ ਤੂੰ ਚੰਗੇ ਸਹਿੰਦੇ ਤੇ ਸਾਊਕਾਰ ਕਰਵਾਤਾ। ਨੂੰ ਵੀ ਬੀਬੀ ਰਾਣੀ ਜਿਸ ਸਾਡੀ ਸੇਵਾ ਕੀਤੀ ਤੇ ਕਰ ਰਹੀ ਹੈ। ਵੱਡੀਆਂ ਤਾਂ ਲਹਿੰਜਾਂ ਕਿਸੇ ਥਾਂ ਦੀਆਂ, ਵੱਡੇ ਝੁੱਡੂ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਛੋਟੇ ਨਾਲ ਪਾਈ ਦਾ ਹਿਸਾਬ ਕਰਦੇ ਆ। ਭੈਣਾਂ ਦੇ ਵਿਆਹਾਂ 'ਚ ਅੱਧੇ ਤੋਂ ਵੱਧ ਖਰਚੇ ਤੇ ਉੱਪਰੋਂ ਸ਼ਰਾਬ ਦੀ ਇੱਲਤ ਨੇ ਕਾਰੀ ਨੂੰ ਕੱਖੋਂ ਹੌਲਾ ਕਰਤਾ। ਮੈਂ ਬਥੇਰਾ ਹੌਸਲਾ ਦਿੰਦੀ ਹਾਂ, ਫਿਕਰ ਨਾ ਕਰ, ਰੱਬ ਭਲੀ ਕਰੂਗਾ। ਅੱਗੇ ਦੀ ਕਥਾ 'ਚ ਮਾਈ ਨੇ ਸਿਰ ਦੇ ਸਾਈਂ ਦਾ ਅੰਤ ਵੇਲਾ ਲੈ ਆਂਦਾ। ਜ਼ਮੀਨ ਜਾਇਦਾਦ ਬਣਾਉਣ ਲਈ ਉਸ ਹੱਡ ਭੰਨਵੀਂ ਕਮਾਈ ਕੀਤੀ, ਪਰ ਵੱਡੇ ਦੋਵਾਂ ਪੁੱਤਾਂ ਤੇ ਨੂੰਹਾਂ ਨੇ ਉਸ ਨੂੰ ਜਰਾ ਵੀ ਸੁੱਖ ਨਾ ਭੋਗਣ ਦਿੱਤਾ। ਮਰਦੇ ਦਮ ਤੱਕ ਭਾਦੋਂ ਦੇ ਚਮਾਸਿਆਂ ਵਿੱਚ ਕੱਦੂ ਕਰ, ਝੋਨਾ ਲਾਉਂਦਾ, ਕਣਕ ਆਦਿ ਦੀਆਂ ਗੋਡੀਆਂ ਕਰਦਾ, ਮਾਲ ਡੰਗਰ ਸਾਂਭਦਾ, ਕਈ ਰੋਗ ਲਵਾ ਬੈਠਾ। ਜਵਾਈਆਂ ਭਾਈਆਂ ਤੇ ਹੋਰ ਰਿਸ਼ਤੇਦਾਰਾਂ ਦੀ ਖਾਤਰ ਦਾ ਜਿੰਮਾ ਛੋਟੇ ਦਾ, ਜਿਵੇਂ ਉਹਦੀਆਂ ਵੱਧ ਭੈਣਾਂ ਤੇ ਭਣਵੱਈਏ ਹੋਣ। ਵੱਡੀਆਂ ਨੂੰਹਾਂ ਨੂੰ ਤਾਂ ਮੂੰਹ ਤੇ ਮਿਹਣਾ ਮਾਰ ਦਿੰਦੀਆਂ ਜਦੋਂ ਮਾਂ
ਪਿਓ ਦੇ ਹਿੱਸੇ ਦੀ ਪਹਿਲੀ ਸਾਂਭੀ ਆ ਤਾਂ ਫਿਰ ਆਏ ਗਏ ਨੂੰ ਵੀ ਤਾਂ ਸਾਂਭਣਾ ਪਊ। ਮਾਈ ਨੇ ਆਪਣੇ ਸਿਰ ਦੇ ਸਾਈਂ ਦਾ ਚੰਗਾ ਇਲਾਜ ਨਾ ਕਰਵਾ ਸਕਣ ਤੇ ਝੂਰਦਿਆਂ ਮਾਸਟਰ ਨੂੰ ਦੱਸਿਆ ਸੀ, ਮਰਦਾ ਨਹੀਂ ਸੀ ਅਜੇ ਜੇ ਬੋੜੀ ਵਾਲੇ ਡਾਕਟਰ ਨਾਲ ਵੱਡੇ ਸਰਕਾਰੀ ਹਸਪਤਾਲ ਤੋਂ ਚੰਗਾ ਇਲਾਜ ਕਰਵਾਉਂਦੇ। ਛੋਟੇ ਦੀ ਤਾਂ ਵਾਹ ਹੀ ਕੋਈ ਨਹੀਂ ਸੀ। ਨੂੰਹਾਂ ਨੇ ਵੱਡਿਆਂ ਨੂੰ ਵੀ ਪਿਓ ਦੀ ਕੀਤੀ ਕਰਾਈ ਤੇ ਸੁਆਹ ਪਾਉਣ ਦਿੱਤੀ। ਉਹਨੇ ਇੱਕ ਲੰਮਾ ਹੌਕਾ ਲਿਆ, ਸ਼ਾਇਦ ਉਹਨੂੰ ਆਪਣਾ ਹੋਣ ਵਾਲਾ ਹਸ਼ਰ ਵਿਖਾਈ ਦੇ ਰਿਹਾ ਸੀ। ਭਾਜੀ ਸਾਗ ਬਣਿਆ, ਮੈਂ ਮੱਕੀ ਦੀ ਰੋਟੀ ਲਾ ਦਿਆਂ? ਨਿੱਕੀ ਨੂੰਹ ਨੇ ਪੁੱਛਿਆ। ਨਹੀਂ ਪੁੱਤ, ਮੈਂ ਘਰੇ ਖਾ ਲਊਂ। ਮੈਂ ਘਰੇ ਲੈ ਜਾਊਂ, ਤੂੰ ਪਕਾ ਛੱਡ, ਉਸ ਆਪਣਤ ਨਾਲ ਬਲਕਾਰ ਦੀ ਘਰਦੀ ਨੂੰ ਕਿਹਾ। ਹੁਣ ਤਾਂ ਪੁੱਤ ਉਹਨੂੰ ਵੀ ਬੀਤਿਆਂ ਵਰ੍ਹਾ ਹੋ ਚੱਲਿਆ ਹੈ। ਮੈਂ ਉਹਦਾ ਵਰੀਣਾ ਕਰਵਾਉਣ ਬਾਰੇ ਸੋਚ ਰਹੀ ਹਾਂ। ਵੱਡੇ ਤਾਂ ਕੰਨ ਹੀ ਧਰਦੇ, ਛੋਟੇ ਦੀ ਗੁੰਜਾਇਸ਼ ਹੀ ਨਹੀਂ। ਤੂੰ ਉਹਦਾ ਧਰਮ ਪੁੱਤ ਆ, ਤੂੰ ਹੀ ਕੁਝ ਮਦਦ ਕਰ। ਤੇਰੇ ਬਿਨਾਂ ਸਾਡੀ ਬਾਂਹ ਫੜਨ ਵਾਲਾ ਹੋਰ ਹੈ ਕੌਣ? ਇਹ ਸਵਾਲ ਪਾ ਮਾਸਟਰ ਵੱਲ ਮਾਈ ਨੇ ਬੜੀ ਆਸ ਨਾਲ ਵੇਖਿਆ। ਮਾਸਟਰ ਭਾਵੇਂ ਅਜਿਹੀਆਂ ਫਾਲਤੂ ਰਸਮਾਂ ਦੇ ਖਿਲਾਫ ਸੀ, ਫਿਰ ਵੀ ਉਸ ਹੌਸਲਾ ਦਿੰਦਿਆਂ ਆਖਿਆ, ਬੀਬੀ ਤੂੰ ਫਿਕਰ ਨਾ ਕਰ। ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪੁਆ ਅਰਦਾਸ ਕਰਵਾ ਲਈ। ਆਲੂ ਗੋਭੀ ਦੀ ਸਬਜ਼ੀ ਤੇ ਦਾਲ ਬਣਵਾ ਲਾਂਗੇ। 20 ਕਿਲੋ ਆਟਾ ਨਹੀਂ ਲੱਗਣਾ। 4 ਸਰੀਰਾਂ ਨੂੰ ਪ੍ਰਸ਼ਾਦਾ ਛਕਾ ਦੇਵੀਂ। ਖਰਚਾ ਮੈਂ ਕਰ ਦਿਆਂਗਾ। ਸਾਡੇ ਭਾਅ ਦਾ ਹੋ ਜਾਏਗਾ ਵਰੀਣਾ। ਮਾਸਟਰ ਨੇ ਦਿੱਤੇ ਹੌਸਲੇ ਨਾਲ ਮਾਈ ਚਿੰਤਾ ਮੁਕਤ ਹੋ ਗਈ। ਰੋਟੀ ਵਾਲਾ ਟਿਫਨ ਤੇ ਦੁੱਧ ਦਾ ਡੋਲੂ ਫੜੀ ਘਰ ਆਉਂਦਾ ਮਾਸਟਰ ਸੋਚ ਰਿਹਾ ਸੀ, ਕਿਵੇਂ ਵੱਡਿਆਂ ਭਰਾਵਾਂ ਛੋਟੇ ਦੀ ਜ਼ਮੀਨ ਦਾ ਟੁਕੜਾ ਪਿਓ ਦੀਆਂ ਅੰਤਿਮ ਰਸਮਾਂ ਦੇ ਖਰਚੇ ਵਾਸਤੇ ਵਿਕਵਾ ਦਿੱਤਾ ਸੀ। ਹੁਣ ਪਿਓ ਹਿੱਸੇ ਦੀ ਜ਼ਮੀਨ, ਜਿਹੜੀ ਮਾਈ ਦੀ ਮੌਤ ਤੋਂ ਬਾਅਦ ਹੀ ਵੰਡੀ ਜਾ ਸਕਦੀ ਹੈ, ਨੂੰ ਵੀ ਹੁਣੇ ਵੰਡਣ ਲਈ ਜ਼ੋਰ ਪਾ ਰਹੇ ਸਨ। ਘਰ ਦੇ ਇਸ ਕਲੇਸ਼ ਨੇ ਜਿੱਥੇ ਛੋਟੇ ਦੇ ਪਰਿਵਾਰ ਨੂੰ ਸੂਲੀ ਟੰਗਿਆ ਸੀ, ਉੱਥੇ ਮਾਈ ਨੂੰ ਵੀ ਮੰਜੇ ਤੇ ਪਾ ਦਿੱਤਾ। ਛੋਟੇ ਨੇ ਸਰਦਾ ਬਣਦਾ ਔਖੇ ਹੋ ਕੇ ਵੀ ਮਾਂ ਦਾ ਇਲਾਜ ਕਰਵਾਇਆ। ਨੂੰਹ ਨੇ ਵੀ ਸੇਵਾ ਸੰਭਾਲ ਦੀ ਕੋਈ ਕਸਰ ਨਹੀਂ ਸੀ ਛੱਡੀ। ਛੋਟੇ ਨੂੰ ਦਿਨੋਂ ਦਿਨ ਵੱਧ ਰਹੇ ਕਰਜ਼ੇ ਦੀ ਚਿੰਤਾ ਖਾ ਰਹੀ ਸੀ। ਨਸ਼ਈ ਪੁੱਤ ਦੀਆਂ ਕਰਤੂਤਾਂ ਨੇ ਬਲਕਾਰ ਸਿੰਘ ਨੂੰ ਭੁੰਜੇ ਲਾ ਦਿੱਤਾ ਸੀ। ਰੂਪੀ ਦਾ ਉਹਦੀ ਵੱਡੀ ਭੂਆ ਨੇ ਸਾਕ ਕਰਵਾਇਆ ਸੀ। ਉਹ ਗੱਜ ਵੱਜ ਕੇ ਵਿਆਹ ਕਰਨ ਦੇ ਸੁਨੇਹੇ ਭੇਜ ਰਹੇ ਸਨ। ਚੰਗਾ ਪੈਲੇਸ, ਖਾਣ ਪੀਣ ਤੇ ਦਾਜ ਦਹੇਜ ਦੀ ਵੀ ਲਿਸਟ ਉਹਨਾਂ ਭੂਆ ਹੱਥ ਭਜਵਾ ਦਿੱਤੀ ਸੀ। 8-10 ਲੱਖ ਦਾ ਅੱਧਾ ਕਿੱਲਾ ਨਿਕਲ ਜਾਏਗਾ। ਸੋਨਾ ਬਾਹਰ ਭੇਜਣ ਲਈ ਮਾਂ ਪਿਓ ਤੇ ਜ਼ੋਰ ਪਾ ਰਿਹਾ ਸੀ। ਉਹ ਤਾਂ ਏਜੰਟ ਨਾਲ 12 ਲੱਖ 'ਚ ਸੌਦਾ ਵੀ ਮੁਕਾ ਆਇਆ ਸੀ। ਮਾਈ ਦੇ ਸੰਸਕਾਰ, ਚੌਥੇ ਤੇ 17ਵੀਂ ਦਾ ਖਰਚਾ, ਭਾ ਵੇਲੇ ਦਾ ਕਲੇਸ਼ ਫਿਰ ਦੁਹਰਾਇਆ ਜਾਏਗਾ। ਬਲਕਾਰ ਸਿੰਘ ਜਿੱਥੇ ਮਿਹਨਤੀ ਸੀ, ਉੱਥੇ ਖੁਦਾਰ ਤੇ ਸਿਰੜੀ ਵੀ ਬੜਾ ਸੀਗਾ। ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਵੀ ਕਦੀ ਡੋਲਿਆ ਨਹੀਂ ਸੀ, ਪਰ ਇਸ ਸਭ ਦੇ ਬਾਵਜੂਦ ਉਹਦਾ ਖੁਸ਼ਹਾਲ ਜ਼ਿੰਦਗੀ ਵੱਲ ਜਾਂਦਾ ਰਾਹ ਗੁਆਚਦਾ ਜਾ ਰਿਹਾ ਸੀ। ਪਾਠਕ ਜਨ, ਮੇਰੀ ਇਸ ਕਥਾ ਕਹਾਣੀ ਦੇ ਦੁਖਾਂਤਕ ਅੰਤ ਲਈ ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਇਹਨਾਂ ਭਿਆਨਕ, ਬਦਤਰ ਤੇ ਜਾਨਲੇਵਾ ਹਾਲਾਤ ਬਲਕਾਰ ਸਿੰਘ ਨੂੰ ਅੰਨ੍ਹੇ ਖੂਹ ਵੱਲ ਕਦਮ ਪੁੱਟਣ ਲਈ ਮਜਬੂਰ ਨਹੀਂ ਕਰ ਰਹੇ ਸਨ? ਧੰਨਵਾਦ। ਸੁਨਹਿਰੇ ਸੁਪਨੇ। ਸਿਵਿਆਂ ਦੇ ਰਾਹ ਪਈ ਧਰਤੀ ਪੁੱਤਰ ਦੀ ਦੇਹ ਸੜਕ ਤੇ ਰੱਖ ਜਾਮ ਲਾ ਕਿਸਾਨ ਜਥੇਬੰਦੀਆਂ ਵੱਲੋਂ ਖੇਡੇ ਜਾ ਰਹੇ ਨਾਟਕ ਤੋਂ ਬੇਖਬਰ, ਸਰਕਾਰੀ ਸਕੂਲ ਦੀ ਨੀਲੀ ਡੱਬੀਆਂ ਵਾਲੀ ਵਰਦੀ ਪਾਈ, ਗਲ ਵਿੱਚ ਪਾਪਾ ਦੇ ਜਿੱਤੇ ਰੰਗ ਬਿਰੰਗੇ ਰਿਬਨਾਂ ਵਿੱਚ ਪਰੋਏ ਸੁਨਹਿਰੇ ਤੇ ਚਾਂਦੀ ਰੰਗੇ ਮੈਡਲ ਲਟਕਾਈ, ਮਾਸੂਮ ਜਿਹੀ ਬੱਚੀ ਮੱਧਮ ਜਿਹੀ ਆਵਾਜ਼ 'ਚ ਹਟਕੋਰੇ ਭਰ ਰਹੀ ਸੀ। ਡੁਸਕ ਰਹੀ ਬੱਚੀ ਦੀਆਂ ਨਮ ਅੱਖਾਂ 'ਚ ਮਰ ਗਈ ਖੁਸ਼ੀ, ਮੂੰਹ ਤੇ ਵਗਦੇ ਰਹੀ ਹੰਝੂਆਂ ਦੀਆਂ 2 ਲਕੀਰਾਂ ਤੇ ਰੁੱਖੇ ਸੁੱਖੇ ਚਿਹਰੇ ਤੇ ਪਸਰੀ ਡੂੰਘੀ ਉਦਾਸੀ ਦਾ ਕਾਲਾ ਪਰਛਾਵਾਂ ਸੀ। ਉਹ ਬਾਰ-ਬਾਰ ਆਪਣੀ ਜ਼ਬਾਨ ਨੂੰ ਥੁੱਕ ਨਾਲ ਤਰ ਕਰ ਬੁੱਲ੍ਹਾਂ ਤੇ ਜੰਮੀ ਪਾਪੜੀ ਤੇ ਫਿਰ ਰਹੀ ਸੀ। ਅਸਮਾਨ ਤੇ ਘੁੰਮ ਰਹੇ ਕਾਲੇ ਬੱਦਲਾਂ ਵੱਲ ਵੇਖਦੀ ਛੋਟੀ ਬੱਚੀ ਆਪਣੇ ਪਿਤਾ ਦੇ ਰਾਸ਼ਟਰੀ ਖੇਡਾਂ 'ਚ ਬੈਸਟ ਐਥਲੀਟ ਬਣ ਵਿਕਟਰੀ ਸਟੈਂਡ ਤੇ ਖੜਨ ਦੇ ਸੰਜੋਏ ਸੁਨਹਿਰੇ ਸੁਪਨੇ ਅਧੂਰੇ ਰਹਿ ਜਾਣ ਬਾਰੇ ਸੋਚ ਰਹੀ ਸੀ। ਬੱਚੀ ਦੇ ਪਾਪਾ ਨੇ ਅਮੀਰੀ ਗਰੀਬੀ ਦਾ ਪਾੜਾ ਮਿਟਾ ਆਪਣੇ ਵਰਗੇ ਲੋਕਾਂ ਦੀ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਦੀ ਵੀ ਕਾਮਨਾ ਕੀਤੀ ਸੀ। ਉਹ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ, ਚਾਹੇ ਉਹ ਖੇਡਾਂ ਵੀ ਕਿਉਂ ਨਾ ਹੋਣ, ਉਹ ਉਹਨਾਂ ਨੂੰ ਸਿਆਸੀ ਹੱਥਕੰਡਿਆਂ ਤੋਂ ਦੂਰ ਰੱਖਣ ਲਈ ਜ਼ੋਰ ਦਿੰਦਾ ਸੀ। ਉਹਦੇ ਪਾਪਾ ਨੇ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਕੀਤੀ, ਪਰ ਉਹਦੇ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਉਹ ਲੋੜਾਂ, ਥੁੜਾਂ, ਤੰਗੀਆਂ ਤੁਰਸ਼ੀਆਂ ਤੇ ਹੋਰ ਦੁਸ਼ਵਾਰੀਆਂ ਨਾਲ ਲੜਦਾ ਰਿਹਾ। ਉਸ ਹਾਰ ਨਹੀਂ ਸਵੀਕਾਰੀ, ਪਰ ਪਤਾ ਨਹੀਂ ਉਹ ਚੰਦਰੇ ਪਲ ਕਦੋਂ ਆ ਪਹੁੰਚੇ ਜਿਨ੍ਹਾਂ ਉਹਨੂੰ ਖੁਦਕੁਸ਼ੀ ਦੇ ਰਾਹ ਪਾ ਦਿੱਤਾ।
ਵਰਦੇ ਮੀਂਹ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਸਰਾਭਾ ਨੌਜਵਾਨ ਸਭਾ ਦੇ ਕਾਰਕੁਨ ਪੁਲਿਸ ਦੀ ਨਿਗਰਾਨੀ ਹੇਠ ਸ਼ਹਿਰ ਦੇ ਹਸਪਤਾਲ ਤੋਂ ਉਹਦੀ ਦੇਹ ਦਾ ਪੋਸਟਮਾਰਟਮ ਕਰਵਾ ਪਿੰਡ ਲਿਆਏ ਸਨ। ਪਰਿਵਾਰਕ ਰਿਸ਼ਤੇਦਾਰ ਅਤੇ ਭਾਈਚਾਰਾ ਉਹਦੇ ਸੰਸਕਾਰ ਦੇ ਇੰਤਜ਼ਾਮ 'ਚ ਲੱਗਾ ਸੀ। ਗਿੱਲ ਵੱਤ ਹੋਣ ਕਰਕੇ ਸੁੱਕਾ ਬਾਲਣ ਪਿੰਡ 'ਚ ਨਹੀਂ ਸੀ ਮਿਲ ਰਿਹਾ। ਸਭਾ ਦੇ ਨੌਜਵਾਨ ਟਰਾਲੀ ਲੈ ਅੱਡੇ ਦੇ ਆਰੇ ਤੋਂ ਬਾਲਣ ਤੇ ਹੋਰ ਸਮੱਗਰੀ ਲੈਣ ਜਾ ਚੁੱਕੇ ਸਨ। ਵਿਹੜੇ ਦੀ ਨੁੱਕਰੇ ਲੱਗਾ ਨਲਕਾ ਤਾਂ ਪਤਾ ਨਹੀਂ ਕਦੋਂ ਦੀ ਸੋਕੇ ਦੀ ਜੂਨ ਹੰਢਾ ਰਿਹਾ ਸੀ। ਗੁਆਂਢੀ ਰਿਕਸ਼ਾ ਰੇਹੜੀ ਤੇ ਬਾਹਰੋਂ ਬੰਬੀ ਤੋਂ ਪਾਣੀ ਦਾ ਡਰਮ ਭਰ ਲਿਆਇਆ ਤਾਂ ਕਿਤੇ ਜਾ ਕੇ ਨਹਾਉਣ ਦਾ ਕੰਮ ਮੁੱਕਿਆ। ਜਿਨ੍ਹਾਂ ਕਦੀ ਇਸ ਗਰੀਬ ਕਿਸਾਨ ਪਰਿਵਾਰ ਦੀ ਬਾਂਹ ਨਹੀਂ ਸੀ ਫੜੀ, ਉਹ ਸਿਆਸੀ ਆਗੂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੇਤਾ ਲੋਕ ਪਹੁੰਚ ਚੁੱਕੇ ਸਨ। ਉਹ ਮੁਸੀਬਤਾਂ ਦੇ ਪਹਾੜ ਹੇਠ ਦੱਬ ਮ੍ਰਿਤਕ ਕਿਸਾਨ ਦੀ ਦੇਹ ਨੂੰ ਸੜਕ ਤੇ ਰੱਖ ਆਪਣੇ ਭਾਸ਼ਣਾਂ ਰਾਹੀਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਸਿਆਸਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰ ਅਖਬਾਰੀ ਖਬਰ ਬਣਾ ਨੇਤਾ ਲੋਕ ਜਾ ਚੁੱਕੇ ਸਨ। ਇਹ ਡਰਾਮੇਬਾਜ਼ੀ ਖਤਮ ਹੋਣ ਤੇ ਭਾਈਚਾਰੇ ਦੇ ਮੋਹਤਬਰਾਂ ਨੇ ਅਰਥੀ ਨੂੰ ਮੜੀਆਂ ਵੱਲ ਰਵਾਨਾ ਕਰਵਾਇਆ। ਪਿੰਡ ਦੀਆਂ ਮੜੀਆਂ ਦੇ ਰਾਹ ਵਿੱਚ ਚਿੱਕੜ ਤੇ ਖੋਬਾ ਹੋਣ ਕਰਕੇ ਬਰਸਾਤੀ ਨਾਲੇ ਕੰਢੇ ਉੱਚੇ ਜਿਹੇ ਧਿੜੇ ਤੇ ਚਿਤਾ ਲਈ ਥਾਂ ਚੁਣੀ ਗਈ। ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਨੇ ਅੰਤਿਮ ਅਰਦਾਸ ਕੀਤੀ। ਭਾਈਚਾਰੇ ਦੀ ਇੱਕ ਬਜ਼ੁਰਗ ਸਿਆਣੀ ਔਰਤ ਨੇ ਹੋਰ ਰਸਮਾਂ ਪੂਰੀਆਂ ਕਰਵਾਈਆਂ। ਇੱਕ ਬਜ਼ੁਰਗ ਨੇ ਮਾਸੂਮ ਬੱਚੀ ਦਾ ਹੱਥ ਮਵਾਤੇ ਨੂੰ ਲਵਾ ਬਲਦੀ ਅੱਗ ਥੋੜ੍ਹੀ ਥੋੜ੍ਹੀ ਛੱਡਦਿਆਂ ਚਿਤਾ ਦੁਆਲੇ ਗੇੜਾ ਕੱਢ ਚਿਤਾ ਨੂੰ ਅੱਗ ਵਿਖਾਤੀ। ਬਲਦੇ ਸਿਵੇ ਦੇ ਕੋਲ ਖੜੀ ਬੱਚੀ ਨੇ ਪਿਤਾ ਦੇ ਸੰਜੋਏ ਅਧੂਰੇ ਸੁਨਹਿਰੀ ਸੁਪਨੇ ਪੂਰੇ ਕਰਨ ਦਾ ਅਹਿਦ ਲਿਆ। ਸੰਸਕਾਰ ਲਈ ਗਏ ਭਾਈਚਾਰੇ ਤੇ ਰਿਸ਼ਤੇਦਾਰਾਂ ਗੁਰਦੁਆਰੇ ਦੀ ਟੂਟੀ ਤੋਂ ਮੂੰਹ ਹੱਥ ਧੋ ਲੰਗਰ ਛਕਿਆ ਤੇ ਆਪੇ ਆਪਣੇ ਰਾਹੇ ਪੈ ਗਏ। ਇੱਕ ਪਰਿਵਾਰ ਦੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਤਸਵੀਰਾਂ ਫੜੀ ਬੈਠੀਆਂ ਇੱਕੋ ਘਰ ਦੀਆਂ 3 ਵਿਧਵਾਵਾਂ। ਪਹਿਲਾਂ ਜ਼ਮੀਨ, ਹੁਣ ਜਾਨ ਨਿਗਲ ਗਿਆ ਕਰਜ਼ਾ। ਖੇਤਾਂ ਦੇ 2 ਹੋਰ ਪੁੱਤਾਂ ਨੇ ਮੌਤ ਨੂੰ ਗਲੇ ਲਗਾਇਆ। ਇੱਕ ਹੋਰ ਕਿਸਾਨ ਨੂੰ ਖਾ ਗਈ ਸੂਦਖੋਰੀ। ਉਪਰੋਕਤ ਅਖਬਾਰੀ ਸੁਰਖੀਆਂ ਦੇ ਨਾਲ ਹੀ ਸਿਵੇ ਦੀਆਂ ਲਪਟਾਂ ਵਿੱਚੋਂ ਮੈਨੂੰ ਮਜਬੂਰਨ ਆਤਮ ਹੱਤਿਆ ਨੂੰ ਗਲੇ ਲਗਾ ਗਏ ਕਿਸਾਨ ਦੇ ਅਧੂਰੇ ਸੁਪਨੇ ਹਵਾ 'ਚ ਤਰਦੇ ਵਿਖਾਈ ਦੇ ਰਹੇ ਸਨ। ਉਹ ਆਪਣੇ ਛੋਟੇ ਜਿਹੇ ਪਰਿਵਾਰ ਨੂੰ ਸੰਭਵ ਹਰ ਖੁਸ਼ੀ, ਖੁਸ਼ਹਾਲ ਜੀਵਨ, ਬੇਟੀ ਨੂੰ ਉਚੇਰੀ ਵਿੱਦਿਆ, ਕੌਮੀ ਖੇਡਾਂ ਤੋਂ ਏਸ਼ੀਆ ਦੇ ਤੇ ਰਾਸ਼ਟਰਮੰਡਲ ਤੱਕ ਦੇ ਵਿਕਟਰੀ ਸਟੈਂਡ ਉੱਤੇ ਮੈਡਲ ਸਮੇਤ ਖੜੀ ਵੇਖਣ ਦਾ ਸੁਪਨਾ ਲੈਂਦਾ ਸੀ। ਬੁੱਝ ਰਹੇ ਸਿਵੇ ਨੂੰ ਤੱਕਦਿਆਂ ਅਚਾਨਕ ਮੈਨੂੰ ਉਹਦੇ ਪਿਓ ਕਾਮਰੇਡ ਬਚਨ ਭਲਵਾਨ ਦੀ ਯਾਦ ਆਈ। ਇਲਾਕੇ ਦੇ ਨਾਮੀ ਪਹਿਲਵਾਨ ਦਾ ਬਾਪ ਗੰਡੂ ਮੇਰੇ ਦਾਦਾ ਜੀ ਨਾਲ ਆਥੜੀ ਰਿਹਾ ਹੁੰਦਾ ਸੀ, ਪਰ ਉਹਨਾਂ ਦਾ ਰਿਸ਼ਤਾ ਸੇਪੀ ਤੇ ਸੇਪ ਵਾਲਾ ਜੱਟ ਸੀਰੀ ਦਾ ਨਹੀਂ, ਸਗੋਂ ਧਰਮ ਤੇ ਭਰਾਵਾਂ ਵਾਲਾ ਸੀ। ਹਰ ਸਾਲ ਭਾਦੋਂ ਦੇ ਅਖੀਰ 'ਚ ਪੈਣ ਵਾਲੀ ਮਸ਼ਹੂਰ ਛਿੰਝ ਕਿਰਲਗੜ੍ਹ ਵਿੱਚ ਇੱਕ ਨਾਮਵਰ ਪਹਿਲਵਾਨ ਦਾ ਮੋਢਾ ਲਾਉਣ ਤੋਂ ਖੁਸ਼ ਹੋ ਕੇ ਦਾਦਾ ਜੀ ਨੇ ਬਚਨ ਹੱਥ ਸੱਜਰ ਸੂਈ ਝੋਟੀ ਦਾ ਸੰਗਲ ਫੜਾ ਦਿੱਤਾ ਸੀ। ਬਾਅਦ ਵਿੱਚ ਚੰਗੀ ਖੁਰਾਕ ਤੇ ਅਖਾੜੇ 'ਚ ਕੀਤੇ ਜ਼ੋਰ ਸਦਕਾ ਬਚਨ ਨੇ ਆਪਣੇ ਸਰੀਰ ਨੂੰ ਲੈਅ 'ਚ ਰੱਖਦਿਆਂ ਕਈ ਵੱਡੀਆਂ ਛਿੰਝਾਂ ਵਿੱਚ ਉੱਗੇ ਭਲਵਾਨਾਂ ਦੇ ਮੋਢੇ ਲਾ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਸੀ। ਜਿਸ ਤਰ੍ਹਾਂ ਭਲਵਾਨੀ ਦਾ ਇੱਕ ਮਿਥਿਆ ਸਮਾਂ ਹੁੰਦਾ ਹੈ, ਉਹਨੇ ਬੀਤ ਹੀ ਜਾਣਾ ਹੁੰਦਾ ਹੈ, ਸੋ ਬਚਨ ਭਲਵਾਨ ਵੀ ਘੋਲ ਕਿਸ਼ਤੀ ਤੋਂ ਰੁਖਸਤ ਹੋ ਗਿਆ। ਬਾਅਦ ਵਿੱਚ ਪਿੰਡ 'ਚ ਹਰ ਸਾਲ ਸਾਵਿਆਂ ਤੇ ਹਰ ਮਹੀਨੇ ਮੱਸਿਆ ਨੂੰ ਹੋਣ ਵਾਲੇ ਘੋਲ ਕਬੱਡੀ ਮੈਚਾਂ ਦਾ ਉਹੀ ਪ੍ਰਬੰਧਕ ਤੇ ਮੁਨਸਿਫ ਹੁੰਦਾ ਸੀ। ਬਟਵਾਰੇ ਤੋਂ ਪੁਰਾਣੀ ਛਿੰਝ ਦਾ ਲਾਕੜੀ ਬਚਨ ਪਹਿਲਵਾਨ ਆਪਣੀ ਡਾਂਗ ਨਾਲ ਝੰਡੀ ਬੰਨ੍ਹੀ ਪਹਿਲਾਂ ਆਪਣੇ ਇਲਾਕੇ ਦੇ ਭਲਵਾਨਾਂ ਦੇ ਘੋਲ ਕਰਵਾਉਂਦਾ, ਫਿਰ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ ਅਖੀਰ 'ਚ ਰੁਮਾਲੀ ਦੀ ਕੁਸ਼ਤੀ ਕਰਵਾ ਜੇਤੂ ਪਹਿਲਵਾਨ ਨੂੰ ਲੈ ਗੇੜਾ ਲਾਉਂਦਾ ਸੀ। ਮੱਸਿਆ ਤੇ ਤੀਆਂ ਮੌਕੇ ਕਰਵਾਏ ਜਾਂਦੇ ਕਬੱਡੀ ਮੁਕਾਬਲਿਆਂ ਦਾ ਉਹੀ ਰੈਫਰੀ ਹੁੰਦਾ ਸੀ। ਖਿਡਾਰੀ ਦਾ ਸਾਹ ਟੁੱਟਣ, ਬਾਊਂਡਰੀ ਤੋਂ ਬਾਹਰ ਹੋ ਜਾਣ ਤੇ ਡੀ ਨੂੰ ਛੂਹ ਲੈਣ ਜਾਂ ਨਾ ਛੂਹ ਲੈਣ ਤੋਂ ਪਏ ਰੌਲੇ ਨੂੰ ਵੀ ਉਹੀ ਸੁਲਝਾਉਂਦਾ ਸੀ। ਚਾਚੇ ਬਚਨ ਪਹਿਲਵਾਨ ਦਾ ਇਕਲੌਤਾ ਪੁੱਤਰ ਕਿੱਤੀ ਸੁਦਾਗਰ ਮੇਰਾ ਹਾਣੀ ਸੀ। ਨਿੱਕੇ ਹੁੰਦਿਆਂ ਪਿਓ ਨਾਲ ਘੋਲ ਕਬੱਡੀ ਵੇਖਦੇ ਰਹਿਣ ਕਰਕੇ ਤੇ ਘਰ ਅਕਸਰ ਆਉਂਦੇ ਖਿਡਾਰੀਆਂ ਤੋਂ ਪ੍ਰੇਰਿਤ ਉਹ ਵੀ ਪਹਿਲਾਂ ਘੋਲ ਕਬੱਡੀ ਤੇ ਫਿਰ ਐਥਲੈਟਿਕਸ 'ਚ ਰੁਚੀ ਲੱਗਾ। ਕਿੱਤੀ ਦਾ ਪਿਓ ਚਾਚਾ ਬਚਨ ਅਕਸਰ ਆਖਿਆ ਕਰਦਾ ਸੀ, ਜੱਟਾਂ ਦੇ ਮੁੰਡੇ ਸਿਆਲ 'ਚ ਜਿੰਨਾ ਸਾਗ ਪੱਠਾ ਖਾਂਦੇ, ਮੈਂ ਕਿੱਤੀ ਨੂੰ ਉਹ ਤੋਂ ਜ਼ਿਆਦਾ ਘਿਓ ਚਾਰ ਛੱਡਦਾ। ਕਿੱਤੀ ਨੇ ਪ੍ਰਾਇਮਰੀ ਦੀਆਂ ਸੰਗਰੂਰ ਹੋਈਆਂ ਰਾਜ ਪੱਧਰ ਦੀਆਂ ਮਿੰਨੀ ਖੇਡਾਂ 'ਚ 100 ਤੇ 200 ਮੀਟਰ ਦੌੜ ਜਿੱਤੀ ਸੀ।
ਮੇਰੇ ਅਧਿਆਪਕ ਪਿਤਾ ਦੀ ਸਿਫਾਰਿਸ਼ ਨਾਲ ਕਿੱਤੀ ਨੂੰ ਖਾਲਸਾ ਹਾਈ ਸਕੂਲ ਦੀ 6ਵੀਂ ਕਲਾਸ 'ਚ ਦਾਖਲਾ ਮਿਲ ਗਿਆ। ਉੱਡਣੇ ਸਿੱਖ ਮਿਲਖਾ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੇ ਕਿੱਤੀ ਨੂੰ ਪ੍ਰਿੰਸੀਪਲ ਸਾਹਿਬ ਤੇ PTI ਮਾਸਟਰ ਜੀ ਵੱਲੋਂ ਮਿਲੀ ਭਰਪੂਰ ਹੱਲਾਸ਼ੇਰੀ ਸਦਕਾ ਉਹ ਮਿਡਲ ਦੀਆਂ ਸਟੇਟ ਪੱਧਰ ਦੀਆਂ ਖੇਡਾਂ ਵਿੱਚੋਂ ਬੈਸਟ ਐਥਲੀਟ ਐਲਾਨੇ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਹੱਡ ਭੰਨਵੀਂ ਮਿਹਨਤ ਕਰਨ ਲੱਗਾ। ਸਵੇਰੇ ਸਵੇਰੇ ਨਹਿਰ ਦੀ ਪਟੜੀ ਤੇ ਇੱਕ ਪੁਲ ਤੋਂ ਦੂਸਰੇ ਪੁਲ ਤੱਕ ਦੌੜਦਾ, ਬਹੁਤ ਪਸੀਨਾ ਵਹਾਉਂਦਾ। ਮੇਰੀ ਤੇ ਕਿੱਤੀ ਦੀ ਯਾਰੀ ਵੀ ਸਮੇਂ ਦੇ ਨਾਲ ਨਾਲ ਹੋਰ ਵੀ ਗੂੜੀ ਹੁੰਦੀ ਗਈ। ਅੱਧੀ ਛੁੱਟੀ ਵੇਲੇ ਮੇਰੀ ਮਾਂ ਦੇ ਥਿੰਦੇ ਪੌਣੇ 'ਚ ਅਚਾਰ ਨਾਲ ਬੰਨੇ ਪਰੌਂਠੇ ਅਸੀਂ ਵੰਡ ਕੇ ਖਾਂਦੇ ਸੀ। ਪਹਿਲਾਂ ਅਸੀਂ 9ਵੀਂ ਤੱਕ ਪੈਦਲ ਸਕੂਲ ਜਾਂਦੇ ਸੀ। ਫਿਰ 9ਵੀਂ 'ਚ ਚੰਗੇ ਨੰਬਰ ਲੈਣ ਕਰਕੇ ਮੇਰੇ ਪਿਤਾ ਨੇ ਮੈਨੂੰ ਨਵਾਂ ਨਕੋਰ ਸਾਈਕਲ ਲੈ ਦਿੱਤਾ। ਫਿਰ ਅਸੀਂ ਸਾਈਕਲ ਤੇ ਸਕੂਲ ਜਾਣ ਲੱਗੇ। ਕਦੇ ਉਹ ਚਲਾਉਂਦਾ ਤੇ ਕਦੀ ਮੈਂ। ਜਦੋਂ ਕਿੱਤੀ ਨੇ ਆਸ-ਪਾਸ ਦੇ ਸਕੂਲਾਂ ਵੱਲੋਂ ਕਰਵਾਏ ਜਾਣ ਵਾਲੇ ਐਥਲੈਟਿਕਸ ਦੇ ਫਰੈਂਡਲੀ ਮੁਕਾਬਲਿਆਂ 'ਚ ਹਿੱਸਾ ਲੈਣ ਜਾਣਾ ਹੁੰਦਾ ਤਾਂ ਮੇਰੇ ਕੋਲੋਂ ਸਾਈਕਲ ਮੰਗ ਲੈਂਦਾ ਤੇ ਬਹੁਤੀ ਵਾਰ ਮੈਨੂੰ ਵੀ ਨਾਲ ਲੈ ਜਾਂਦਾ ਸੀ। 9ਵੀਂ 'ਚ ਪੜ੍ਹਦੇ ਹੀ ਉਹਨੂੰ ਹਾਈ ਸਕੂਲ ਦੀਆਂ ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਬੈਸਟ ਐਥਲੀਟ ਚੁਣ ਲਿਆ ਗਿਆ ਸੀ। ਸਟੇਟ ਲੈਵਲ ਦੀਆਂ ਖੇਡਾਂ ਦਾ ਵੀ ਉਹ ਉਪ ਜੇਤੂ ਰਿਹਾ ਸੀ। 10ਵੀਂ 'ਚ ਪੜ੍ਹਦਿਆਂ ਸਾਰਾ ਸਾਲ ਸਕੂਲ ਦੇ PTI ਸਾਹਿਬ ਨੇ ਸਟੇਟ ਐਥਲੈਟਿਕਸ ਜਿੱਤਣ ਦਾ ਨਿਸ਼ਾਨਾ ਸਾਹਮਣੇ ਰੱਖ ਸੁਦਾਗਰ ਤੋਂ ਬਹੁਤ ਸਖਤ ਮਿਹਨਤ ਕਰਵਾਈ। ਹੱਡ ਭੰਨਵੇਂ ਅਭਿਆਸ ਲਈ ਉਸ ਬਹੁਤ ਪਸੀਨਾ ਵਹਾਇਆ। ਹਾਈ ਸਕੂਲ ਦੀਆਂ ਸਟੇਟ ਲੈਵਲ ਦੀਆਂ ਖੇਡਾਂ 'ਚ ਉਹਨੇ 2 ਪ੍ਰਮੁੱਖ ਦੌੜਾਂ ਜਿੱਤ ਲਈਆਂ, ਪਰ ਇਹਦੇ ਬਾਵਜੂਦ ਉਹ ਚੋਣ ਕਮੇਟੀ ਦੀ ਘਟੀਆ ਖੇਡ ਸਿਆਸਤ ਦਾ ਸ਼ਿਕਾਰ ਹੋ ਜਾਣ ਕਰਕੇ ਕੌਮੀ ਖੇਡਾਂ 'ਚ ਹਿੱਸਾ ਨਾ ਲੈ ਸਕਿਆ। ਇਸ ਆਪਣੇ ਨਾਲ ਹੋਈ ਬੇਇਨਸਾਫੀ ਨੇ ਉਹਨੂੰ ਹਰ ਧੱਕੇਸ਼ਾਹੀ ਵਿਰੁੱਧ ਜੰਗ ਲੜਨ ਲਈ ਪ੍ਰੇਰਿਤ ਕੀਤਾ, ਜਿਸ ਤਰ੍ਹਾਂ ਉਹਦਾ ਬਾਪ ਸੰਘਰਸ਼ ਕਰਦਾ ਰਿਹਾ ਸੀ। ਵਿਧਾਨ ਸਭਾਈ ਇਲਾਕੇ ਦੇ ਸੰਭਾਵੀ ਉਮੀਦਵਾਰ, ਜਥੇਦਾਰ ਤੇ ਸਥਾਨਕ ਆਗੂਆਂ ਦੇ ਵਿਰੋਧ ਦੇ ਬਾਵਜੂਦ ਇਸ ਵਾਰ ਪਿੰਡ ਦੀ ਪੰਚਾਇਤ SC ਰਿਜ਼ਰਵ ਹੋ ਗਈ। ਪਿੰਡ ਦੇ ਪੜ੍ਹੇ ਲਿਖੇ ਤਬਕੇ, ਅਗਾਂਹ-ਵਧੂ ਸੋਚ ਦੇ ਨੌਜਵਾਨਾਂ ਦੇ ਇੱਕ ਵਰਗ, ਸਰਾਭਾ ਨੌਜਵਾਨ ਸਭਾ, ਗਿੱਲ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਕਾਰਕੁਨਾਂ, ਅੱਡੇ ਦੇ ਬਹੁ ਗਿਣਤੀ ਹਿੰਦੂ ਦੁਕਾਨਦਾਰਾਂ ਤੇ ਉਸਦੇ ਆਪਣੇ ਦਲਿਤ ਭਾਈਚਾਰੇ ਦੇ ਇੱਕ ਧੜੇ ਦੇ ਭਰਵੇਂ ਸਮਰਥਨ ਨਾਲ ਕਾਮਰੇਡ ਬਚਨ ਪਹਿਲਵਾਨ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਕਾਮਰੇਡ ਸਰਪੰਚ ਨੂੰ ਸਮਾਜ ਵਿਰੋਧੀ ਅਨਸਰਾਂ, ਸਮਾਜਿਕ ਬੁਰਾਈਆਂ, ਧੱਕੇਸ਼ਾਹੀ, ਬੇਇਨਸਾਫੀ ਖਿਲਾਫ ਤੇ ਲੁੱਟੇ ਜਾਣ ਵਾਲੀ ਧਿਰ ਨਾਲ ਹਮੇਸ਼ਾ ਖੜੇ ਹੋ ਆਵਾਜ਼ ਬੁਲੰਦ ਕਰਨ ਕਰਕੇ ਵੀ ਪਸੰਦ ਕੀਤਾ ਜਾਂਦਾ ਸੀ। ਸੰਤਾਪੇ ਦਿਨਾਂ 'ਚ ਜਦੋਂ ਦਸੰਬਰ 90 ਦੀ ਇੱਕ ਕਾਲੀ ਬੋਲੀ ਰਾਤ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਅੱਡੇ ਦੇ 2 ਦੁਕਾਨਦਾਰਾਂ ਦੇ ਦੁਕਾਨਾਂ ਪਿਛਲੇ ਘਰਾਂ ਤੇ ਕਤਲੇਆਮ ਦੇ ਨਾਪਾਕ ਇਰਾਦੇ ਨਾਲ ਹਮਲਾ ਕੀਤਾ ਸੀ ਤਾਂ ਕਾਮਰੇਡ ਬਚਨ ਪਹਿਲਵਾਨ ਵੱਲੋਂ ਲਲਕਾਰਾ ਮਾਰ ਫਾਇਰ ਕੱਢਣ ਕਰਕੇ ਲੁਟੇਰੇ ਦੌੜ ਗਏ ਤੇ 2 ਹਿੰਦੂ ਪਰਿਵਾਰ ਬਚ ਗਏ ਸਨ। ਹਾਂ, ਹੁਕਮਰਾਨ ਪਾਰਟੀ ਨਾਲ ਸੰਬੰਧਿਤ ਭ੍ਰਿਸ਼ਟ ਕਿਸਮ ਦੇ ਲੋਕ, ਛੋਟੇ ਪੱਧਰ ਦੇ ਆਗੂ ਆਪੋ ਆਪਣੇ ਹਿੱਤਾਂ ਨੂੰ ਖਤਰਾ ਵੇਖ ਕਾਮਰੇਡ ਸਰਪੰਚ ਬਚਨ ਪਹਿਲਵਾਨ ਦੇ ਖਿਲਾਫ ਸਨ। ਉਹ ਨਾ ਸਿਰਫ ਉਹਦਾ ਵਿਰੋਧ ਕਰਦੇ ਸਨ, ਸਗੋਂ ਹਲਕੇ ਦੇ ਸੰਭਾਵੀ ਉਮੀਦਵਾਰ ਜਥੇਦਾਰ ਨੂੰ ਵੀ ਭੜਕਾਉਂਦੇ ਸਨ। ਪਿੰਡ ਦੀ ਸਰਪੰਚੀ ਦਾ ਚਾਰਜ ਸੰਭਾਲਦਿਆਂ ਹੀ ਉਹਨੇ ਪਿੰਡ ਦੇ ਸਾਂਝੇ ਭਲਾਈ ਕਾਰਜਾਂ ਨੂੰ ਪਹਿਲ ਦੇਣ ਦਾ ਅਹਿਦ ਲਿਆ ਸੀ। ਸਰਪੰਚ ਨੇ ਪਿੰਡ ਦੇ ਆਲੇ ਦੁਆਲੇ, ਅੱਡੇ ਦੇ ਬਾਜ਼ਾਰ ਤੇ ਸਕੂਲ ਦੀ ਸਫਾਈ ਦਾ ਕੰਮ ਕਰਵਾਇਆ। ਫਿਰ ਖੇਡ ਮੈਦਾਨ ਨੂੰ ਪੱਧਰਾ ਕਰ ਗੇਟ ਤੇ ਚਾਰਦੀਵਾਰੀ ਦਾ ਕੰਮ ਮੁਕੰਮਲ ਕੀਤਾ। ਸਕੂਲ ਦੇ ਬੱਚਿਆਂ ਲਈ ਆਉਂਦੀ ਕਣਕ ਤੇ ਵਜ਼ੀਫੇ ਦੀ ਰਕਮ ਖੁਦ ਹਾਜ਼ਰ ਹੋ ਅਧਿਆਪਕਾਂ ਤੋਂ ਵੰਡਵਾਈ। ਨਜਾਇਜ਼ ਸ਼ਰਾਬ ਤੇ ਅਫੀਮ ਆਦਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਵੱਲੋਂ ਪੁਲਿਸ ਥਾਣੇ ਵਾਲਿਆਂ ਨਾਲ ਮਹੀਨਾ ਬੰਨ੍ਹਣ ਵਾਂਗ ਸਰਪੰਚ ਵੱਲੋਂ ਸਿਰਫ ਸਫਾਈ ਦੇਣ ਬਦਲੇ ਬਣਦੀ ਹਿੱਸਾ ਪੱਤੀ ਦੇਣ ਦੀ ਪੇਸ਼ਕਸ਼ ਠੁਕਰਾਉਣ ਕਰਕੇ ਉਹਦੀ ਆਪਣੇ ਪ੍ਰਸ਼ੰਸਕਾਂ ਵਿੱਚ ਹੋਰ ਵੀ ਇੱਜ਼ਤ ਵੱਧ ਗਈ। ਭਲਾਈ ਵਿਭਾਗ ਵੱਲੋਂ ਪਿੰਡ ਵਿੱਚ ਨਵੀਂ ਬਣਨ ਵਾਲੀ ਧਰਮਸ਼ਾਲਾ ਤੇ ਪੁਰਾਣੀ ਲਈ ਮੁਰੰਮਤ ਦੀ ਆਈ ਗ੍ਰਾਂਟ ਵਿੱਚੋਂ ਨਾ ਅਫਸਰਾਂ ਨੂੰ ਖਾਣ ਦਿੱਤਾ ਤੇ ਨਾ ਹੀ ਆਪ ਕੁਝ ਪ੍ਰਵਾਨ ਕੀਤਾ। ਸਰਪੰਚ ਨੇ ਜਿੱਥੇ ਚੰਗੇ ਕੰਮਾਂ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ, ਉੱਥੇ ਥਾਣੇ, ਬਲਾਕ ਸੰਮਤੀ, DDPO ਤੇ ਭਲਾਈ ਵਿਭਾਗ ਦੇ ਅਫਸਰਾਂ ਨਾਲ ਵਿਗਾੜ ਲਈ। ਸਰਪੰਚੀ ਦੇ 2 ਕੁ ਸਾਲ ਚੰਗੇ ਲੰਘ ਗਏ, ਪਰ ਵਿਧਾਨ ਸਭਾਈ ਚੋਣਾਂ ਤੋਂ ਪਹਿਲਾਂ 2-3 ਮਹੀਨਿਆਂ ਦੌਰਾਨ ਸਰਪੰਚ ਦੇ ਹੁਕਮਰਾਨ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚਲੀ ਚੋਣ ਮੁਹਿੰਮ 'ਚ ਸ਼ਾਮਲ ਨਾ ਹੋਣ ਕਰਕੇ ਤਣਾਅ ਕਾਫੀ ਵੱਧ ਗਿਆ। ਪਰ ਜਦੋਂ ਜਥੇਦਾਰ ਦੂਸਰੀ ਵਾਰ ਵੀ ਚੋਣ ਹਾਰ ਗਿਆ ਤਾਂ ਗੁੱਸੇ 'ਚ ਉਹਨੇ ਆਪਣੇ ਵਿਰੋਧੀਆਂ ਨੂੰ ਸੋਧਣ ਦੇ ਉਲੀਕੇ ਪ੍ਰੋਗਰਾਮ ਤਹਿਤ ਉਹਦੇ ਪਾਲੇ ਗੁੰਡਿਆਂ ਨੇ ਸਿਆਸੀ ਸ਼ਹਿ ਤੇ ਪੁਲਿਸ ਦੀ ਮਿਲੀ ਭੁਗਤ ਨਾਲ
ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਸਰਪੰਚ ਨੂੰ ਆਪਣੇ ਵੱਲੋਂ ਮਰਿਆ ਸਮਝ ਛੱਡ ਗਏ, ਪਰ ਭਲਵਾਨੀ ਜੁੱਸੇ ਕਰਕੇ ਉਹ ਬਚ ਗਿਆ। ਗੰਭੀਰ ਜ਼ਖਮੀ ਨੂੰ ਹਸਪਤਾਲ ਪਹੁੰਚਾ ਕਾਮਰੇਡਾਂ ਨੇ ਧਰਨਿਆਂ ਤੇ ਰੋਸ ਮੁਜ਼ਾਹਰਿਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਕਿ ਪੁਲਿਸ ਨੂੰ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨਾ ਪਿਆ। ਇਲਾਕੇ 'ਚ ਇਸ ਹਮਲੇ ਕਰਕੇ ਸਿਆਸੀ ਆਗੂ ਦੀ ਬੜੀ ਥੂ-ਥੂ ਹੋਈ, ਭਾਵੇਂ ਲੋਕਾਂ ਨੇ ਪਹਿਲਾਂ ਹੀ ਦੂਸਰੀ ਵਾਰ ਹਰਾ ਕੇ ਉਹਨੂੰ ਆਪਣੀ ਔਕਾਤ ਵਿਖਾ ਦਿੱਤੀ ਸੀ। ਖੇਡਾਂ ਦੇ ਰੁਝੇਵਿਆਂ ਕਰਕੇ ਮੈਟ੍ਰਿਕ ਵਿੱਚੋਂ ਸੁਦਾਗਰ ਦੀ ਮਸਾਂ 3rd ਡਿਵੀਜ਼ਨ ਆਈ। 10ਵੀਂ ਕਰਕੇ ਮੈਂ ਲਾਈਨਮੈਨ ਦੀ ਟ੍ਰੇਨਿੰਗ ਲਈ ਚਲਾ ਗਿਆ ਤੇ ਪਿੱਛੋਂ ਸੁਦਾਗਰ ਆਰਥਿਕ ਮੰਦੀ ਦੇ ਧੱਕੇ ਧੌੜੇ ਖਾਂਦਾ ਇੱਕ ਪ੍ਰਾਈਵੇਟ ਸਕੂਲ 'ਚ ਬੱਚਿਆਂ ਨੂੰ ਕਬੱਡੀ ਤੇ ਖੋ-ਖੋ ਆਦਿ ਖੇਡਾਂ 'ਚ ਤਾਕ ਕਰਨ ਲਈ PTI ਮਾਸਟਰ ਬਣ ਗਿਆ। ਤਨਖਾਹ ਕਾਗਜ਼ਾਂ 'ਚ 4000 ਪਰ ਮਿਲਦੀ 3000 ਸੀ। ਇਸ ਦੌਰਾਨ ਮੈਂ ਵੀ ਲਾਈਨਮੈਨ ਦੀ ਟ੍ਰੇਨਿੰਗ ਕਰ ਬੇਰੁਜ਼ਗਾਰਾਂ ਦੀ ਭੀੜ ਵਿੱਚ ਸ਼ਾਮਲ ਰੋਜ਼ ਧਰਨਿਆਂ ਮੁਜ਼ਾਹਰਿਆਂ 'ਚ ਸਰਕਾਰ ਦੇ ਪੁਤਲੇ ਸਾੜਨ, ਡਾਂਗਾਂ ਖਾਣ, ਲੱਥ ਦੀਆਂ ਪੱਗਾਂ ਚੁੰਨੀਆਂ ਵਾਲਾਂ ਤੋਂ ਫੜ ਘੜੀਸਣ ਤੇ ਪੁਲਿਸ ਵੱਲੋਂ ਧੂੰਦਿਆਂ ਗੱਡੀਆਂ ਵਿੱਚ ਸੁੱਟ ਜੇਲ੍ਹ ਭੇਜਣ ਦੇ ਨਜ਼ਾਰੇ ਹੰਢਾਉਣ ਲੱਗਾ ਸੀ। ਫਿਰ ਅੱਡੇ 'ਚ ਬਿਜਲੀ ਦੀ ਦੁਕਾਨ ਪਾਈ, ਪਰ ਮੰਦੀ ਕਰਕੇ ਚੱਲ ਨਾ ਸਕੀ। ਕਿਸੇ ਮਿੱਤਰ ਦੀ ਸਿਫਾਰਿਸ਼ ਨਾਲ ਮੈਨੂੰ ਇੱਕ ਪ੍ਰਾਈਵੇਟ ਕੰਪਨੀ 'ਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਮਿਲ ਗਈ। ਭਲੇ ਵੇਲੇ ਮੇਰੇ ਦਾਦਾ ਜੀ ਨੇ ਆਪਣੀ ਪਿੰਡ ਤੋਂ ਦੂਰ ਪੈਂਦੀ 4 ਕੁ ਏਕੜ ਸ਼ੋਰ ਕਲਰ ਜ਼ਮੀਨ ਬੜੀ ਸਸਤੀ ਬਾਬੇ ਗੰਡੂ ਦੇ ਨਾਂ ਲਗਵਾ ਦਿੱਤੀ। ਦਾਦਾ ਜੀ ਤੇ ਬਾਬੇ ਗੰਡੂ ਦੀ ਸਾਂਝ ਅੱਗੇ ਮੇਰੇ ਬਾਪ ਤੇ ਚਾਚੇ ਬਚਨ 'ਚ ਵੀ ਬਰਕਰਾਰ ਰਹੀ ਸੀ। ਦੋਵਾਂ ਪਰਿਵਾਰਾਂ ਦੀ ਸਾਂਝ ਨਿਭਦੀ ਰਹਿਣ ਦਾ ਵੱਡਾ ਕਾਰਨ ਚਾਚੇ ਬਚਨ ਵੱਲੋਂ ਹੌਲੀ-ਹੌਲੀ ਆਪਣੀ ਸੇਪ ਵਿੱਚੋਂ ਜ਼ਮੀਨ ਦੀ ਰਹਿੰਦੀ ਰਕਮ ਨਿਬੇੜ ਦੇਣਾ ਵੀ ਹੋ ਸਕਦਾ ਹੈ। ਚਾਚੇ ਬਚਨ ਦਾ ਪਰਿਵਾਰ ਵੀ ਬਹੁਤ ਵੱਡਾ ਨਹੀਂ ਸੀ। 2 ਲੜਕੇ, 1 ਧੀ ਤੇ ਦੋਵੇਂ ਜੀ ਆਪ। ਬਾਬੇ ਗੰਡੂ ਦੀ ਦੇਖ ਰੇਖ ਹੇਠ ਚਾਚੇ ਬਚਨ ਨੇ ਜਿਪਸਮ, ਦੇਸੀ ਖਾਦ ਤੇ ਖੁੱਲ੍ਹਾ ਪਾਣੀ ਪਾ ਜ਼ਮੀਨ ਉਪਜਾਊ ਬਣਾ ਲਈ। ਪਹਿਲਾਂ ਚਾਚੇ ਬਚਨ ਆਪ ਵਾਹੀ ਕੀਤੀ, ਫਿਰ ਹਿੱਸੇ ਠੇਕੇ ਦੇ ਕਾਮਰੇਡਾਂ ਦੇ ਇੱਧਰ ਹੋਣ ਵਾਲੇ ਜਲਸਿਆਂ ਡਰਾਮਿਆਂ ਲਈ ਦੁਕਾਨਾਂ ਤੋਂ ਉਗਰਾਹੀ ਕਰਵਾਉਂਦਾ ਪਾਰਟੀ ਵੱਲੋਂ ਲਾਇਆ ਚੋਣ ਜਾਂ ਦਫ਼ਤਰ ਫੰਡ ਇਕੱਠਾ ਕਰ ਉੱਪਰ ਪਹੁੰਚਾਉਂਦਾ ਸੀ। ਸਵੇਰ ਤੋਂ ਸ਼ਾਮ ਤੱਕ ਸਾਈਕਲ ਤੇ ਫਿਰਦਾ ਲੋਕਾਂ ਦੇ ਥਾਣੇ ਤੇ ਹੋਰ ਅਖਬਾਰਾਂ ਦੇ ਕੰਮ ਕਰਵਾਉਂਦਾ, ਅੱਡੇ ਦੀ ਕਿਸੇ ਚਾਹ ਵਾਲੀ ਦੁਕਾਨ ਤੋਂ ਅਖਬਾਰ ਪੜ੍ਹਦਾ ਤੇ ਰੇਡੀਓ ਸੁਣਦਾ। ਦੋਵਾਂ ਬੇਟਿਆਂ ਦੀ ਪੜ੍ਹਾਈ ਮੁਕੰਮਲ ਕਰਵਾ ਤੇ ਧੀ ਦੇ ਹੱਥ ਪੀਲੇ ਕਰ ਸੁਰਖਰੂ ਹੋ ਚੁੱਕਾ ਸੀ। ਚਿੱਟਾ ਕੁੜਤਾ ਪਜਾਮਾ, ਸਿਰ ਤੇ ਨਾਭੀ ਪੱਗ ਬੰਨੀ, ਪੈਰੀਂ ਕਾਲਾ ਜਲਸਾ ਪਾ ਤੇ ਹੱਥ 'ਚ ਡਾਂਗ ਫੜ ਖੜਪੈਂਚ ਬਣ ਬੈਠਾ ਤੇ ਸਰਪੰਚ ਪਿੰਡ ਵਾਲਿਆਂ ਬਣਾ ਦਿੱਤਾ। ਸਮੇਂ ਦਾ ਕਿਹੜਾ ਪਤਾ ਲੱਗਾ ਸੀ ਕਦੋਂ ਲੰਘ ਗਿਆ। ਅਜਿਹੀ ਆਰਥਿਕ ਮੰਦੀ ਵੀ ਪਹਿਲਾਂ ਕਦੀ ਕਿੱਥੇ ਵੇਖੀ ਸੀ। ਹਸਪਤਾਲ ਵਿੱਚ ਸੁਦਾਗਰ ਵਿੱਤੋਂ ਵੱਧ ਖਰਚਾ ਕਰਨ ਦੇ ਬਾਵਜੂਦ ਬਾਪੂ ਨੂੰ ਨਹੀਂ ਸੀ ਬਚਾ ਸਕਿਆ। ਹਾਂ, ਉਹ ਕੱਚੇ ਜ਼ਰੂਰ ਲੈ ਗਿਆ ਸੀ। ਉੱਪਰੋਂ ਮਾੜੀ ਮੋਟੀ ਨੌਕਰੀ ਛੁੱਟ ਜਾਣ, ਸਹੁਰੇ ਘਰ ਜਵਾਈ ਬਣ ਬੈਠੇ ਭਰਾ ਤੇ ਸਹੁਰਿਆਂ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਭੈਣ ਨੇ ਜ਼ਮੀਨ 'ਚੋਂ ਆਪਣਾ ਹਿੱਸਾ ਵੇਚ ਵੱਟ ਲੈ ਜਾਣ ਕਰਕੇ ਉਹਨੂੰ ਆਪਣਿਆਂ ਵੱਲੋਂ ਸਦਮਾ ਪੁੱਜਾ ਸੀ। ਸੁਦਾਗਰ ਦੀ ਬੇਗਾਨੇ ਕਿਰਾਏ ਤੇ ਖੇਤੀ, ਸੰਦਾਂ, ਮੁੱਲ ਦੇ ਪਾਣੀਆਂ ਤੇ ਮਹਿੰਗੀਆਂ ਖਾਦਾਂ, ਸਪਰੇਆਂ ਆਦਿ ਖਰਚਿਆਂ ਨੇ ਉਹਦਾ ਲੱਕ ਤੋੜ ਦਿੱਤਾ ਸੀ। ਛੋਟੀ ਕਿਸਾਨੀ ਤਾਂ ਪਹਿਲਾਂ ਹੀ ਸਾਹ ਵਰੋਲ ਰਹੀ ਸੀ, ਫਿਰ ਹਿੱਸੇ ਠੇਕੇ ਤੋਂ ਕੀ ਮਿਲਣਾ ਸੀ। ਸੁਦਾਗਰ ਨੂੰ ਮਿਲਦੇ ਮਾੜੇ ਮੋਟੇ ਕੰਮ ਤੇ ਸਾਡੇ ਪਰਿਵਾਰ ਵੱਲੋਂ ਫੜੀ ਜਾਂਦੀ ਬਾਂਹ ਕਰਕੇ ਉਹ ਘਰ ਦਾ ਗੁਜ਼ਾਰਾ ਤਾਂ ਤੋਰੀ ਜਾ ਰਿਹਾ ਸੀ, ਪਰ ਬੈਂਕ ਤੇ ਆੜ੍ਹਤੀ ਦੇ ਕਰਜ਼ੇ ਦਾ ਬੋਝ ਉਸ ਲਈ ਜਾਨਲੇਵਾ ਬਣਦਾ ਜਾ ਰਿਹਾ ਸੀ। ਕਿਸੇ ਵੱਡੀ ਸਮੱਸਿਆ ਜਾਂ ਮੁਸ਼ਕਲ ਵੇਲੇ ਵੀ ਨਾ ਘਬਰਾਉਣ, ਕਦੇ ਵੀ ਢਹਿੰਦੀ ਕਲਾ 'ਚ ਮਹਿਸੂਸ ਨਾ ਕਰਨ, ਹਮੇਸ਼ਾ ਸਮਾਜਿਕ ਤਬਦੀਲੀ ਲਈ ਜੂਝਣ ਵਾਲੇ ਤੇ ਕਿਰਤੀ ਕਿਸਾਨਾਂ ਦੀ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਸੁਪਨੇ ਨੂੰ ਸਾਕਾਰ ਕਰਨ ਤੇ ਸੰਘਰਸ਼ਸ਼ੀਲ ਬਾਪ ਦੀ ਸੋਚ ਨੂੰ ਪਿੱਠ ਵਿਖਾ ਅਚਾਨਕ ਉਸ ਵੱਲੋਂ ਲਈ ਖੁਦਕੁਸ਼ੀ ਦੇ ਫੈਸਲੇ ਨੇ ਸਾਨੂੰ ਤੇ ਉਹਦੇ ਸਾਥੀਆਂ ਨੂੰ ਹਿਲਾ ਕੇ ਰੱਖ ਦਿੱਤਾ। ਦਾਦਾ ਜੀ ਵੱਲੋਂ ਮਿਲੇ ਚੰਗੇ ਸੰਸਕਾਰਾਂ, ਲੇਖਕ ਪਿਤਾ ਦੀ ਸੰਵੇਦਨਸ਼ੀਲਤਾ ਦੀ ਬਦੌਲਤ ਅਸਾਂ ਪੀੜਤ ਪਰਿਵਾਰ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ ਸੀ। ਔਲਾਦ ਦੀ ਘਾਟ ਕਰਕੇ ਮੇਰੀ ਪਤਨੀ ਸ਼ੁਰੂ ਤੋਂ ਸਾਡੇ ਘਰ ਰਹਿਣ ਤੇ ਪਰਿਵਾਰ 'ਚ ਰਚ ਮਿਚ ਜਾਣ ਕਰਕੇ ਬੱਚੀ ਮਨਦੀਪ ਨਾਲ ਕੁਝ ਜ਼ਿਆਦਾ ਹੀ ਮੋਹ ਰੱਖਦੀ ਸੀ। ਸੋ ਉਹਦੇ ਜ਼ੋਰ ਦੇਣ ਤੇ ਅਸੀਂ ਬੱਚੀ ਨੂੰ ਅਪਣਾ ਲਿਆ, ਉਹਨੂੰ ਆਪਣੀ ਧੀ ਬਣਾ ਲਿਆ। ਮੇਰੀ ਜੀਵਨ ਸਾਥਣ ਕਿਸੇ ਭਲੇ ਘਰ ਦੀ ਸੀ। ਮੇਰੇ ਮਾਤਾ ਪਿਤਾ ਉਹਨੂੰ ਨੂੰਹ ਨਹੀਂ ਬੇਟੀ ਸਮਝਦੇ ਸਨ। ਉਹ ਵੀ ਪੇਕੇ ਸਹੁਰਿਆਂ ਤੋਂ ਮਿਲੀ ਵਿਰਾਸਤੀ ਸਿੱਖ ਮੱਤ ਕਰਕੇ ਆਪਣੀ ਸਾਰੀ ਮੋਹ ਮਮਤਾ ਮਨਦੀਪ ਤੋਂ ਲੁਟਾ ਰਹੀ ਸੀ। ਉਹ ਮਨਦੀਪ ਦੀ ਹਰ ਲੋੜ ਪੂਰੀ ਕਰ ਰਹੀ ਸੀ ਤੇ ਸਾਡੇ ਘਰ ਪਰਿਵਾਰ 'ਚ ਰਚ ਮਿਚ ਗਈ ਸੀ। ਮੈਂ ਤੇ ਸੁਦਾਗਰ ਦੇ ਦੋਸਤਾਂ ਮਨਦੀਪ ਨੂੰ ਨੇੜਲੇ ਖਾਲਸਾ ਹਾਈ ਸਕੂਲ ਦੀ 6ਵੀਂ ਜਮਾਤ 'ਚ ਦਾਖਲ ਕਰਵਾ ਦਿੱਤਾ। ਉਹਦੀ ਖੇਡ ਪ੍ਰਤਿਭਾ ਨੂੰ ਹੋਰ ਸੁਧਾਰਨ ਲਈ PTI ਸਾਹਿਬ
ਖਾਸ ਧਿਆਨ ਦੇਣ ਲੱਗ ਪਏ ਸਨ। ਪ੍ਰਿੰਸੀਪਲ ਸਾਹਿਬ ਵੀ ਮੇਰੇ ਪਿਤਾ ਦੇ ਦੋਸਤ ਹੋਣ ਕਰਕੇ ਇਸ ਬੱਚੀ ਨੂੰ ਸਕੂਲ ਵੱਲੋਂ ਹਰ ਸਹੂਲਤ ਦੇ ਰਹੇ ਸਨ। ਮੈਂ ਵੀ ਛੁੱਟੀ ਵਾਲੇ ਦਿਨ ਸਕੂਲ ਜਾਂਦਾ, PTI ਸਾਹਿਬ ਤੋਂ ਮਨਦੀਪ ਦੀ ਖੇਡ ਪ੍ਰਗਤੀ ਬਾਰੇ ਜਾਣਕਾਰੀ ਲੈਂਦਾ ਤੇ ਖਰਚਾ ਦੇ ਆਉਂਦਾ। ਉਧਰ ਮਨਦੀਪ ਵੀ ਆਪਣੀ ਖੇਡ ਨੂੰ ਵਿਕਸਿਤ ਕਰਨ ਲਈ ਜਾਨ ਮਾਰ ਰਹੀ ਸੀ। ਸਕੂਲ ਵੱਲੋਂ ਨਵੀਆਂ ਖੇਡ ਤਕਨੀਕਾਂ ਨਾਲ ਮਿਲੀ ਸਖਤ ਕੋਚਿੰਗ ਤੇ ਅਨੁਸ਼ਾਸਨ ਤੇ ਸਖਤ ਮਿਹਨਤ ਨੇ ਮਨਦੀਪ ਨੇ ਹਾਈ ਸਕੂਲਾਂ ਦੇ ਰਾਜ ਪੱਧਰੀ ਮੁਕਾਬਲਿਆਂ ਦੀਆਂ 400 ਤੇ 800 ਮੀਟਰ ਇਵੈਂਟਸ ਵਿੱਚੋਂ ਨਾ ਸਿਰਫ ਸੋਨ ਤਮਗੇ ਹੀ ਜਿੱਤੇ ਸਨ, ਸਗੋਂ ਐਥਲੈਟਿਕਸ ਦੀ ਉੱਤਮ ਖਿਡਾਰਨ ਦਾ ਵੀ ਖਿਤਾਬ ਸਕੂਲ ਦੀ ਝੋਲੀ ਪਾਇਆ। ਇਹਨਾਂ ਖੇਡ ਪ੍ਰਾਪਤੀਆਂ, ਸੋਨ ਤਮਗੇ ਤੇ ਸਰਟੀਫਿਕੇਟਾਂ ਸਦਕਾ ਮਨਦੀਪ ਨੂੰ ਸਪੋਰਟਸ ਕਾਲਜ ਦਾਖਲਾ ਮਿਲ ਗਿਆ। 2 ਸਾਲਾਂ ਤੱਕ ਸੁਚੱਜੀ ਤੇ ਸਖਤ ਕੋਚਿੰਗ ਨੇ ਉਹਦਾ ਖੂਨ ਪਸੀਨਾ ਵਹਾਇਆ। ਉਸ ਬਹੁਤ ਜਾਨ ਮਾਰੀ ਟ੍ਰੇਨਿੰਗ ਦੌਰਾਨ ਅਸਾਂ ਵੀ ਵਧੀਆ ਟਰੈਕ ਸੂਟ, ਬੂਟ, ਖੇਡ ਕਿੱਟ, ਪੌਸ਼ਟਿਕ ਖੁਰਾਕ, ਦੁੱਧ, ਘਿਓ ਤੇ ਬਦਾਮ ਆਦਿ ਉਹਨੂੰ ਮੁਹੱਈਆ ਕਰਵਾਏ। ਪਹਿਲਾਂ ਉਸ ਕੌਮੀ ਖੇਡਾਂ ਵਿੱਚੋਂ ਐਥਲੈਟਿਕ ਚੋਂ ਗੋਲਡ ਲਿਆ। ਅਗਲੇ ਸਾਲ ਉਹ ਏਸ਼ੀਆਈ ਲਈ ਕੁਆਲੀਫਾਈ ਕਰ ਗਈ। ਆਪਣੇ ਪਿਤਾ ਤੇ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸ ਬਹੁਤ ਅਭਿਆਸ ਕੀਤਾ। ਖੇਡ ਸਾਹਿਤ ਤੇ ਭਾਗ ਮਿਲਖਾ ਭਾਗ, ਮੈਰੀ ਕਾਮ ਆਦਿ ਫਿਲਮਾਂ ਨੇ ਉਹਦੇ ਮਨੋਬਲ ਨੂੰ ਹੋਰ ਮਜ਼ਬੂਤ ਕੀਤਾ। ਉਹ ਜਿੱਥੇ ਨਵੀਂ ਖੇਡ ਤਕਨੀਕ ਨਾਲ ਲੈਸ ਸੀ, ਉੱਥੇ ਉਹ ਪੂਰੀ ਫਾਰਮ 'ਚ ਸੀ। ਉਹਨੇ ਏਸ਼ੀਆਈ ਖੇਡਾਂ 'ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਪਿਤਾ ਤੇ ਸਾਡੇ ਪਰਿਵਾਰ ਦੇ ਸੰਜੋਏ ਸੁਨਹਿਰੇ ਸੁਪਨੇ ਨੂੰ ਸਾਕਾਰ ਕੀਤਾ। ਸਾਰੇ ਪਿੰਡ 'ਚ ਖੁਸ਼ੀ ਦੀ ਲਹਿਰ ਬਹਿਰ ਸੀ। ਸਾਡੇ ਘਰ ਵਧਾਈਆਂ ਵਾਲਿਆਂ ਦੀ ਭੀੜ ਸੀ। ਲੱਡੂ ਵੰਡੇ ਜਾ ਰਹੇ ਸਨ। ਮਨਦੀਪ ਗਲ 'ਚ ਗੋਲਡ ਮੈਡਲ ਸਜਾਈ ਵਿਕਟਰੀ ਸਟੈਂਡ 'ਤੇ ਖੜੀ ਮੁਸਕਰਾ ਰਹੀ ਸੀ। ਧੰਨਵਾਦ।